ਸੰਦੀਪ ਦੇ ਬੋਲਾਂ ਦੇ ਵਿੱਚ ਦੁਬਾਰਾ ਆਪਾਂ ਦੇਖਿਆ ਕਿ ਨੌਜਵਾਨ ਇਹ ਵਰਡ ਨੂੰ ਯੂਜ਼ ਕਰਨ ਲੱਗ ਪਏ ਨੇ। ਅਸਲ ਦੇ ਵਿੱਚ ਹੈ ਕੀ ਹੈ ਇਹ ਭਾਸ਼ਾ ਦਾ ਵਾ? ਉਸ ਖਿੱਤੇ ਦੇ ਲੋਕਾਂ ਨੇ ਸਟੇਟਹੁੱਡ ਮੰਨਿਆ ਹੋਵੇ, ਉਹਨਾਂ ਲਈ ਸੋਵਰਨਿਟੀ ਆਪਦੇ ਅੰਦਰੋਂ ਕੱਢਣੀ ਬੜੀ ਔਖੀ ਹੈ। ਔਰ ਨਾਲ ਜਦੋਂ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਵੀ ਹਮ ਰਾਖਤ ਪਾਤਸ਼ਾਹੀ ਦਾ ਵਾ, ਤੇ ਉਹ ਸਾਨੂੰ ਸਟੇਟਹੁੱਡ ਦੀ ਚਿਣਗ ਲਾ ਕੇ ਸਾਡੇ ਅੰਦਰ। ਉਹੀ ਗੱਲ ਮੈਂ ਕਹਿਣਾ, ਉਹੀ ਦੀਪ ਕਹਿੰਦਾ, ਉਹਦੀ ਗੱਲ ਦਿਲ ਤੱਕ ਜਾ ਵੱਜਦੀ ਹੈ, ਸਾਡੀ ਗੱਲ ਦਿਲ ਤੱਕ ਨਹੀਂ ਜਾਂਦੀ। ਉਹਨਾਂ ਦੇ ਜਾਣ ਦਾ ਪੰਥਕ ਸਫਾ ਦੇ ਵਿੱਚ ਇੰਨਾ ਦੁੱਖ ਕਿਉਂ ਮਨਾਇਆ ਗਿਆ? ਸਾਡੇ ਦਿਲ ਦੀਆਂ ਜੋ ਭਾਵਨਾਵਾਂ ਨੇ ਅਸੀਂ ਸਾਥੋਂ ਪ੍ਰਗਟ ਨਹੀਂ ਹੁੰਦੀਆਂ ਹੁੰਦੀਆਂ ਵਧੀਆ, ਉਹ ਸਾਡੇ ਦਿਲ ਦੀ ਗੱਲ ਕਰ ਰਹੇ। ਇਹ ਜਿਹੜੀ ਗੱਲ ਹੁੰਦੀ ਹੈ ਨਾ, ਤੁਸੀਂ ਕੌਮ ਦੇ ਦਿਲ ਨੂੰ ਬੁੱਝਣਾ ਤੇ ਫਿਰ ਉਹਨੂੰ ਢੁਕਵੇਂ ਸ਼ਬਦ ਤੇ ਢੁਕਵੇਂ ਮੁਹਾਵਰੇ 'ਚ ਪ੍ਰਗਟ ਕਰਨਾ, ਇਹ ਜੁਗਤ ਜਾਂ ਕਲਾ ਇਹ ਹਰ ਕਿਸੇ ਕੋਲ ਹੁੰਦੀ। ਕੀ ਇਹ ਬਿਰਤਾਂਤ ਕੋਈ ਪੁਰਾਣਾ ਬਿਰਤਾਂਤ ਸੀ, ਜਾਂ ਕੀ ਇਹ ਨੈਰੇਟਿਵ ਕੋਈ ਨਵਾਂ ਨੈਰੇਟਿਵ ਵੱਲੋਂ ਉਹਦੇ ਦਿੱਤਾ ਗਿਆ, ਜਾਂ ਕਿ ਆਪਾਂ ਕਹੀਏ ਕਿ ਠਹਿਰਾਵ ਹੋ ਚੁੱਕਿਆ ਸੀ ਉਹਨੂੰ ਅੱਗੇ ਲੈ ਕੇ ਗਿਆ? ਅਸਲ ਦੇ ਵਿੱਚ ਇਹ ਹੈ ਕੀ ਸੀਗਾ, ਨੈਰੇਟਿਵ ਹੈ ਕੀ ਹੈ? ਕਿਸਾਨ ਜਥੇਬੰਦੀਆਂ ਦੇ ਨੈਰੇਟਿਵ 'ਚ ਸਿਰਫ ਇਹ ਸੀ, ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਸਾਨੂੰ ਫਸਲਾਂ ਦੇ ਭਾਅ ਨਹੀਂ ਮਿਲਦੇ। ਉਹ ਕਹਿੰਦਾ ਸੀ ਵੀ ਸਿਰਫ ਇੰਨੀ ਗੱਲ ਨਹੀਂ, ਜ਼ਮੀਨਾਂ ਹੀ ਨਹੀਂ ਖੁੱਸਣਗੀਆਂ, ਸਾਡੀਆਂ ਜ਼ਮੀਰਾਂ ਵੀ ਖੁੱਸਣਗੀਆਂ, ਤੇ ਇਕੱਲੇ ਫਸਲਾਂ ਦੇ ਭਾਅ ਨਹੀਂ, ਸਾਡੀਆਂ ਫਸਲਾਂ ਹੀ ਖਾਤਰੇ ਮੂੰਹ ਨਹੀਂ, ਸਾਡੀਆਂ ਨਸਲਾਂ ਖਾਤਰੇ ਮੂੰਹ। ਦੀਪ ਸਿੱਧੂ ਜਿਹੜਾ ਹੈਗਾ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗਾ ਤੇ ਪੰਥ ਦੀ ਅਗਵਾਈ ਨਹੀਂ ਕਰ ਸਕਦਾ, ਤੇ ਉਹਦਾ ਜਵਾਬ ਜਿਹੜਾ ਉਹਨੇ ਆਪਣੇ ਫੇਸਬੁੱਕ ਤੇ ਉਦੋਂ ਪੋਸਟ ਪਾ ਕੇ ਦਿੱਤਾ ਸੀ, ਉਹ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਐਨਾਲਾਈਸਿਸ ਮੰਗਦਾ ਹੈਗਾ। ਤੇ ਸੰਤਾਂ ਦੀ ਵੀ ਵੱਡੀ ਗੱਲ ਇਹ ਸੀ ਕਿ ਉਹ ਸਿਰਫ ਸੈਲਫ ਕੰਜੰਪਸ਼ਨ ਵਾਸਤੇ ਨਹੀਂ, ਜਿਹੜੀ ਉਹ ਗੱਲ ਕਹਿੰਦੇ ਸੀ ਲੋਕਾਂ ਦੇ ਦਿਲਾਂ 'ਚ ਉਤਰ ਜਾਂਦੀ ਸੀ। ਤੇ ਗੱਲ ਇਹ ਹੁੰਦੀ ਆ, ਕਹੀ ਤਾਂ ਬਹੁਤ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸਰਦਾਰ ਅਜਮੇਰ ਸਿੰਘ ਹੁਣੀ ਜੋ ਕਿ ਸਿੱਖ ਚਿੰਤਕ ਨੇ, ਯੂਕੇ ਦੀ ਧਰਤੀ ਤੇ ਆਏ ਹੋਏ ਨੇ, ਤੇ ਸੋਚਿਆ ਕਿ ਇਹਨਾਂ ਦੇ ਨਾਲ ਕੁਝ ਵਿਚਾਰ ਵਟਾਂਦਰੇ ਜਿਹੜੇ ਕੀਤੇ ਜਾਣ, ਕੌਮੀ ਮਸਲਿਆਂ ਤੇ ਗੱਲਬਾਤ ਕੀਤੀ ਜਾਵੇ, ਕੌਮ ਦੇ ਉਸ ਨੈਰੇਟਿਵ ਤੇ ਗੱਲਬਾਤ ਕੀਤੀ ਜਾਵੇ, ਕੌਮ ਦੀ ਉਸ ਸੋਚ ਦੀ ਗੱਲਬਾਤ ਕੀਤੀ ਜਾਵੇ, ਜਿਹਦੀ ਕਿ ਅਜੋਕੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈਗੀ ਹੈ। ਸਰਦਾਰ ਸਾਹਿਬ, ਗੱਲਬਾਤ ਆਪਾਂ ਸ਼ੁਰੂ ਕਰਨੀ ਹੈਗੀ ਹੈ ਖਾਸ ਕਰਕੇ ਸੰਦੀਪ ਸਿੰਘ ਸਿੱਧੂ, ਜੋ ਕਿ ਦੀਪ ਸਿੱਧੂ ਦੇ ਨਾਲ ਜਾਣੇ ਜਾਂਦੇ ਨੇ। ਜਿਸ ਤਰੀਕੇ ਦੇ ਨਾਲ ਉਹਨਾਂ ਦਾ ਤਕਰੀਬਨ 1.5-2 ਸਾਲ ਦਾ ਜਿਹੜਾ ਸਮਾਂ ਪੰਥਕ ਸਫਾ ਦੇ ਵਿੱਚ ਰਿਹਾ ਹੈਗਾ, ਉਹਦੇ ਵਿੱਚ ਜੋ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਨਵਾਂ ਨੈਰੇਟਿਵ ਜਿਹੜਾ ਲੈ ਕੇ ਆਏ, ਜਾਂ ਪੁਰਾਣੇ ਨੈਰੇਟਿਵ ਨੂੰ ਉਹਨਾਂ ਨੇ ਅੱਗੇ ਲੈ ਕੇ ਆਂਦਾ, ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿ ਉਹਨਾਂ ਦੇ ਜਾਣ ਦਾ ਪੰਥਕ ਸਫਾ ਦੇ ਵਿੱਚ ਇੰਨਾ ਦੁੱਖ ਕਿਉਂ ਮਨਾਇਆ ਗਿਆ। ਉਹਦਾ ਕਾਰਨ ਇਹ ਜੀ, ਉਹਦੇ ਜਿਹੜਾ ਕਿਤੇ ਨਾ ਕਿਤੇ ਕੌਮ ਨੂੰ ਇੱਕ ਤਰਸੇਵਾਂ ਜਿਹਾ ਸੀਗਾ, ਲੋੜ ਸੀ ਕਿ ਕਾਫੀ ਚਿਰ ਤੋਂ ਕੋਈ ਇਸ ਤਰ੍ਹਾਂ ਦਾ ਉਹਨਾਂ ਨੂੰ ਆਗੂ ਨਹੀਂ ਸੀ ਮਿਲ ਰਿਹਾ ਜਿਹੜਾ ਉਹਨਾਂ ਨੂੰ ਆਪਦਾ ਜਿਹਾ ਲੱਗੇ, ਜਿਹਦੇ ਨਾਲ ਉਹ ਰਿਲੇਟ ਕਰ ਸਕਣ। ਤੋ ਦੀਪ ਸਿੱਧੂ ਦੀ ਸ਼ਖਸੀਅਤ 'ਚ ਜਾਂ ਉੱਤੇ ਕੋਈ ਵਾਹਿਗੁਰੂ ਦੀ ਮਿਹਰ ਸੀ, ਉਹ ਇਸ ਤਰ੍ਹਾਂ ਹੀ ਹੋਇਆ। ਮਤਲਬ ਉਹ ਆਏ ਤੇ ਉਹਦੇ ਆਉਂਦਿਆਂ ਹੀ ਖਾਸ ਕਰਕੇ ਪਹਿਲਾਂ ਤਾਂ ਯੂਥ, ਤੇ ਉਹਨਾਂ ਨੂੰ ਲੱਗਿਆ ਕਿ ਹਾਂ, ਜੋ ਅਸੀਂ ਸਾਡੇ ਦਿਲ ਦੀਆਂ ਜੋ ਭਾਵਨਾਵਾਂ ਨੇ ਅਸੀਂ ਸਾਥੋਂ ਪ੍ਰਗਟ ਨਹੀਂ ਹੁੰਦੀਆਂ ਹੁੰਦੀਆਂ ਵਧੀਆ, ਉਹ ਸਾਡੇ ਦਿਲ ਦੀ ਗੱਲ ਕਰ ਰਿਹਾ। ਇਹ ਜਿਹੜੀ ਗੱਲ ਹੁੰਦੀ ਹੈ ਨਾ, ਤੁਸੀਂ ਕੌਮ ਦੇ ਦਿਲ ਨੂੰ ਬੁੱਝਣਾ ਤੇ ਫਿਰ ਉਹਨੂੰ ਢੁਕਵੇਂ ਸ਼ਬਦ ਤੇ ਢੁਕਵੇਂ ਮੁਹਾਵਰੇ 'ਚ ਪ੍ਰਗਟ ਕਰਨਾ, ਇਹ ਜੁਗਤ ਜਾਂ ਕਲਾ ਇਹ ਹਰ ਕਿਸੇ ਕੋਲ ਹੁੰਦੀ ਨਹੀਂ। ਇਹ ਸਿੱਖਿਆ ਵੀ ਨਹੀਂ ਸਿੱਖੀ ਜਾਂਦੀ, ਇਹ ਤਾਂ ਕੋਈ ਵਾਹਿਗੁਰੂ ਵੱਲੋਂ ਬਖਸ਼ੀ ਹੋਈ ਦਾਤ ਹੁੰਦੀ ਹੈ। ਤੇ ਸ਼ਾਇਦ ਦੀਪ ਸਿੱਧੂ ਨੂੰ ਇਸ ਤਰ੍ਹਾਂ ਦੀ ਦਾਤ ਵਾਹਿਗੁਰੂ ਨੇ ਦਿੱਤੀ ਹੋਈ ਸੀ। ਸੰਘਰਸ਼ ਅਸੀਂ ਕੀਤਾ, ਜਿਹਨੇ ਸੰਘਰਸ਼ ਕੀਤਾ ਇਸ ਧਰਤੀ ਲਈ, ਜਿਹਨੇ ਜੇਲਾਂ ਕੱਟੀਆਂ, ਤਸੀਹੇ ਝੱਲਿਆ, ਉਹਦਾ ਦਾਵਾ ਬਣਦਾ ਕਿ ਜਿਹੜਾ ਬਾਹਰੋਂ ਆ ਕੇ ਸਾਡੇ ਤੇ ਇੱਥੇ ਥੋਪ ਦਿੱਤਾ ਜਾਂਦਾ ਦਾਵਾ ਉਹਦਾ ਬਣਦਾ। ਇਹ ਸਵਾਲ ਤਾਂ ਪੁੱਛੋ ਆਪਦੇ ਆਪ ਨੂੰ। ਉਹ ਬਿਨਾਂ ਕਿਸੇ ਪਲੈਨਿੰਗ ਤੋਂ, ਬਿਨਾਂ ਕਿਸੇ ਪਹਿਲਾਂ ਸੋਚ ਤੋਂ ਉਹ ਤਾਂ ਆਇਆ, ਬਸ ਆਇਆ ਕਿਸਾਨ ਅੰਦੋਲਨ ਕਰਕੇ। ਤੇ ਨਹੀਂ ਤਾਂ ਉਹ ਆਪਦੀ ਜ਼ਿੰਦਗੀ ਦੇ ਵਿੱਚ ਮਸ਼ਰੂਫ ਸੀਗਾ, ਬੰਬੇ ਫਿਲਮ ਜਗਤ ਦੇ ਵਿੱਚ, ਫਿਲਮ ਦੀ ਉਹਦੀ ਜਿਹੜਾ ਸੰਸਾਰ ਸੀ ਉਹਦੇ ਵਿੱਚ ਰੁੱਝਿਆ ਹੋਇਆ ਸੀ। ਲੋਕਡਾਊਨ ਹੋ ਗਿਆ, ਕੰਮ ਛੁੱਟ ਗਏ,
ਫਿਰ ਉਹ ਜਿਵੇਂ ਸਮਾਂ ਨਹੀਂ ਲੱਗਦਾ ਹੁੰਦਾ, ਅੰਦਰ ਐਨਰਜੀ ਹੈ ਕੋਈ, ਇੰਨੇ ਨੂੰ ਇੱਥੇ ਕਿਸਾਨ ਸੰਘਰਸ਼ ਸ਼ੁਰੂ ਹੋ ਗਿਆ। ਅਤੇ ਦੂਜਾ ਉਹ ਇੱਕ ਬੜਾ ਬ੍ਰਿਲੀਅੰਟ ਮਾਈਂਡ ਸੀ, ਇੰਟਲੈਕਚੁਅਲ ਓਰੀਐਂਟੇਟਡ, ਅਤੇ ਇਸ ਕਰਕੇ ਉਹ ਪੜ੍ਹਦਾ ਬਹੁਤ ਸੀ। ਵੈਸੇ ਹੀ ਉਹਨੇ ਜ਼ਿੰਦਗੀ 'ਚ ਪੜ੍ਹਿਆ ਕਾਫੀ ਕੁਛ ਸੀ, ਅਤੇ ਉਹ ਫਿਰ ਨੈਚੁਰਲੀ ਉਹਨੇ ਇੱਧਰਲੀਆਂ ਕਿਤਾਬਾਂ ਕੁਛ ਪੜ੍ਹਨੀਆਂ ਸ਼ੁਰੂ ਕੀਤੀਆਂ, ਸਮਝਣ ਦਾ ਯਤਨ ਕੀਤਾ। ਇਹ ਨਹੀਂ ਕਿ ਉਹਦੀ ਕੋਈ ਸੋਚ ਵੱਡੀ ਬਦਲ ਗਈ, ਉਹਦੇ ਅੰਦਰ ਜਜ਼ਬਾ ਪਹਿਲਾਂ ਹੀ ਪਿਆ ਸੀ। ਉਹ ਜੇ ਤੁਸੀਂ ਹੁਣ ਉਹਦੀਆਂ ਪੁਰਾਣੀਆਂ ਵੀਡੀਓਜ਼ ਸੁਣੋ 4 ਸਾਲ ਪਹਿਲਾਂ ਦੀਆਂ ਜਾਂ ਹੋਰ, ਉਹਨਾਂ 'ਚ ਉਹ ਸਾਰੀਆਂ ਹੀ ਗੱਲਾਂ ਪ੍ਰਗਟ ਕਰ ਰਿਹਾ ਕਿਤੇ। ਇਹ ਹੈ ਵੀ ਚਲੋ ਉਹਨਾਂ 'ਚ ਅਜੇ ਉਹਨਾਂ ਨਿਖਾਰ ਨਹੀਂ ਸੀ, ਫਿਰ ਉਹਨੂੰ ਉਹਦੇ ਸਪਸ਼ਟਤਾ ਹੋ ਗਈ ਬਹੁਤ ਜ਼ਿਆਦਾ, ਅਤੇ ਉਹਨੂੰ ਇੱਕ ਪੂਰਾ ਲੌਜਿਕ ਮਿਲ ਗਿਆ ਗੱਲ ਕਰਨ ਦਾ। ਇਹ ਉਹਦੇ 'ਚ ਕਪੈਸਿਟੀ ਸੀ, ਇਸੇ ਕਰਕੇ ਉਹ ਇੱਕ ਚੰਗਾ ਵਕੀਲ, ਸਫਲ ਵਕੀਲ ਵੀ ਤਾਂ ਹੀ ਸੀ ਕਿ ਉਹ ਗੱਲ ਨੂੰ ਇੱਕ ਪੇਸ਼ਕਾਰੀ ਜਿਹੜੀ ਹੈ ਉਹ ਉਹਦੇ ਕੋਲੇ ਬਹੁਤ ਸੋਹਣੀ ਸੀ। ਸੋ ਇਸ ਕਰਕੇ ਜਦੋਂ ਉਹ ਆਇਆ ਨਾ, ਪਹਿਲੀ ਜਿਹੜੀ ਉਹਦੀ ਪ੍ਰੈਸ ਕਾਨਫਰੰਸ ਹੈ, ਉਹਦੀ ਪ੍ਰੈਸ ਕਾਨਫਰੰਸ ਨਹੀਂ, ਕਿਸਾਨ ਪ੍ਰੈਸ ਕਾਨਫਰੰਸ ਤਾਂ ਕਿਸਾਨ ਜਥੇਬੰਦੀਆਂ ਦੀ ਸੀ, ਜਿਹਦੇ 'ਚ ਕਲਾਕਾਰ ਵੀ ਆਏ। ਉਹ ਕਿਸਾਨ ਭਵਨ 'ਚ ਹੋਈ ਸੀ ਚੰਡੀਗੜ੍ਹ, ਅਤੇ ਉਹ ਪਹਿਲੀ ਵਾਰ ਲੋਕਾਂ ਨੇ ਚਿਹਰਾ ਦੇਖਿਆ ਸੀ। ਕੁਛ ਥੋੜ੍ਹਾ ਸੈਕਸ਼ਨ ਹੋਊ ਜਿਹੜਾ ਨੂੰ ਇੱਕ ਐਕਟਰ ਦੇ ਤੌਰ 'ਤੇ ਮੇਰਾ ਖਿਆਲ ਅੱਜ ਵੀ ਦੀਪ ਸਿੱਧੂ ਦੈਟ ਵੇ ਕੋਈ ਬਹੁਤਾ ਕਾਮਯਾਬ ਨਹੀਂ, ਪ੍ਰਵਾਨ ਨਹੀਂ ਹੋਇਆ ਜਿੰਨਾ ਉਹ ਇੱਕ ਐਕਟਿਵਿਸਟ ਦੇ ਤੇ ਆਗੂ ਦੇ ਤੌਰ 'ਤੇ ਹੋਇਆ। ਰਾਜਨੀਤਿਕ ਪਾਰਟੀਆਂ ਨੇ ਸਿਰਾਂ ਦੀ ਗਿਣਤੀ ਦੀ ਪੋਲਿਟਿਕਸ ਕਰਨੀ ਹੈ। ਹੁਣ ਉਹਨਾਂ ਨੂੰ ਲੋਕ ਹਿੱਤਾਂ ਲਈ ਕੋਈ ਮਤਲਬ ਨਹੀਂ, ਕਿਉਂਕਿ ਅਸੀਂ 17 ਸਾਲਾਂ ਤੋਂ ਦੇਖਦੇ ਆਉਣੇ ਆ, ਕਿਸੇ ਨੇ ਲੋਕਾਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਹੁੰਦੀ ਤਾਂ ਇੱਥੋਂ ਤਾਈਂ ਪਹੁੰਚਦਾ ਹੀ ਨਹੀਂ ਸੀ। ਸੋ ਹੁਣ ਪੰਜਾਬ ਦੇ ਲੋਕ, ਪੰਜਾਬ ਦੇ ਨੌਜਵਾਨ ਕਿਸਾਨ ਵੀ ਬੜੇ ਜਾਗਰੂਕ ਆ, ਇਸ ਗੱਲ ਨੂੰ ਸਮਝ ਲਗੇ ਆ ਵੀ ਰਾਜਨੀਤਿਕ ਪਾਰਟੀਆਂ ਆਪਦਾ ਝੰਡਾ ਛੱਡ ਕੇ ਇਸ ਸੰਘਰਸ਼ 'ਚ ਆ ਕੇ ਜੇ ਸਾਡੇ ਨਾਲ ਬੈਠਣ ਨੂੰ ਤਿਆਰ ਆ, ਜੇ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠਾਂ ਬੈਠਣ ਨੂੰ ਤਿਆਰ ਆ, ਇਕਜੁੱਟਤਾ ਕਰਨ ਨੂੰ ਤਿਆਰ ਆ, ਤਾਂ ਦੇ ਆਰ ਮੋਸਟ ਵੈਲਕਮ। ਅਸੀਂ ਤਾਂ ਲਾਮਬੰਦੀ ਕਰਨੀ ਆ ਨਾ, ਲੋਕ ਹੀ ਜੋੜਨੇ ਆ ਨਾ ਨਾਲ। ਸੋ ਉਹ ਜੋਰਾ ਫਿਲਮ ਹੀ ਸੀ ਜਿਹੜੀ ਉਹਦੇ ਕਰੈਕਟਰ ਨੂੰ ਸਹੀ ਰੂਪ ਮਾਨ ਕਰਦੀ ਸੀ, ਇਸੇ ਕਰਕੇ ਫਿਲਮ ਤਾਂ ਉਹਦੀ ਉਹੀ ਚੱਲੀ ਹੈ, ਉਹਦੀ ਪਛਾਣ ਹੀ ਜੋਰੇ ਵਾਲੀ ਬਣੀ ਹੈ। ਅਤੇ ਜਦੋਂ ਉਹਨੇ ਅਸਲੀ ਜੀਵਨ 'ਚ ਜੋਰੇ ਦਾ ਪ੍ਰਗਟ ਕੀਤਾ ਅਤੇ ਉਹਨੇ ਇੱਕਦਮ ਖਿੱਚਿਆ ਬੰਦਿਆਂ ਨੂੰ। ਇਸ ਤਰ੍ਹਾਂ ਬਹੁਤ ਘੱਟ ਹੁੰਦਾ, ਬੜਾ ਟਾਈਮ ਲੱਗਦਾ ਬੰਦੇ ਨੂੰ ਸਥਾਪਿਤ ਹੋਣ ਵਾਸਤੇ, ਉਹਨੂੰ ਕੋਈ ਕੋਸ਼ਿਸ਼ ਹੀ ਨਹੀਂ ਕਰਨੀ ਪਈ, ਬੜੇ ਸਹਿਜ ਪਾ ਆਇਆ, ਗੱਲਾਂ ਕੀਤੀਆਂ, ਉਹ ਗੱਲਾਂ ਲੋਕਾਂ ਨੂੰ ਬੜੀਆਂ ਜਚੀਆਂ, ਅਤੇ ਇਸ ਕਰਕੇ ਮਤਲਬ ਉਹ ਬਹੁਤ ਛੇਤੀ ਉਹਨੇ ਆ ਕੇ ਆਪਦੇ ਆਪ ਨੂੰ ਰਿਲੇਟ ਕਰ ਲਿਆ। ਇਹ ਉਹਦਾ ਸੀਗਾ ਜੀ ਇਸ ਤਰ੍ਹਾਂ ਦਾ ਜੀ। ਅਤੇ ਬਾਰ-ਬਾਰ ਆਪਾਂ ਦੇਖਿਆ ਕਿ ਦੀਪ ਸਿੱਧੂ ਇੱਕ ਨੈਰੇਟਿਵ ਦੀ ਗੱਲ ਕਰਦਾ ਸੀ, ਇੱਕ ਬਿਰਤਾਂਤ ਦੀ ਗੱਲ ਜਿਹੜੀ ਹੈ ਉਹਦੀਆਂ ਜਦੋਂ ਅਸੀਂ ਗੱਲਾਂ ਦੇਖਦੇ ਹਾਂ ਜਾਂ ਸੁਣਦੇ ਹਾਂ, ਅਤੇ ਅੱਜ ਵੀ ਪਤਾ ਲੱਗਦਾ ਕਿ ਉਹਦੀ ਗੱਲਬਾਤ ਕਰਦਾ ਸੀ। ਕੀ ਇਹ ਬਿਰਤਾਂਤ ਕੋਈ ਪੁਰਾਣਾ ਬਿਰਤਾਂਤ ਸੀ, ਜਾਂ ਕੀ ਇਹ ਨੈਰੇਟਿਵ ਕੋਈ ਨਵਾਂ ਨੈਰੇਟਿਵ ਵੱਲੋਂ ਉਹਦੇ ਦਿੱਤਾ ਗਿਆ, ਜਾਂ ਕਿ ਆਪਾਂ ਕਹੀਏ ਕਿ ਠਹਿਰਾਵ ਹੋ ਚੁੱਕਿਆ ਸੀ ਉਹਨੂੰ ਅੱਗੇ ਲੈ ਕੇ ਗਿਆ? ਅਸਲ ਦੇ ਵਿੱਚ ਇਹ ਹੈ ਕੀ ਸੀਗਾ, ਨੈਰੇਟਿਵ ਹੈ ਕੀ ਹੈ? ਨੈਰੇਟਿਵ ਹੈ ਜੀ, ਦੇਖੋ ਉਹਨੇ ਨਾ ਇਹ ਗੱਲ ਕਿਤੇ ਬੁੱਝ ਲਈ ਸੀ ਕਿ ਜਿਹੜੀ ਗਲਬਾ ਪਾਉਂਦੀ ਹੈ ਕੋਈ ਕੌਮ ਇੱਕ ਦੂਜੀ ਦੇ ਉੱਤੇ, ਉਹਦੇ 'ਚ ਜਿਹੜਾ ਨੌਲੇਜ ਹੈ ਉਹ ਇੱਕ ਟੂਲ ਬਣਦੀ ਹੈ। ਸੋ ਐਕਚੁਅਲੀ ਜਿਹੜਾ ਗਲਬਾ ਪੈਂਦਾ ਪਹਿਲਾਂ ਦਿਮਾਗਾਂ 'ਤੇ ਪੈਂਦਾ ਹੈ, ਉਹ ਉਹਨਾਂ ਦਾ ਜਿਹੜਾ ਨੌਲੇਜ ਸਿਸਟਮ ਹੈ, ਥਾਟ ਪੈਟਰਨ ਸਿਸਟਮ, ਇੱਕ ਉਹ ਲੋਕਾਂ ਦੇ ਉੱਤੇ, ਲੋਕਾਂ ਦੀ ਸੋਚ 'ਚ ਉਹਦੀ ਜੜ ਲਾਉਂਦੇ ਹਨ। ਉਹ ਥਰੂ ਨੈਰੇਟਿਵ ਹੀ ਹੁੰਦਾ ਹੈ। ਉਹ ਨੈਰੇਟਿਵ ਸ਼ੁਰੂ ਹੋ ਜਾਂਦਾ ਬਚਪਨ ਤੋਂ, ਜਿਹੜਾ ਪਬਲਿਕ ਡਿਸਕੋਰਸ ਚੱਲਦਾ ਹੈ, ਬੱਚਾ ਘਰਾਂ 'ਚ ਜੋ ਗੱਲਾਂ ਸੁਣਦਾ ਹੈ, ਪਬਲਿਕ ਲਾਈਫ 'ਚ ਸੁਣਦਾ ਹੈ, ਫਿਰ ਪੜ੍ਹਨ ਜਾਂਦਾ ਸਕੂਲਾਂ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ, ਉਹ ਜੋ ਸਾਰਾ ਨੈਰੇਟਿਵ ਉਹ ਐਕਸਪੋਜਰ ਹੁੰਦਾ ਉਹਦਾ ਅਸਰ ਗ੍ਰਹਿਣ ਕਰ ਲੈਂਦਾ। ਸੋ ਦੀਪ ਸਿੱਧੂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜੇ ਗੁਲਾਮੀ ਤੋਂ ਮੁਕਤ ਹੋਣਾ ਨਾ, ਗਲਬਾ ਲਾਉਣਾ ਹੈ ਭਾਰਤੀ ਹਾਕਮਾਂ ਦਾ, ਤਾਂ ਉਹਨਾਂ ਦੇ ਨੈਰੇਟਿਵ ਨੂੰ ਭੰਨੋ। ਜਿੰਨਾ ਚਿਰ ਨੈਰੇਟਿਵ ਨਹੀਂ ਬਣਦੇ ਨਾ, ਤੁਸੀਂ ਲੜਾਈਆਂ ਲੜੀ ਚੱਲੋ ਅਤੇ ਤੁਸੀਂ ਹਾਰੀ ਜਾਓਗੇ, ਚੋਣਾਂ 'ਚ ਜਿੱਤ ਕੇ ਵੀ ਹਾਰ ਜਾਓਗੇ।
ਤੁਸੀਂ ਉਹਨਾਂ ਦਾਇਰਿਆਂ ਦੇ ਵਿੱਚ, ਉਹਨਾਂ ਝਿਰੀਆਂ ਦੇ ਗਰੂਵਸ ਦੇ ਅੰਦਰ ਹੀ ਕੰਮ ਕਰੀ ਜਾਓਗੇ। ਸੋ ਇਹ ਕਲੈਰਿਟੀ ਹੋਰ ਪਹਿਲਾਂ ਕਿਸੇ ਨੂੰ ਇਸ ਲੈਵਲ ਤੇ ਨਹੀਂ ਹੋਈ। ਇਹ ਸੰਤਾਂ ਨੂੰ ਹੀ ਸੀ। ਸੰਤਾਂ ਨੇ ਇੱਕ ਆਪਦੇ ਤਰੀਕੇ ਨਾਲ, ਇੱਕ ਰਵਾਇਤ ਚੋਂ ਨਿਕਲੀ ਹੋਈ ਸਿੱਖ ਪਰੰਪਰਾ ਚੋਂ ਨਿਕਲੀ ਸੀ ਸੰਤਾਂ ਦੀ, ਤਾਂ ਕਿਉਂਕਿ ਸੰਤ ਦੈਟ ਵੇ ਕੋਈ ਇੰਟਲੈਕਚੁਅਲ ਤਾਂ ਹੈ ਨਹੀਂ ਸੀ, ਉਹ ਤਾਂ ਇੱਕ ਜਾਗੀ ਹੋਈ ਰੂਹ ਸੀ। ਤੇ ਉਹਨਾਂ ਨੇ ਤਾਂ ਫਿਰ ਉਹ ਜੋ ਸਾਡੀ ਇੱਕ ਸਿੱਖ ਇੱਕ ਓਥੈਂਟਿਕ ਪ੍ਰਮਾਣਿਕ ਇੱਕ ਸਾਡਾ ਹੈਗਾ ਇੱਕ ਪਰੰਪਰਾ, ਉਹਦੇ ਮੁਤਾਬਕ ਉਹਨਾਂ ਨੇ ਉਹਨਾਂ ਦੇ ਨੈਰੇਟਿਵ ਨੂੰ ਚੈਲੰਜ ਕੀਤਾ ਤੇ ਆਪਣਾ ਪੈਰਲਲ ਨੈਰੇਟਿਵ ਸਥਾਪਿਤ ਕੀਤਾ। ਤੇ ਸੰਤਾਂ ਦੀ ਵੀ ਵੱਡੀ ਗੱਲ ਇਹ ਸੀ ਕਿ ਉਹ ਸਿਰਫ ਸੈਲਫ ਕੰਜੰਪਸ਼ਨ ਵਾਸਤੇ ਨਹੀਂ, ਜਿਹੜੀ ਉਹ ਗੱਲ ਕਹਿੰਦੇ ਸੀ ਲੋਕਾਂ ਦੇ ਦਿਲਾਂ 'ਚ ਉਤਰ ਜਾਂਦੀ ਸੀ। ਤੇ ਗੱਲ ਇਹ ਹੁੰਦੀ ਆ, ਕਹੀ ਤਾਂ ਬਹੁਤ ਜਾਂਦੇ ਆ ਵੀ ਉਹ ਕੌਮ ਦੇ ਦਿਲਾਂ ਤੱਕ ਉਤਰਦੀ ਆ ਕਿ ਨਹੀਂ ਉਤਰਦੀ। ਸੋ ਉਹਦੇ ਵਿੱਚ ਦੀਪ ਸਿੱਧੂ 'ਚ ਇਹ ਕਿਤੇ ਗੁਣ ਦਿੱਤਾ ਹੋਇਆ ਸੀ ਵਾਹਿਗੁਰੂ ਨੇ। ਸੋ ਉਹਨੇ ਕੌਨਸ਼ੀਅਸਲੀ ਇਹ ਚੇਤਨ ਤੌਰ ਦੇ ਉੱਤੇ ਕੀਤਾ ਕਿ ਦੁਸ਼ਮਣ ਦਾ, ਵਿਰੋਧੀ ਦਾ ਜੇ ਗਲਬਾ ਲਾਉਣਾ ਹੈ ਤਾਂ ਉਹਦੇ ਪਹਿਲਾਂ ਉਹਦੇ ਨੈਰੇਟਿਵ ਦਾ ਗਲਬਾ ਲਾਓ, ਉਹਦੇ ਪੈਰਲਲ ਇੱਕ ਨੈਰੇਟਿਵ ਲੈ ਕੇ ਆਓ, ਉਹਨਾਂ ਦਾ ਨੈਰੇਟਿਵ ਭੰਨੋ। ਫਿਰ ਉਹ ਸਿਸਟੇਮੈਟਿਕਲੀ ਤੇ ਕੰਸਿਸਟੈਂਟਲੀ ਇਸ 'ਤੇ ਲੱਗ ਗਿਆ, ਜੋ ਵੀ ਬੋਲਦਾ ਸੀ ਕਿਤੇ ਵੀ। ਫਿਰ ਉਹਨੇ ਕੁਛ ਗੱਲਾਂ ਆਇਡੈਂਟੀਫਾਈ ਕਰ ਲਈਆਂ ਵੀ ਕਿੱਥੇ ਆ ਕੇ ਕਿਹੜੇ ਮੇਨ ਪੁਆਇੰਟ, ਸੇਲੀਐਂਟ ਫੀਚਰਸ ਨੇ ਜਿਹੜੇ ਉਹਨਾਂ ਦੇ ਨੈਰੇਟਿਵ ਦੇ ਹੈ, ਉਹ ਉਹਨੇ ਮਤਲਬ ਤੋੜਨੇ ਸ਼ੁਰੂ ਕੀਤੇ। ਉਹ ਸ਼ੁਰੂ ਇੱਥੋਂ ਹੋਇਆ, ਜਿਵੇਂ ਇਹ ਕਹਿ ਲਓ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ, ਆਮ ਧਾਰਨਾ ਇਹ ਸੀ ਕਿ ਇਹ ਨਿਰੋਲ ਕਿਸਾਨ ਮੰਗਾਂ 'ਤੇ ਹੈ, 3 ਬਿੱਲ ਹੈ, MSP ਦਾ ਮਸਲਾ ਹੈ। ਤੇ ਕਿਸਾਨ ਜਥੇਬੰਦੀਆਂ ਦੀ ਇਹ ਪੋਜੀਸ਼ਨ ਸੀ ਵੀ ਅਸੀਂ ਇਹਨੂੰ ਪੋਲੀਟੀਕਲ ਰੰਗਤ ਨਹੀਂ ਦੇਣੀ, ਅਸੀਂ ਇਹਨੂੰ ਇੱਥੋਂ ਤੱਕ ਹੀ ਸੀਮਤ ਰੱਖਣਾ ਹੈ। ਤੇ ਦੀਪ ਸਿੱਧੂ ਨੇ ਕਿਤੇ ਇਹ ਮਹਿਸੂਸ ਕਰ ਲਿਆ ਸੀ ਵੀ ਜੋ ਸਪੋਰਟ ਮਿਲ ਰਹੀ ਹੈ ਨਾ ਕਿਸਾਨ ਜਥੇਬੰਦੀਆਂ ਨੂੰ, ਇਹ ਮੰਗਾਂ ਤਾਂ ਇੱਕ ਬਹਾਨਾ ਬਣ ਗਈਆਂ ਜਿਹਦੇ ਥਰੂ ਲੋਕ ਆਪਦਾ ਭਾਵਨਾਵਾਂ ਪ੍ਰਗਟ ਕਰ ਰਹੇ ਨੇ। ਉਹ ਭਾਵਨਾਵਾਂ ਕੋਈ ਹੋਰ ਪਈਆਂ। ਇਹ ਚੀਜ਼ ਬੁੱਝਣੀ ਜਿਹੜੀ ਹੈ ਨਾ, ਇੱਕ ਤਾਂ ਚੀਜ਼ ਜਿਹੜੀ ਪ੍ਰਗਟ ਹੈ, ਸਾਹਮਣੇ ਆ ਰਹੀ ਹੈ, ਇੱਕ ਇਹ ਹੈ ਕਿ ਉਹਦੇ ਪਿੱਛੇ ਗੱਲ ਕੀ ਪਈ ਹੈ। ਪ੍ਰਗਟ ਉਹ ਭਾਵੇਂ ਜਿਵੇਂ ਮਰਜ਼ੀ ਹੋ ਜੇ। ਤੇ ਦੀਪ ਦੀ ਨੀਜ ਜਿਹੜੀ ਨਜ਼ਰ ਸੀਗੀ ਨਾ, ਜਿਹੜੀ ਉਹਦੀ ਸੁਰਤ ਸੀ, ਉੱਥੋਂ ਤੱਕ ਗਈ। ਸੰਘਰਸ਼ ਜਿੱਥੇ ਵੀ ਹੋਏ ਪੰਜਾਬ 'ਚ, ਜਿਨ੍ਹਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਪਾਰਟਿਸਿਪੇਸ਼ਨ ਕੀਤੀ, ਕੋਈ ਵੀ ਸੰਘਰਸ਼ ਆ ਉਹ ਇਸ ਕਿਸਾਨੀ ਤੋਂ ਬਿਨਾ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾ ਨਹੀਂ ਕੀਤਾ ਜਾਊ। ਕਿਸਾਨੀ ਤੋਂ ਬਿਨਾ ਜਾਂ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾ ਨਹੀਂ ਕੀਤਾ ਜਾਊ। ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਮਸਲੇ ਆ ਜਾਂ ਉਹਨਾਂ ਨੂੰ ਸੰਬੋਧਨ ਕੀਤੇ ਬਿਨਾ ਨਹੀਂ ਕੀਤਾ ਜਾਊ। ਉਹ ਫਿਰ ਉਹਨੇ ਬੜੀ ਛੇਤੀ ਸਮਝ ਲਿਆ ਕਿ ਗੁਰੂ ਸਾਹਿਬ ਨੇ ਸਾਡੀ ਜਿਵੇਂ ਸਿਰਜਣਾ ਕੀਤੀ ਸੀ, ਗੱਲ ਤਾਂ ਸਿੱਖ ਦੀ ਇੱਥੇ ਖੜੀ ਹੈ ਨਾ, ਜਿਵੇਂ ਸਿਰਜਣਾ ਕੀਤੀ ਸੀ ਉਹਦੇ ਵਿੱਚ ਤਾਂ ਇਹ ਸੀ ਕਿ ਉਹਨੂੰ ਇੱਕ ਸੋਵਰਨ ਦੇ ਤੌਰ ਤੇ, ਜਿਹੜਾ ਅਕਾਲ ਪੁਰਖ ਤੋਂ ਬਿਨਾਂ ਕਿਸੇ ਵੀ ਦੁਨਿਆਵੀ ਤਾਕਤ ਦੇ ਅਧੀਨ ਨਹੀਂ। ਅਕਾਲ ਤਖਤ ਦਾ ਮਤਲਬ ਹੀ ਇਹ ਹੈ, ਜਿਹੜਾ ਕਾਲ ਤੋਂ ਰਹਿਤ ਹੈ। ਦੁਨਿਆਵੀ ਤਖਤ ਕਾਲ ਤੋਂ ਰਹਿਤ ਨਹੀਂ, ਉਹ ਤਾਂ ਆਏ ਤੇ ਗਏ, ਉਹ ਕੋਈ ਸਦੀਵੀ ਨਹੀਂ। ਵੀ ਇਹ ਹੈ ਇੱਕ ਜਿਹੜਾ ਕਦੇ ਵੀ ਜਿੰਨਾ ਚਿਰ ਸ੍ਰਿਸ਼ਟੀ ਨੇ ਰਹਿਣਾ ਹੈ, ਇਹ ਬੇਨਸਨਹਾਰ ਨਹੀਂ, ਇਹ ਸਦੀਵੀ ਹੈ, ਅਮਰ ਹੈ, ਕਾਲ ਤੋਂ ਪਰੇ ਹੈ। ਸੋ ਇਸ ਦਾ ਮਤਲਬ ਕੀ ਹੈ? ਜਦੋਂ ਇਹਨੂੰ ਤੁਸੀਂ ਸਾਕਾਰ ਕਰਨਾ ਇੱਥੇ ਅਮਲ 'ਚ, ਤਾਂ ਇੱਕ ਕਨਸੈਪਟ ਹੀ ਹੈ ਨਾ। ਇਹ ਗੱਲਾਂ ਕਹੀ ਚਲੋ, ਇਹਦਾ ਕੋਈ ਫਾਇਦਾ ਨਹੀਂ। ਇਹਨੂੰ ਅਮਲ ਦੇ ਵਿੱਚ ਕਿਵੇਂ ਪ੍ਰਗਟ ਕਰਨਾ ਹੈ, ਉਹਨੇ ਮਹਿਸੂਸ ਕਰ ਲਿਆ ਵੀ ਇਹ ਤਾਂ ਅਕਾਲ ਤਖਤ ਦੀ ਗੱਲ ਵੀ ਕਰੀ ਜਾਂਦੇ ਨੇ, ਪਰ ਇਹ ਤਾਂ ਜਿਹੜੇ ਝੂਠੇ ਦੁਨਿਆਵੀ ਤਖਤ ਕਿਤੇ ਮਨ ਦੇ ਵਿੱਚ ਉਹਨਾਂ ਦੀ ਗੁਲਾਮੀ ਕਬੂਲ ਕਰੀ ਬੈਠਿਆ। ਜਦੋਂ ਸਾਡੇ ਕੋਲੋਂ ਸਾਡਾ ਰਾਜ ਗਿਆ, ਉਸ ਤੋਂ ਬਾਅਦ ਇੱਕ ਲੰਬੀ 150 ਸਾਲ ਦੀ ਗੁਲਾਮੀ ਸਾਡੇ ਗਲਾਂ 'ਚ ਪਈ।
ਜਿਹਨੂੰ ਕਰਦੇ ਪ੍ਰਤੱਖ ਰੂਪ 'ਚ ਅਸੀਂ ਸਮਝਿਆ ਹੀ ਨਹੀਂ। ਉਹਦੀ ਪਹਿਲੀ ਸਮਝ ਉਦੋਂ ਆਈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇਹ ਗੱਲ ਕੌਮ ਨੂੰ ਸਮਝਾਈ ਵੀ ਅਸੀਂ ਗੁਲਾਮ ਆ ਤੇ ਹਕੂਮਤ ਨੇ ਟੈਂਕ ਚੜਾਏ ਸਾਡੇ ਸਭ ਤੋਂ ਮੁਕੱਦਸ ਸਥਾਨ ਤੇ। ਇਹ ਗੱਲ ਪ੍ਰਤੱਖ ਰੂਪ 'ਚ ਸਾਡੇ ਸਮਝ ਆ ਗਈ ਵੀ ਜੇ ਇੱਥੋਂ ਤੱਕ ਜਾ ਸਕਦੇ ਆ ਫਿਰ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਖਾਸ ਕਰਕੇ ਪੜ੍ਹਿਆ ਲਿਖਿਆ ਵਰਗ ਸਭ ਤੋਂ ਵੱਧ। ਸੋ ਉਹਨੂੰ ਇਹ ਸੀ ਵੀ ਇਹ ਮੁੜ ਕੇ ਕੌਮ ਦੀ ਸੁਰਤ ਉੱਥੇ ਫੇਰ ਜੁੜੇ ਆ ਕੇ ਅਸਲੀ ਅਰਥ ਕੀ ਹੈ ਅਕਾਲ ਤਖਤ ਦਾ। ਸੋ ਦੁਨਿਆਵੀ ਤਖਤਾਂ ਨੂੰ ਉਹਨਾਂ ਦੀਆਂ ਉਹ ਕੀ ਅਸਲੀਅਤ ਉਹਨਾਂ ਦੀ ਕੀ ਹੈ, ਉਹ ਬੈਂਸਨਹਾਰ ਨੂੰ ਉਹ ਕੁਛ ਦੀ ਵੀ ਨਹੀਂ। ਉਹ ਵਕਤੀ ਖੇਡਾਂ ਜਗਤ ਦੀਆਂ, ਉਹ ਪਹਿਲਾਂ ਵੀ ਹੁੰਦੀਆਂ ਆਈਆਂ ਤੇ ਹੁੰਦੀਆਂ ਰਹਿਣਗੀਆਂ। ਉਹਨੂੰ ਉੱਥੋਂ ਤੱਕ ਰੱਖੋ ਤੇ ਤੁਹਾਡਾ ਜਿਹੜਾ ਹੈਗਾ ਸੁਰਤ ਉੱਥੇ ਜੁੜੇ ਜਾ ਕੇ ਅਕਾਲ ਤਖਤ ਨਾਲ। ਇਹ ਸੁਰਤ ਸਿੱਖ ਦੀ ਕਿਵੇਂ ਭਟਕਾਈ ਗਈ ਇਹ ਉਹਨੂੰ ਪਤਾ ਲੱਗ ਗਿਆ ਸੀ। ਉਹਨਾਂ ਨੇ ਇੱਕ ਨੈਰੇਟਿਵ ਹੈ ਸਿਰਜਿਆ ਜਿਹਦੇ ਨਾਲ ਸੁਰਤ ਭਟਕ ਗਈ ਸੀ। ਉਹ ਸੁਰਤ ਮੁੜ ਕੇ ਉੱਥੇ ਜੋੜਨੀ, ਉਹ ਉਹਨਾਂ ਦੇ ਨੈਰੇਟਿਵ ਨੂੰ ਸਿਸਟੇਮੈਟਿਕਲੀ ਉਹ ਤੋੜਨਾ। ਸੋ ਉੱਥੇ ਸ਼ੁਰੂ ਇੱਥੋਂ ਹੋਇਆ ਕਿ ਅਪੇਰੈਂਟਲੀ ਇਹ ਲੱਗਦਾ ਕਿ ਲੜਾਈ ਇਹਨਾਂ ਤਿੰਨ ਮੰਗਾਂ 'ਤੇ ਹੈ, ਤਿੰਨ ਬਿੱਲਾਂ 'ਤੇ ਤੇ MSP 'ਤੇ, ਪਰ ਇਹ ਹਕੀਕਤ ਨਹੀਂ। ਅਪੀਅਰੈਂਸ ਹੋਰ ਹੁੰਦਾ, ਰਿਐਲਿਟੀ ਹੋਰ ਹੁੰਦੀ ਹੈ। ਸੋ ਦੇਅਰ ਇਜ਼ ਆਲਵੇਜ਼ ਏ ਗੈਪ ਬਿਟਵੀਨ ਅਪੀਅਰੈਂਸ ਐਂਡ ਰਿਐਲਿਟੀ। ਆਮ ਜਿਹੜੀ ਨਜ਼ਰ ਹੈ ਉਹ ਅਪੀਅਰੈਂਸ ਪਿੱਛੇ ਜਾਂਦੀ ਹੈ। ਸੋ ਉਹਦਾ ਇਹ ਸੀ ਕਿ ਗੱਲ ਤਾਂ ਇਹਦੋਂ ਪਿੱਛੇ ਖੜੀ ਹੈ ਕੋਈ, ਜਿੱਥੇ ਉਹਨੇ ਫਿਰ ਕਿਹਾ ਵੀ ਗੱਲ ਤਾਂ ਹੋਂਦ ਦੀ ਹੈ, ਸਾਡੀ ਹੋਂਦ ਖਤਰੇ 'ਚ ਹੈ। ਕਿਸਾਨੀ ਸੰਘਰਸ਼ ਚੋਂ ਲੰਘ ਕੇ ਆਏ ਆ, 1.5 ਸਾਲ ਸਾਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਵੀ ਜਿੱਤ ਕੇ ਆਈਏ, ਉਦੋਂ ਬਿਨਾਂ ਘਰਾਂ ਨੂੰ ਨਹੀਂ ਜਾਣਾ। ਜਿੱਤ ਕੇ ਵੀ ਸਾਡੇ ਪੱਲੇ ਕੁਛ ਨਹੀਂ ਪਿਆ ਕਿਉਂਕਿ ਲੀਡਰਸ਼ਿਪ 'ਚ ਘਾਟ ਰਹੀ, ਕਿਉਂਕਿ ਲੀਡਰ ਉਹ ਬਣਾਤੇ ਜਿਹੜੇ ਕਹਿੰਦੇ ਸਾਡੇ ਕੋਲੇ 40 ਸਾਲ ਦਾ ਤਜਰਬਾ ਤਾਂ ਹੈ ਪਰ ਕੁਝ ਸਿਰਜਣ ਦਾ ਕਦੇ ਉਹਨਾਂ ਨੇ ਦੱਸਿਆ ਨਹੀਂ ਸਾਨੂੰ ਵੀ 40 ਸਾਲਾਂ 'ਚ ਉਹਨਾਂ ਨੇ ਸਿਰਜ ਕੇ ਕੀ ਦਿੱਤਾ ਸਾਨੂੰ। ਐਡਾ ਵੱਡਾ ਸੰਘਰਸ਼ ਹੋਵੇ ਸਾਡੇ ਕਰਜ਼ੇ ਨਾ ਮਾਫ ਹੋਣ, ਐਡਾ ਵੱਡਾ ਸੰਘਰਸ਼ ਹੋਵੇ ਸਾਨੂੰ ਕੋਈ ਖੇਤੀਬਾੜੀ ਦਾ ਮਾਡਲ ਨਾ ਮਿਲ ਸਕੇ, ਐਡਾ ਵੱਡਾ ਸੰਘਰਸ਼ ਹੋਵੇ ਸਾਨੂੰ ਕਿਸੇ ਤਰ੍ਹਾਂ ਦੀ ਸਬਸਿਡੀਜ਼ ਨਾ ਮਿਲਣ, ਜਾਂ ਸਾਡੇ ਉਹਨਾਂ ਬੰਦੀ ਸਿੰਘਾਂ ਦੀ ਗੱਲ ਨਾ ਹੋਵੇ ਜਿਹੜੇ ਸਾਡੀ ਕੌਮੀਅਤ ਖਾਤਰ 25 ਸਾਲਾਂ ਤੋਂ ਅੰਦਰ ਬੈਠੇ ਆ। ਫਿਰ ਵੀ ਅਸੀਂ ਖੇਡ ਸਮਝੀ ਬੈਠੇ ਆ, ਜੋ ਕੁਝ ਚੱਲਦਾ ਉਹ ਖੇਡ ਆ। ਇਹ ਖੇਡ ਤੋਂ ਬਹੁਤ ਗੰਭੀਰ ਆ ਗੱਲ। ਆਉਣ ਵਾਲਾ ਸਮਾਂ ਬੜਾ ਸੁਖਾਵਾਂ ਨਹੀਂ ਆ। ਉਹ ਸਮੇਂ ਨੇ ਸਾਡੇ ਘਰਾਂ 'ਚ ਵੜਨਾ। ਹੁਣ ਲੜਾਈ ਨੇ ਤੁਹਾਨੂੰ ਗੁਲਾਮੀ ਦਾ ਅਹਿਸਾਸ ਇਸ ਕਦਰ ਕਰਾਉਣਗੇ ਵੀ ਤੁਹਾਡੀ ਗੈਰਤ ਮਾਰਨਗੇ। ਜਿਹੜੇ ਹਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਖਾਤਰ ਹੋ ਰਹੇ ਆ ਉਹ ਤੁਹਾਡੀ ਗੈਰਤ ਮਾਰਨ ਖਾਤਰ ਹੀ ਹੈ। ਤੁਹਾਨੂੰ ਲੱਗਦਾ ਵੀ ਇਹ ਬੇਅਦਬੀ ਹੋ ਜਾਂਦੀ ਹੈ ਗੁਰੂ ਸਾਹਿਬ ਦੀ, ਇਹ ਕੋਈ ਐਂ ਆਪਾਂ ਨੂੰ ਕਹਿ ਦਿੱਤਾ ਜਾਂਦਾ ਨਾ ਵੀ ਦਿਮਾਗ 'ਚ ਫਰਕ ਸੀ ਉਹ ਕਰ ਗਿਆ। ਇਹ ਤਾਂ ਉਹ ਗੱਲ ਹੋ ਗਈ ਵੀ ਕੋਈ ਅੰਨਾ ਬੰਦਾ ਤੇ ਉਹ ਵਿੰਨ ਕੇ ਨਿਸ਼ਾਨਾ ਮਾਰਦਾ, ਹਰ ਵਾਰ ਨਿਸ਼ਾਨੇ ਤੇ ਜਾ ਕੇ ਲੱਗਦਾ ਵੀ ਉਹਨੂੰ ਗੁਰਦੁਆਰਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਥਿਆਉਂਦੇ ਆ ਜਿਹੜੇ ਬੰਦੇ ਦੇ ਦਿਮਾਗ 'ਚ ਫਰਕ ਆ। ਇਹ ਸਾਰੀਆਂ ਖੇਡਾਂ ਜਿਹੜੀਆਂ ਚੱਲ ਰਹੀਆਂ ਇਹ ਤੁਹਾਡੀ ਗੈਰਤ ਤੇ ਹਮਲੇ ਆ ਵੀ ਇਹ ਰਿਐਕਟ ਕਰਨੋਂ ਹੀ ਹਟ ਜਾਣ। ਕਿਸਾਨ ਜਥੇਬੰਦੀਆਂ ਦੇ ਨੈਰੇਟਿਵ 'ਚ ਸਿਰਫ ਇਹ ਸੀ ਸਾਡੀਆਂ ਜ਼ਮੀਨਾਂ ਖੁੱਸ ਜਾਣਗੀਆਂ, ਸਾਨੂੰ ਫਸਲਾਂ ਦੇ ਭਾਅ ਨਹੀਂ ਮਿਲਣੇ। ਉਹ ਕਹਿੰਦਾ ਸੀ ਵੀ ਸਿਰਫ ਇੰਨੀ ਗੱਲ ਨਹੀਂ, ਜ਼ਮੀਨਾਂ ਹੀ ਨਹੀਂ ਖੁੱਸਣਗੀਆਂ, ਸਾਡੀਆਂ ਜ਼ਮੀਰਾਂ ਵੀ ਖੁੱਸਣਗੀਆਂ। ਤੇ ਇਕੱਲੇ ਫਸਲਾਂ ਦੇ ਭਾਅ ਨਹੀਂ, ਸਾਡੀਆਂ ਫਸਲਾਂ ਖਾਤਰੇ ਮੂੰਹ ਨਹੀਂ, ਸਾਡੀਆਂ ਨਸਲਾਂ ਖਾਤਰੇ ਮੂੰਹ ਹੈ। ਇਹ ਸੀ ਜਿੱਥੇ ਜਾ ਕੇ ਉਹਨੇ ਫਿਰ ਇਹਨੂੰ ਹੋਂਦ ਦਾ, ਸਿੱਖ ਦੀ ਹੋਂਦ ਕੀ ਹੈ, ਉਹਨੂੰ ਸਿਰਜਿਆ ਕਿਵੇਂ ਗਿਆ। ਤੇ ਜੇ ਸਿੱਖ ਦੀ ਉਹ ਸੁਰਤ ਨਹੀਂ ਫਿਰ ਤਾਂ ਵਜੂਦ ਹੀ ਆ ਨਾ ਇੱਕ, ਜਿਵੇਂ ਬਾਕੀ ਸਰੀਰ ਨਹੀਂ ਵੀ ਸਿੱਖ ਮਹਿਜ ਇੱਕ ਸਰੀਰ ਨਹੀਂ।
ਸੋ ਇਸ ਕਰਕੇ ਵੀ ਇਹ ਜਿੱਥੋਂ ਅਸੀਂ ਟੁੱਟ ਗਏ ਹਾਂ, ਜਿੱਥੋਂ ਅਸੀਂ ਭਟਕ ਗਏ ਹਾਂ, ਉਹਨਾਂ ਨੇ ਹੁਣ ਤੱਕ ਪੂਰਾ ਜ਼ੋਰ ਲਾ ਕੇ ਸਾਨੂੰ ਭਟਕਾ ਲਿਆ ਹੈ। ਤੇ ਹੁਣ ਸਾਡੀ ਰਹਿੰਦੀ ਖੂੰਹਦੀ ਤਾਕਤ ਵੀ ਆ ਬਿੱਲਾਂ ਰਾਹੀਂ ਜਾਂ MSP ਰਾਹੀਂ, ਉਹ ਵੀ ਤੋੜਨਾ ਚਾਹੁੰਦੇ ਆ। ਤੇ ਇਸ ਕਰਕੇ ਵੀ ਨਿਸ਼ਾਨਾ ਅਸਲ ਕਿੱਥੇ ਹੈ, ਸ਼ਿਸ਼ਤ ਉਹਨਾਂ ਦੀ ਦੁਗਾਹਾਂ ਹੈ, ਉਹ ਸਾਡੀ ਹੋਂਦ ਖਤਮ ਕਰਨਾ ਚਾਹੁੰਦੇ ਨੇ। ਤਾਂ ਅਸਿਮੀਲੇਸ਼ਨ ਹੋਊ, ਨਹੀਂ ਸਿੱਖ ਦੀ ਅਸਿਮੀਲੇਸ਼ਨ ਹੋ ਹੀ ਨਹੀਂ ਸਕਦੀ। ਉਹਦਾ ਸਿੱਖ ਕਰੈਕਟਰ ਬਦਲ ਦੇਣਾ। ਇਹ ਸੀ ਉਹਨੇ ਉਹ ਗੇਮ ਬੁੱਝ ਲਈ ਸਾਰੀ ਉਹਨਾਂ ਦੀ ਅਸਿਮੀਲੇਸ਼ਨ ਦੀ, ਕਿ ਟੂਲ ਕੀ ਹੈ। ਆਪਾਂ ਹੁਣ ਕਹੀ ਚੱਲੀਏ, ਸਾਨੂੰ ਇਹ ਤਾਂ ਹੁਣ 1 ਸਦੀ ਤੋਂ 1.5 ਸਦੀ ਤੋਂ ਸਿੱਖ ਕਹਿੰਦੇ ਆ ਰਹੇ ਹਨ, ਇਹ ਖਾਰਾ ਸਮੁੰਦਰ ਹੈ, ਇਹ ਵੱਖਰਾ ਕਿਸੇ ਨੂੰ ਪ੍ਰਵਾਨ ਨਹੀਂ ਕਰਦੇ, ਇਹ ਸਾਨੂੰ ਆਪਦੇ ਵਿੱਚ ਜਜ਼ਬ ਕਰਨਾ ਚਾਹੁੰਦੇ ਨੇ। ਤਾਂ ਤੁਸੀਂ ਪੁਰਾਣੇ ਅਕਾਲੀ ਆਗੂ ਜਿਹੜੇ ਨੇ ਨਾ, ਮੋਰਚਿਆਂ ਵੇਲੇ ਵੀ ਨਨਕਾਣਾ ਸਾਹਿਬ ਦੇ ਜਾਂ ਦੂਜਿਆਂ ਦੇ ਗੁਰੂ ਕਾ ਬਾਗ ਦਾ ਮੋਰਚਾ, ਉਦੋਂ ਤੋਂ ਇਹ ਨੈਰੇਟਿਵ ਚੱਲ ਰਿਹਾ ਹੈ। ਜਾਂ ਸਿੰਘ ਸਭਾ ਲਹਿਰ ਦਾ ਸੀ ਗਈ ਇਹੀ, ਜਿੱਥੇ ਆਮ ਹਿੰਦੂ ਨਹੀਂ, ਵੀ ਸਾਡੀ ਇਹ ਹੋਂਦ ਹੀ ਪ੍ਰਵਾਨ ਵੱਖਰੀ ਨਹੀਂ ਕਰ ਰਹੇ, ਸਾਡੀ ਵੱਖਰੀ ਹਸਤੀ ਨਹੀਂ ਮੰਨ ਰਹੇ। ਉਹਨੇ ਉਸ ਕੰਟੀਨਿਊਟੀ 'ਚ ਦੇਖਿਆ ਉਹਨੂੰ। ਸਿਰਫ ਇੰਨੀ ਗੱਲ ਕਹੀ ਹੈ ਕਿ ਸਾਡੀ ਇਹ ਹਸਤੀ ਪ੍ਰਵਾਨ ਨਹੀਂ ਕਰਦੇ, ਸਾਡੀ ਹਸਤੀ ਖਤਮ ਕਰਨਾ ਚਾਹੁੰਦੇ ਹਨ। ਜਿੰਨਾ ਚਿਰ ਉਹ ਟੂਲ ਨਹੀਂ ਸਮਝ ਆਊ, ਕਿਸ ਟੂਲ ਰਾਹੀਂ ਤੁਸੀਂ ਉਹਨੂੰ ਰੋਕ ਨਹੀਂ ਸਕੋਗੇ, ਤੁਸੀਂ ਉਹਦੇ ਖਿਲਾਫ ਫਾਈਟ ਨਹੀਂ ਦੇ ਸਕੋਗੇ। ਉਹਨੇ ਉਹ ਟੂਲ ਬੁੱਝ ਲਏ। ਜੀ ਹਾਂ। ਤੇ ਜੇ ਆਪਾਂ ਦੇਖੀਏ ਕਿ ਕਈ ਜਿਹੜੇ ਬੋਲੇ ਹੈਗੇ ਉਹ ਸਾਡੇ ਪੁਰਾਤਨ ਗ੍ਰੰਥਾਂ ਦੇ ਵਿੱਚ ਈਵਨ ਕਿ 18ਵੀਂ ਸਦੀ 'ਚ ਉਹਨਾਂ ਦਾ ਬਹੁਤ ਜ਼ਿਆਦਾ ਜ਼ਿਕਰ ਮਿਲਦਾ ਹੈ, ਪਰ ਬਾਅਦ ਦੇ ਵਿੱਚ ਕਈ ਕਿਤੇ ਨਾ ਕਿਤੇ ਜਿਹੜਾ ਹੈ ਉਹ ਖੁੱਸ ਜਾਂਦੇ ਨੇ। ਉਸ ਦੇ ਵਿੱਚ ਪਾਤਸ਼ਾਹੀ ਦਾਅਵੇ ਦੀ ਜਿਹੜੀ ਗੱਲ ਹੈ ਉਹ ਬੜੀ ਉੱਭਰ ਕੇ ਸਾਹਮਣੇ ਆਈ। ਦੀਪ ਦੇ ਬੋਲਾਂ ਦੇ ਵਿੱਚ ਦੁਬਾਰਾ ਆਪਾਂ ਦੇਖਿਆ ਕਿ ਨੌਜਵਾਨ ਇਹ ਵਰਡ ਨੂੰ ਯੂਜ਼ ਕਰਨ ਲੱਗ ਪਏ ਨੇ। ਅਸਲ ਦੇ ਵਿੱਚ ਹੈ ਕੀ ਹੈ ਇਹ ਪਾਤਸ਼ਾਹੀ ਦਾਅਵਾ, ਇਹਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ? ਹੁਣ ਪਾਤਸ਼ਾਹੀ ਦਾਅਵਾ ਤਾਂ 10ਵੇਂ ਪਾਤਸ਼ਾਹ ਦਾ ਦਿੱਤਾ ਨਾ ਸਾਨੂੰ, ਜਾਂ ਤਾਂ ਸਾਡਾ ਗੁਰੂ ਗਲਤ ਸੀ ਜਿਹੜਾ ਸਾਨੂੰ ਪਾਤਸ਼ਾਹੀ ਦਾਅਵਾ ਦੇ ਗਿਆ। ਜਦੋਂ ਆਪਦਾ ਅਸੀਂ ਰਾਜ ਮੰਗਦੇ ਆ ਜਾਂ ਆਪਦੇ ਰਾਜ ਦੀ ਗੱਲ ਕਰਦੇ ਆ, ਇਸ ਆਈਡੀਏ ਨੂੰ ਕ੍ਰਿਮੀਨਲਾਈਜ਼ ਕਰਤਾ ਸਾਡੇ ਮਨਾਂ 'ਚ, ਉਹਨੂੰ ਐਂ ਬਣਾਤਾ ਵੀ ਇਹ ਜੇ ਗੱਲ ਕਰੋਗੇ ਨਾ ਇਹ ਤਾਂ ਗੈਰ ਕਾਨੂੰਨੀ ਗੱਲ ਹੈ। ਫਿਰ ਪਾਤਸ਼ਾਹੀ ਦਾਅਵਾ ਜੇ ਗੁਰੂ ਦੇ ਗਿਆ, ਜੇ ਗੱਲ ਇਹ ਗੈਰ ਕਾਨੂੰਨੀ ਆ, ਫਿਰ ਤਾਂ ਸਾਡਾ ਗੁਰੂ ਗਲਤ ਸੀ। ਫਿਰ ਅੱਜ ਦੀ ਜਿਹੜੀ ਵੈਸਟ ਦੀ ਸੁਸਾਇਟੀ, ਵੈਸਟ ਦੀ ਡੈਮੋਕ੍ਰੇਸੀ, ਇਹ ਜਿਹੜੀ ਜਮਹੂਰੀਅਤ ਕਿੱਥੋਂ ਆਈ ਆ? ਇਹ ਵੈਸਟ ਤੋਂ ਆਈ ਆ। ਉਹ ਅੰਗਰੇਜ਼ੀ 'ਚ ਇੱਕ ਗੱਲ ਕਹਿੰਦੇ ਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਜਿਹੜਾ ਆਪਦਾ ਰਾਜ ਕੋਈ ਕੌਮ ਜੇ ਮੰਗੇ, ਉਹ ਤਾਂ ਮਾਣ ਵਾਲੀ ਗੱਲ ਹੁੰਦੀ ਆ, ਉਹ ਅੱਖ ਨੀਵੀਂ ਪਾਉਣ ਵਾਲੀ ਗੱਲ ਨਹੀਂ। ਇਹ ਤਾਂ ਬੜਾ ਪਾਕ ਤੇ ਪਵਿੱਤਰ ਜਜ਼ਬਾ। ਦੇਖੋ, ਜਿੰਨੀ ਕੁ ਮੇਰੀ ਬੁੱਧੀ ਹੈ, ਮੈਂ ਤੈਨੂੰ ਇਹ ਸਮਝਦਾ ਕਿ ਪਾਤਸ਼ਾਹੀ ਦਾਅਵੇ ਦਾ ਮਤਲਬ ਇਹ ਹੈ ਕਿ ਸਿੱਖ ਦੀ ਜਿਹੜੀ ਜੱਦੋ ਜਹਿਦ ਹੈ, ਸਟਰਗਲ ਹੈ, ਉਹ ਕੋਈ ਦੁਨਿਆਵੀ ਗੇਨ ਲੈਣ ਵਾਸਤੇ ਨਹੀਂ ਕਰਨੀ। ਫਿਰ ਤਾਂ ਨਿਆਰਾਪਣ ਕੀ ਹੋਇਆ, ਵੱਖਰਾ ਕੀ ਹੋਇਆ ਦੂਜੀਆਂ ਕੌਮਾਂ ਨਾਲੋਂ? ਕਿਉਂਕਿ ਇਹ ਸਾਰੀ ਦੁਨੀਆ ਹੀ ਲੜ ਰਹੀ ਹੈ ਦੁਨਿਆਵੀ ਗੇਨਸ ਵਾਸਤੇ, ਤੇ ਰਾਜ ਉਹਦੀ ਸਿਖਰਲੀ ਰੂਪ ਹੈ ਤਾਂ ਉਹ ਇੱਕ ਦੁਨਿਆਵੀ ਲਸਟ ਨਾ, ਜਾਂ ਲੋੜ ਵੀ ਹੈ। ਚੱਲ ਆਪਦੇ ਤੁਸੀਂ ਕੁਛ ਹਿੱਤਾਂ ਨੂੰ ਪ੍ਰਜਰਵ ਕਰਨ ਵਾਸਤੇ, ਪਰ ਕਿਹੜੇ ਮਟੀਰੀਅਲਿਸਟ ਇੰਟਰਸਟ, ਉਹਨਾਂ ਨੂੰ ਪ੍ਰਜਰਵ ਕਰਨ ਵਾਸਤੇ ਵੀ ਰਾਜ ਦੀ ਲੋੜ ਹੁੰਦੀ ਹੈ। ਤੇ ਸਾਰੀਆਂ ਕੌਮਾਂ ਇਹੀ ਕਰਦੀਆਂ, ਰਾਜ ਵਾਸਤੇ ਸਾਰੀ ਦੁਨੀਆ ਦੀਆਂ ਕੌਮਾਂ ਲੜਦੀਆਂ। ਇਕੱਲਾ ਇੰਨੀ ਗੱਲ ਕਾਫੀ ਨਹੀਂ। ਸੋ ਦੀਪ ਸਿੱਧੂ ਦਾ ਇਹ ਸੀ ਵੀ ਇਹਨੂੰ ਉੱਥੋਂ ਤੱਕ ਰਿਡਿਊਸ ਨਾ ਕਰੋ, ਇਟ ਇਜ਼ ਸਮਥਿੰਗ ਐਲਸ। ਇਹਦਾ ਜਿਹੜਾ ਮਹੱਤਵ ਹੈ ਉਹ ਜਿੰਨਾ ਚਿਰ ਇਹਦਾ ਅਧਿਆਤਮਕ ਰਹੱਸ ਨਹੀਂ ਸਮਝ ਆਊ ਸਾਨੂੰ, ਉਨਾ ਚਿਰ ਨਹੀਂ ਕਿ ਸਿੱਖ ਦੇ ਜੀਵਨ ਦਾ ਮਨੋਰਥ ਤੇ ਉਹਦਾ ਸਫ਼ਰ ਕੀ ਹੈ। ਇੱਥੇ ਉਹ ਕਿਸੇ ਦੁਨਿਆਵੀ ਗੇਣ ਵਾਸਤੇ ਨਹੀਂ ਸਿੱਖ ਜਾਉਂਦਾ। ਜੋ ਸਿਰਜਿਆ ਗਿਆ ਸਿੱਖ, ਜੇ ਉਹ ਦੁਨਿਆਵੀ ਖੇਡਾਂ 'ਚ ਉਲਝਦਾ ਹੈ, ਫਿਰ ਉਹ ਗੁਰੂ ਤੋਂ ਬੇਮੁਖ ਹੁੰਦਾ, ਭਟਕਦਾ ਹੈ। ਸੋ ਉਹਦਾ ਮਨੋਰਥ ਤਾਂ ਇਹ ਹੈ ਕਿ ਗੁਰੂ 'ਚ ਅਭੇਦ ਹੋਣਾ,
ਤੇ ਗੁਰੂ 'ਚ ਭੇਦ ਹੋਣ ਵਾਸਤੇ ਬਹੁਤ ਲੰਮੀ ਸਾਧਨਾ ਚਾਹੀਦੀ ਹੈ। ਮਨੋਵਿਕਾਰਾਂ ਤੋਂ ਪੂਰਨ ਤੌਰ ਤੇ ਮੁਕਤ ਹੋਣਾ ਪਊਗਾ। ਇਹ ਪੋਸੀਬਲ ਨਹੀਂ। ਤੁਹਾਡੇ ਮਨੋਵਿਕਾਰ ਵੀ ਨੇ, ਮਨ 'ਚ ਲੋਭ, ਲਾਲਚ, ਹੰਕਾਰ, ਕੁਛ ਵੀ, ਇਹ ਸਾਰਾ ਕੁਛ ਵੀ ਹੈ, ਹਉਮੈ ਵੀ ਹੈ। ਫਿਰ ਤੁਸੀਂ ਉੱਥੇ ਕਿਵੇਂ ਪ੍ਰਵਾਨ ਹੋ ਸਕਦੇ ਹੋ ਉਸ ਦਰ ਤੇ ਜਾ ਕੇ? ਸੋ ਸਿੱਖ ਦੇ ਜੀਵਨ ਦਾ ਮਨੋਰਥ ਹੀ ਇਹ ਹੈ, ਅਲਟੀਮੇਟਲੀ ਉਹਨੇ ਸੱਚੇ ਦਰ ਤੇ ਜਾ ਕੇ ਪ੍ਰਵਾਨ ਹੋਣਾ। ਤੇ ਉਹਦੇ ਵਾਸਤੇ ਫਿਰ ਨਿਰਮਲ ਕਰਦਾ ਆਪਦੇ ਆਪ, ਜਿਹਦੇ 'ਚੋਂ ਫਿਰ ਨਾਮ ਅਭਿਆਸ ਦੀ ਗੱਲ ਉੱਠਦੀ ਹੈ। ਇਹ ਕੋਈ ਮਕੈਨੀਕਲ ਜਾਂ ਟੈਕਨੀਕਲ ਗੱਲ ਨਹੀਂ, ਇਹਦੇ ਅਰਥ ਬੜੇ ਡੂੰਘੇ ਆ। ਤੇ ਇਸ ਕਰਕੇ ਉਹਨੇ ਇਹ ਗੱਲ ਬੁੱਝ ਲਈ ਸੀ। ਉਹ ਪਾਤਸ਼ਾਹੀ ਦਾਅਵੇ ਦਾ ਮਤਲਬ ਇਹ ਸੀ, ਤੁਸੀਂ ਜਦੋਂ ਉਸ ਅਧਿਆਤਮਕ ਅਵਸਥਾ ਤੇ ਪਹੁੰਚ ਗਏ, ਉਦੋਂ ਦੁਨਿਆਵੀ ਰਾਜ, ਦੁਨਿਆਵੀ ਪ੍ਰਾਪਤੀਆਂ ਇਹ ਬੜੀਆਂ ਛੋਟੀਆਂ ਲੱਗਦੀਆਂ। ਲੋੜ ਹੈ ਉਦੋਂ ਤੁਸੀਂ ਰਾਜ ਵੀ ਲੈ ਲਓਗੇ, ਰਾਜ ਤੁਹਾਡੇ ਵਾਸਤੇ ਇੱਕ ਕਢਾਉਣੇ ਤੋਂ ਵੱਧ ਕੁਛ ਨਹੀਂ ਹੋਊਗਾ। ਜਿੱਦੇ ਛੱਡਣਾ ਪੈ ਗਿਆ ਸਕਿੰਟ ਲਾਓਗੇ। ਸੋ ਦਸਮ ਪਾਤਸ਼ਾਹ ਦਾ ਸਾਰਾ ਜਿਹੜਾ ਅਨੰਦਪੁਰ ਸਾਹਿਬ ਦਾ ਜੀਵਨ ਹੈ, ਉਹਦੇ 'ਚ ਬਹੁਤ ਕੁਛ ਦੁਨਿਆਵੀ ਖੇਡਾਂ ਵੀ ਹੈਗੀਆਂ। ਸ਼ਿਕਾਰ ਕਰਨਾ, ਮਹਿੰਗੀਆਂ ਚੀਜ਼ਾਂ ਲੋਕ ਭੇਟ ਕਰ ਰਹੇ ਨੇ, ਚਾਨਣੀ ਜਿਵੇਂ, ਪ੍ਰਸਾਦੀ ਹਾਥੀ, ਉਹ ਸਾਰੀਆਂ ਇੱਕ ਵੱਡੀਆਂ ਚੀਜ਼ਾਂ ਨਾ ਜਿਹੜੀਆਂ ਆਮ ਬੰਦੇ ਦਾ ਲਸਟ ਹੈ। ਜਿਹਤੋਂ ਪਹਾੜੀ ਰਾਜਿਆਂ ਦੇ ਮਨਾਂ 'ਚ ਲਾਲਚ ਜਾਗ ਗਿਆ ਵੀ ਹਾਥੀ ਸਾਨੂੰ ਦੇ ਦੇ, ਚਾਨਣੀ ਸਾਨੂੰ। ਉਹਨਾਂ ਨੂੰ ਤਾਂ ਇਹੀ ਹੁੰਦਾ ਨਾ, ਜਿਹੜੀ ਚੀਜ਼ ਚੰਗੀ ਹੈ ਉਹ ਮੇਰੇ ਕੋਲੇ ਹੋਣੀ ਚਾਹੀਦੀ, ਇਹਦੇ ਕੋਲੇ ਕਿਉਂ ਹੈ? ਸੋ ਉਹ ਤਾਂ ਉਹਨਾਂ ਦੀ ਉਹ ਸੀ, ਉੱਥੋਂ ਤੱਕ ਉਹਨਾਂ ਨੇ ਮਤਲਬ ਹੋ ਸੀਗਾ। ਪਰ ਗੁਰੂ ਸਾਹਿਬ ਨੂੰ ਤਾਂ ਪਤਾ ਸੀ ਇਹ ਤਾਂ ਇੱਕ ਵਕਤ ਦੀਆਂ ਖੇਡਾਂ ਹੈ। 52 ਕਵੀ ਵੀ ਉਹ ਤਾਂ ਜੋ ਇੱਕ ਹੁੰਦਾ ਉੱਥੇ ਵੀ ਉਹ ਉਸ ਤਰ੍ਹਾਂ ਦਾ। ਤੇ ਉਹਨਾਂ ਨੂੰ ਪਤਾ ਸੀ ਛੱਡਣੀਆਂ ਮੈਂ ਸਾਰਾ ਕੁਝ ਇੱਥੇ ਰਹਿਣਾ ਹੈ। ਸੋ ਜਦੋਂ ਤੁਰੇ ਨਾ ਉਹ ਉੱਥੋਂ, ਉਹ ਸਭ ਕੁਛ ਤਿਆਗਤਾ ਸੀ ਵੀ। ਜਿਹੜੀਆਂ ਚੀਜ਼ਾਂ ਇੱਥੋਂ ਤੱਕ ਹੀ ਸੀ ਬਸ ਉਹ ਛੱਡਤੀਆਂ। ਜਿਹੜਾ ਇਹ ਕਹਿੰਦੇ ਨਾ ਮਾਤਾ ਗੁਜਰੀ ਕੋਲੇ ਮੋਹਰਾਂ ਦੀ ਥੈਲੀ ਸੀ, ਜੇ ਸੀ ਵੋ ਸੀ, ਮੇਰਾ ਖਿਆਲ ਨਹੀਂ ਹੈ ਪੋਸੀਬਲ। ਉਹ ਤਾਂ ਸਾਡੀ ਇੱਕ ਆਮ ਦੁਨਿਆਵੀ ਮੱਤ ਹੈ, ਜੋ ਵੀ ਜਦੋਂ ਵੀ ਬੰਦੇ ਘਰ ਛੱਡਦਾ ਆਪਦਾ, ਉਹ ਆਪਦੀਆਂ ਕੀਮਤੀ ਚੀਜ਼ਾਂ ਨਾਲ ਬਣਦਾ। 1947 'ਚ ਵੀ ਜਿਹੜੇ ਘਰ ਛੱਡ ਕੇ ਆਏ, ਉਹ ਡੰਗਰ ਪੁੱਛ ਤਾਂ ਲਿਆ ਨਹੀਂ ਸਕਦੇ ਸੀ, ਮੰਜੇ ਬਿਸਤਰੇ ਨਹੀਂ ਸੀ ਚੁੱਕ ਸਕਦੇ, ਘਰ ਨਹੀਂ ਸੀ ਚੁੱਕ ਸਕਦੇ, ਪਰ ਜੋ ਟੂਮਾਂ ਗਹਿਣੇ ਸੀ ਉਹ ਉਹਨਾਂ ਨੇ ਚੁੱਕ ਲਏ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਗੁਰੂ ਸਾਹਿਬ ਵਾਸਤੇ ਤਾਂ ਕੋਈ ਅਹਿਮੀਅਤ ਹੀ ਨਹੀਂ ਸੀ। ਉਹਨਾਂ ਨੇ ਉਹੀ ਚੀਜ਼ ਲਿਜਾਣੀ ਸੀ ਜਿਹੜੀ ਲਿਜਾਣ ਵਾਲੀ ਸੀ, ਲਿਜਾਣ ਦੇ ਯੋਗ ਸੀ। ਉਹ ਵੀ ਉਹਨਾਂ ਨੂੰ ਪਤਾ ਸੀ ਵੀ ਉਹ ਵੀ ਨਹੀਂ ਰਹਿਣੀਆਂ, ਆਪਦੇ ਪੁੱਤਰ ਵੀ ਨਹੀਂ ਰਹਿਣੇ, ਜੋ ਸਾਰਾ ਉਹਨਾਂ ਨੂੰ ਦਿਸ ਰਿਹਾ ਸੀ ਅੱਗੇ। ਕਿਉਂਕਿ ਮੇਰੀ ਇਹ ਧਾਰਨਾ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਨੂੰ ਗ੍ਰੰਥ ਸਾਹਿਬ ਨੂੰ ਗੁਰਿਆਈ ਬਖਸ਼ਣੀ ਹੈ, ਤੇ ਜਿਹੜੀ ਇਹ ਕਹਿ ਲਓ ਕਿ ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਕਰਨੀ ਹੈ, ਮਨੁੱਖੀ ਜਾਮੇ 'ਚ ਕੋਈ ਗੁਰੂ ਨਹੀਂ ਹੋਊ, ਇਹ ਸ਼ਬਦ ਗੁਰੂ ਹੋਊ, ਤਾਂ ਉਹਦੇ ਵਾਸਤੇ ਇਹ ਜ਼ਰੂਰੀ ਸੀ ਕਿ ਗੁਰੂ ਸਾਹਿਬ ਦੇ ਖੂਨ 'ਚੋਂ ਉਪਜੀ ਕੋਈ ਵੀ ਨਿਸ਼ਾਨੀ ਉਹ ਨਹੀਂ ਬਚਣੀ ਚਾਹੀਦੀ। ਸਾਹਿਬਜ਼ਾਦਿਆਂ ਨੇ ਸ਼ਹੀਦ ਹੋਣਾ ਹੀ ਸੀ। ਕਹਿੰਦੇ ਗੁਰੂ ਸਾਹਿਬ ਨੇ ਕਿਵੇਂ ਚੱਲ ਲਿਆ, ਚੱਲ ਕੀ ਲਿਆ ਉਹ ਤਾਂ ਪਤਾ ਸੀ। ਇਹ ਤਾਂ ਆਪਣੀ ਸੋਚ ਹੈ ਨਾ ਜੀ, ਵੀ ਅਚਾਨਕ ਕੋਈ ਇਹੀ ਜੀ ਗੱਲ ਵਾਪਰ ਗਈ। ਐਜ਼ ਏ ਮਨੁੱਖ ਹੋ ਕੇ ਜਦੋਂ ਅਸੀਂ ਦੇਖਦੇ ਜਦੋਂ ਮਨੁੱਖ ਹੋ, ਉਹਨਾਂ ਨੂੰ ਤਾਂ ਪਤਾ ਸੀ ਵੀ ਜੋ ਉਹਦੇ ਵਾਸਤੇ ਜ਼ਰੂਰੀ ਹੈ, ਤਾਂ ਇਹ ਤਾਂ ਰਾਹ 'ਚ ਆਉਂਦੇ ਪੜਾਅ ਕੁਛ। ਬਿਲਕੁਲ। ਥੋੜ੍ਹਾ ਜਿਹਾ ਆਪਾਂ ਉੱਧਰਲੇ ਬੰਨੇ, ਤੁਹਾਨੂੰ ਵੀ ਯਾਦ ਹੋਏਗਾ ਕਿ ਜਦੋਂ ਇੱਕ ਇੰਸੀਡੈਂਟ ਵਾਪਰਿਆ ਸੀ ਦੀਪ, ਉਦੋਂ ਆਪਾਂ ਕਹਿ ਲਈਏ ਕਿ ਹੁੰਦਾ ਸੀ, ਤੇ ਉਦੋਂ ਦਰਬਾਰ ਸਾਹਿਬ ਦੇ ਵਿੱਚ ਆਪਾਂ ਦੇਖਿਆ ਕਿ ਇੱਕ ਸ਼ੱਕੀ ਵਿਅਕਤੀ ਆਉਂਦਾ ਹੈ, ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਟੱਪ ਕੇ ਅੰਦਰ ਜਾਂਦਾ, ਤੇ ਕਿਤੇ ਨਾ ਕਿਤੇ ਆਪਾਂ ਦੇਖਿਆ ਕਿ ਸੇਵਾਦਾਰਾਂ ਵੱਲੋਂ ਫੜ ਲਿਆ ਜਾਂਦਾ, ਉਹਦਾ ਸੋਧਾ ਲਿਆ ਜਾਂਦਾ ਹੈ, ਲਾਇਆ ਜਾਂਦਾ ਹੈ। ਤੇ ਉਦੋਂ ਇੱਕ ਗੱਲ ਜਿਹੜੀ ਸਾਹਮਣੇ ਆਈ ਸੀ, ਬਾਰ-ਬਾਰ ਇਹ ਕਿਹਾ ਜਾਂਦਾ ਸੀ ਕਿ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਹਿੰਸਾ ਹੋਈ ਹੈ, ਤੇ ਉੱਥੋਂ ਦੀਪ ਨੇ ਇੱਕ ਨਵਾਂ ਨੈਰੇਟਿਵ, ਉਹਨੇ ਇੱਕ ਗੱਲ ਕਹੀ ਸੀ ਕਿ ਹਿੰਸਾ ਨਹੀਂ ਹੁੰਦੀ, ਇਹ ਇਤਿਹਾਸਿਕ ਵਹਿਣ ਹੈ, ਕਦੀ ਇਹ ਸ਼ਾਂਤ ਹੋ ਜਾਂਦਾ ਹੈ, ਕਦੀ ਇਹ ਪ੍ਰਬਲ ਹੋ ਜਾਂਦਾ ਹੈ। ਇਹਨੂੰ ਤੁਸੀਂ ਕਿਵੇਂ ਹੋਰ ਜ਼ਿਆਦਾ ਜੇ ਆਪਾਂ ਇਹਦੀ ਡੀਪ ਐਕਸਪਲੇਨੇਸ਼ਨ ਕਰਨੀ? ਦੇਖੋ, ਦੀਪ ਨੇ
ਇਹੀ ਸੀਗਾ ਵੀ ਉਹਨੇ ਜਿਹੜਾ ਉਹਨਾਂ ਦਾ ਨੈਰੇਟਿਵ ਹੈ ਨਾ, ਜਿਹਨੇ ਸਾਨੂੰ ਗੁਲਾਮ ਬਣਾਇਆ, ਉਹ ਨੈਰੇਟਿਵ ਪਛਾਣਿਆ। ਉਹਦੇ 'ਚ ਇੱਕ ਗੱਲ ਬਹੁਤ ਅਹਿਮ ਇਹ ਹੈ ਕਿ ਜਿਹੜੀ ਸਾਰੀ ਇਹ ਵੈਸਟਰਨ ਥਾਟ ਸਿਸਟਮ ਹੈ ਨਾ, ਗਿਆਨ ਹੈ ਉਹਨਾਂ ਦਾ, ਉਹ ਬਾਈਨਰੀਜ਼ ਬਣਾਉਂਦੇ ਨੇ, ਆਪੋਜਿਟ ਬਾਈਨਰੀਜ਼। ਇੱਕ ਅਮਨ, ਇੱਕ ਹਿੰਸਾ, ਇੱਕ ਅਹਿੰਸਾ, ਇੱਕ ਬਦ, ਇੱਕ ਚੰਗਾ। ਤੇ ਉਹ ਫਿਰ ਇੱਕ ਚੰਗੇ ਨੂੰ ਚੂਜ਼ ਕਰਦੇ ਨੇ, ਤੇ ਉਹਨਾਂ ਨੇ ਇਹ ਵੈਲਿਊ ਇਸਟੈਬਲਿਸ਼ ਕਰਤੀ ਜਿਹੜੀ ਹਿੰਸਾ ਹੈ ਇਹ ਬੁਰਾਈ ਹੈ, ਅਹਿੰਸਾ ਜਿਹੜੀ ਹੈ ਇਹ ਵਰਚੂ ਹੈ। ਤੇ ਕੌਣ ਹੋਊ ਜਿਹੜਾ ਬੰਦਾ ਬੁਰਾਈ ਵੱਲ ਨੂੰ ਜਾਊਗਾ? ਲੋਕਾਂ ਦੇ ਮਨਾਂ 'ਚ ਇਹ ਬਣਾਤੀ। ਉਹ ਫਿਰ ਕਿਸੇ ਵੀ ਚੀਜ਼ ਨੂੰ ਜੋ ਤੁਸੀਂ ਹਿੰਸਾ ਦਾ ਨਾਂ ਦੇਤਾ, ਇਟ ਮੀਨਸ ਬਸ ਉਹ ਫਿਰ ਉਹਨੂੰ ਕੁਚਲਣਾ ਤਾਂ ਜਸਟੀਫਿਕੇਸ਼ਨ ਆ ਉਹਦੀ। ਸੋ ਦੀਪ ਸਿੱਧੂ ਇਹ ਲਾਇਆ ਕਿ ਸਾਡੇ ਥਾਟ ਸਿਸਟਮ 'ਚ ਜੋ ਗੁਰੂਆਂ ਨੇ ਤੁਹਾਨੂੰ ਦਿੱਤਾ ਨਾ, ਉਹਦੇ 'ਚ ਬਾਈਨਰੀਜ਼ ਨਹੀਂ ਕਿਤੇ। ਹਿੰਸਾ ਤੇ ਅਹਿੰਸਾ ਇਹ ਕੋਈ ਇੱਕ ਦੂਜੇ ਦੀਆਂ ਵਿਰੋਧੀ ਤੇ ਉਹ ਚੀਜ਼ਾਂ ਨਹੀਂ, ਆਪੋਜਿਟ ਬਾਈਨਰੀਜ਼ ਨਹੀਂ। ਇਹ ਤਾਂ ਜਿਵੇਂ ਧੁੱਪ ਤੇ ਛਾਂ ਦਾ ਰਿਸ਼ਤਾ ਹੁੰਦਾ, ਕਦੇ ਧੁੱਪ ਹੁੰਦੀ ਹੈ, ਕਦੇ ਛਾਂ ਹੁੰਦੀ ਹੈ। ਬੱਦਲ ਆਉਂਦਾ, ਛਾਂ ਹੋ ਜਾਂਦੀ ਹੈ। ਕੁਦਰਤ ਦੇ ਵਿੱਚ ਵਾਪਰਦੇ ਨੇ ਵਰਤਾਰੇ, ਇਹ ਕੋਈ ਅਣਕੁਦਰਤੀ ਚੀਜ਼ਾਂ ਨਹੀਂ। ਸੋ ਜਿਹਨੂੰ ਤੁਸੀਂ ਹਿੰਸਾ ਕਹਿੰਦੇ ਹੋ, ਐਕਚੁਅਲੀ ਤਾਂ ਉਹ ਅਬ ਦੇ ਜੋ ਰੂਹਾਨੀ ਮੰਜ਼ਿਲ ਹੈ, ਉੱਥੋਂ ਨੂੰ ਵਧਣਾ ਤੁਸੀਂ। ਉਹਦੇ 'ਚ ਤੁਸੀਂ ਬਿਲਕੁਲ, ਤੁਹਾਨੂੰ ਹਿੰਸਾ ਕਰਨ ਦੀ ਲੋੜ ਨਹੀਂ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਵੱਡੀ ਰੋਕ, ਚੈਲੰਜ ਪੈਦਾ ਨਹੀਂ ਹੁੰਦਾ। ਜਿੱਥੋਂ ਤੱਕ ਤੁਸੀਂ ਜਾ ਸਕਦੇ ਹੋ ਜਾਣ ਦੀ ਹੈਗਾ। ਪੰਜਵੇਂ ਪਾਤਸ਼ਾਹ ਤੱਕ ਹੀ ਹੋਇਆ ਨਾ। ਹਥਿਆਰ ਤਾਂ ਪਹਿਲੇ ਗੁਰੂ ਵੀ, ਹਰ ਗੁਰੂ ਹਰ ਕੁਛ ਕਰਨ ਦੇ ਸਮਰੱਥ ਸੀ। ਸੋ ਪਹਿਲਾ ਗੁਰੂ ਵੀ ਹਥਿਆਰ ਚੁੱਕ ਸਕਦਾ ਸੀ, ਛੇਵੇਂ ਨਹੀਂ ਕਿਉਂ? ਤੇ ਇਹਦੇ 'ਚ ਵੀ ਸਾਡੀ ਜਿਹੜੀ ਸਾਰੀ ਸੋਚ ਆ ਉਹ ਫਿਰ ਵੈਸਟਰਨ ਗਿਆਨ ਪ੍ਰਬੰਧ ਤੋਂ ਪ੍ਰਭਾਵਿਤ ਹੁੰਦੀ ਹੈ। ਐਕਸ਼ਨ ਐਂਡ ਰਿਐਕਸ਼ਨ ਦੇ ਉਸ ਦੇ ਵਿੱਚ ਰੱਖ ਕੇ ਦੇਖਣਾ ਚੀਜ਼ਾਂ ਕਿ ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਰਹਿ ਕੇ ਕੁਰਬਾਨੀ ਕੀਤੀ, ਫਿਰ ਛੇਵੇਂ ਪਾਤਸ਼ਾਹ ਨੂੰ ਹਥਿਆਰ ਚੁੱਕਣੇ ਪਏ। ਚੁੱਕਣੇ ਪਏ ਨਹੀਂ, ਉਹ ਚੁੱਕਣੇ ਹੀ ਸੀ। ਸੋ ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਬਈ ਜੰਗਾਂ ਦਾ ਅਨੁਭਵ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ, ਤੇ ਗੁਰੂ ਸਾਹਿਬ ਨੇ ਸਿੱਖ ਨੂੰ ਮੁਕੰਮਲ ਕਰਨ ਵਾਸਤੇ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਜੰਗਾਂ ਦੇ ਅਮਲ 'ਚੋਂ ਲੰਘਾਉਣਾ ਜ਼ਰੂਰੀ ਸੀ। ਨਹੀਂ ਖਾਲਸਾ ਨਹੀਂ ਸੀ ਬਣਦਾ, ਉਹ ਸੰਪੂਰਨਤਾ ਨਹੀਂ ਸੀ ਆਉਂਦੀ। ਇਹ ਕੋਈ ਹਿੰਸਾ ਦਾ ਸ਼ੌਕ ਨਹੀਂ ਸੀ, ਇਹ ਸਾਡੀ ਜਿਹੜੀ ਰੂਹਾਨੀ ਮੰਜ਼ਿਲ ਹੈ ਉਹਦੇ ਪੜਾਅ ਹੀ ਸੀਗੇ। ਸੋ ਇਸ ਕਰਕੇ ਦੀਪ ਸਿੱਧੂ ਨੇ ਇਹਨੂੰ ਫਿਰ ਇਹ ਕਿਹਾ ਵੀ ਇਹ 'ਚ ਅਸੀਂ ਬੰਦੇ ਸਾਨੂੰ ਉਹ ਭਜਾ ਲੈਂਦੇ ਨੇ। ਬੰਦਾ ਅਪੋਲੋਜੈਟਿਕ ਹੋ ਜਾਂਦਾ, ਨਹੀਂ ਅਸੀਂ ਹਿੰਸਾ ਵਾਲੇ ਹਾਂ, ਅਸੀਂ ਹਿੰਸਾ ਵਾਲੇ ਥੋੜ੍ਹਾ, ਦਬਾਅ ਹੇਠ ਆਉਂਦਾ। ਉਹ ਕਹਿੰਦਾ ਕੋਈ ਨਹੀਂ, ਇਹ ਤਾਂ ਬਹਿਣ ਹੈ, ਇਹਨੇ ਕਦੇ ਕੋਈ ਰੂਪ ਅਖਤਿਆਰ ਕਰਨਾ, ਕਦੇ ਕੋਈ ਰੂਪ ਕਰਨਾ, ਇੱਕੋ ਹੀ ਚੀਜ਼ ਹੈ। ਇਹਨੂੰ ਬਾਈਨਰੀਜ਼ ਦੇ ਵਿੱਚ ਨਾ ਦੇਖੋ। ਇਹ ਸੀ ਤੇ ਪਰ ਇਹ ਗੱਲਾਂ ਟੋਟਲੀ ਨਵੀਆਂ ਹੋਣ ਕਰਕੇ, ਕਿਉਂਕਿ ਦੂਜੀਆਂ ਗੱਲਾਂ ਮਨ 'ਚ ਸਥਾਪਿਤ ਇੰਨੀਆਂ ਹੋ ਗਈਆਂ, ਜਿਹੜੀਆਂ ਕਈ ਪੀੜ੍ਹੀਆਂ ਤੋਂ ਮਨ 'ਚ ਗੱਲਾਂ ਸਥਾਪਿਤ ਹੋ ਜਾਣ ਨਾ ਜੀ, ਉਹ ਇੱਕ ਭਾਸ਼ਣ ਨਾਲ, ਇੱਕ ਵਾਰ ਕਹਿਣ ਨਾਲ, ਇੱਕ ਕਿਤਾਬ ਨਾਲ ਟੁੱਟਦੀਆਂ ਨਹੀਂ ਹੁੰਦੀਆਂ। ਕੰਸਿਸਟੈਂਟ ਐਫਰਟਸ ਕਰਨੀਆਂ ਪੈਂਦੀਆਂ। ਇਸ ਕਰਕੇ ਉਹ ਉੱਪਰੀਆਂ ਲੱਗੀਆਂ ਬੰਦਿਆਂ ਨੂੰ, ਇਹ ਕੀ ਗੱਲ ਹੋਈ ਭਲਾ, ਰਿਡੀਕੁਲਸ ਵੀ ਲੱਗੀਆਂ ਕਈਆਂ ਨੂੰ। ਜਿਵੇਂ ਅਕਾਲ ਪੁਰਖ ਦੀ ਅਗਵਾਈ ਹੈ, ਕਲਾ ਵਾਪਰਨੀ। ਪੁਰਾਤਨ ਸਿੱਖ ਵਾਸਤੇ ਤਾਂ ਕੋਈ ਰਹੱਸ ਹੀ ਨਹੀਂ ਸੀ, ਕੋਈ ਸਵਾਲ ਨਹੀਂ ਸੀ ਖੜਾ ਹੁੰਦਾ। ਹੁਣ ਇੱਥੇ ਜਿਹਦੀ ਸੁਰਤ ਅਕਲ ਉੱਥੋਂ ਤੱਕ ਪਹੁੰਚਦੀ ਨਹੀਂ, ਉਹ ਇਹਨੂੰ ਮਤਲਬ ਮਖੌਲ ਕਰਨ ਲੱਗ ਗਈ। ਉਹ ਜਿਹੜਾ ਉੱਥੇ ਸਾਰਾ ਮਾਹੌਲ ਬਣਿਆ ਸੀ ਕਿਸਾਨ ਅੰਦੋਲਨ 'ਚ, ਜਿਸ ਕਿਸਮ ਦੀਆਂ ਤਾਕਤਾਂ, ਕਿਸਾਨ ਆਗੂਆਂ ਤੋਂ ਲੈ ਕੇ ਵਿਦਵਾਨਾਂ ਤੱਕ, ਸਾਰਾ ਇੰਟੈਲੀਜੈਂਸੀ ਆ, ਉਹ ਤਾਂ ਦੂਜਾ ਸੀਗਾ, ਜਿਨ੍ਹਾਂ ਦੇ ਮਨ ਢਲੇ ਹੋਏ ਸੀਗੇ ਮਾਡਰਨ ਥਾਟ ਸਿਸਟਮ ਮੁਤਾਬਕ, ਮਾਡਰਨ ਥਾਟ 'ਤੇ ਪ੍ਰਭਾਵਿਤ ਸੀਗੇ।
ਉਹਨਾਂ ਨੂੰ ਇਹ ਗੱਲਾਂ ਵੀ ਇਹ ਕੀ ਗੱਲ ਹੋਈ ਪਹਿਲਾਂ। ਸੋ ਦੇ ਰਿਡੀਕਿਊਲਡ ਇਟ ਐਂਡ ਵਿਲੀਫਾਈਡ। ਪਰ ਇਹ ਦੀਪ 'ਚ ਹੀ ਸਮਰੱਥਾ ਸੀ, ਉਹ ਸਭ ਕੁਝ ਝੱਲ ਸਕਦਾ ਸੀ ਤੇ ਜਵਾਬ ਦੇ ਸਕਦਾ ਸੀ। ਉਹ ਬਾਰ-ਬਾਰ ਹਟਿਆ ਨਹੀਂ ਉਹ ਮਤੇ ਇਸ ਗੱਲ 'ਤੇ ਵੀ ਤੁਸੀਂ ਉਹਦਾ ਮਖੌਲ ਉਡਾਤਾ, ਇਹ ਨਹੀਂ, ਤੁਸੀਂ ਉਹਨੂੰ ਗਦਾਰ ਕਹਿਤਾ, ਇਹ ਤਾਂ ਸਗੋਂ ਹੋਰ ਕਨਵਿਕਸ਼ਨ ਤਕੜੀ ਹੁੰਦੀ ਹੈ, ਹੋਰ ਦ੍ਰਿੜਤਾ ਹੁੰਦੀ ਹੈ। ਇਹ ਸੀ ਉਹਦਾ ਜਿਹੜਾ ਸੀ ਨਾ, ਮਤਲਬ ਉਹ ਪਾਤਸ਼ਾਹੀ ਦਾਵਾ, ਉਹਦੇ ਅਰਥ ਵੱਡੇ ਸੀਗੇ। ਹਾਂਜੀ, ਉਹ ਇਕੱਲੇ ਦੁਨਿਆਵੀ ਉੱਥੋਂ ਤੱਕ, ਕਿਉਂਕਿ ਸਾਡੀ ਸੁਰਤ ਉੱਥੋਂ ਤੱਕ ਆ ਗਈ ਬੰਦਿਆਂ ਜੀ ਜੀ। ਇਸ ਤਰ੍ਹਾਂ ਹੋਣ ਦਾ ਮਸਲਾ ਹੂੰ ਇਹ ਬਹੁਤ ਵੱਡਾ ਸੀਗਾ ਮਸਲਾ। ਵੀ ਸਿੱਖ ਕਰੈਕਟਰ ਹੀ ਨਹੀਂ ਰਹਿਣਾ, ਉਸ ਸਿੱਖ ਕਾਹਦਾ ਹੋਇਆ? ਉਹ ਸਾਡਾ ਕਰੈਕਟਰ ਬਦਲਣਾ ਚਾਹੁੰਦੇ ਆ, ਸਾਡਾ ਸੁਭਾਅ ਬਦਲਣਾ ਚਾਹੁੰਦੇ ਆ। ਉਹ ਸਾਡੀ ਹਸਤੀ ਨੂੰ ਇਸ ਤਰ੍ਹਾਂ ਮੇਟ ਰਹੇ ਫਿਜ਼ੀਕਲੀ ਨਹੀਂ, ਉਹ ਸਾਨੂੰ ਇਲਿਮੀਨੇਟ ਨਹੀਂ ਕੱਲਾ, ਉਹ ਅਸਿਮੀਲੇਟ ਕਰਦੇ ਨੇ। ਪਰ ਨਾਲ ਇੱਕ ਕੰਡੀਸ਼ਨ ਹੈ, ਜਿਹੜੇ ਅਸਿਮੀਲੇਟ ਨਹੀਂ ਹੋਣਗੇ ਉਹਨੂੰ ਫਿਰ ਐਲੀਮੀਨੇਟ ਵੀ ਕਰਦੇ। ਮੁਸਲਮਾਨਾਂ ਪ੍ਰਤੀ ਸਿਮੀਲੇਸ਼ਨ ਪੋਸੀਬਲ ਹੀ ਨਹੀਂ, ਉਹਨਾਂ ਦੇ ਕਿਸੇ ਪ੍ਰੋਜੈਕਟ 'ਚ ਹੀ ਨਹੀਂ। ਉੱਥੇ ਐਲੀਮੀਨੇਸ਼ਨ ਹੈ, ਜਿੰਨੇ ਐਲੀਮੀਨੇਟ ਕੀਤੇ ਜਾ ਸਕਦੇ ਕਰੋ, ਬਾਕੀ ਆਪੇ ਅਧੀਨਗੀ ਕਬੂਲ ਲੈਣਗੇ। ਸਿੱਖ ਬਾਰੇ ਉਹਨਾਂ ਨੂੰ ਪਤਾ ਹੈ, ਇੱਕ ਵੀ ਰਹਿ ਜੂ ਸਿੱਖ, ਉਹ ਅਧੀਨਗੀ ਨਹੀਂ ਕਬੂਲੂ। ਇਸ ਕਰਕੇ ਉਹਨੂੰ ਤਾਂ ਅਸਿਮੀਲੇਟ ਕਰੋ, ਮਾਨਸਿਕ ਤੌਰ ਤੇ ਕਿਤੇ ਨਾ ਕਿਤੇ ਜਿਹੜਾ ਆਪਣੇ ਵਿੱਚ ਰਲੇਵਾ ਉਹਦਾ ਕਰ ਲਿਆ ਜਾਵੇ। ਤੇ ਉਹ ਸਾਡੇ ਬੰਦੇ ਕਹੀ ਤਾਂ ਬਹੁਤ ਚਿਰ ਦੇ ਜਾਂਦੇ ਨੇ ਉਹਨਾਂ ਦੇ, ਪਰ ਉਹ ਟੂਲਸ ਨਹੀਂ ਸਮਝਦੇ। ਫਾਰ ਐਗਜ਼ਾਮਪਲ, ਸਿੱਖ ਉਹਨਾਂ ਨੇ ਇਹ ਸਮਝ ਲਿਆ, ਦੇਖ ਲਿਆ ਕਿ ਸਿੱਖ ਆਪਦੇ ਗੁਰੂ ਨਾਲੋਂ ਨਹੀਂ ਟੁੱਟ ਸਕਦਾ। ਫਿਰ ਜਿੰਨਾ ਚਿਰ ਗੁਰੂ ਨਾਲ ਨਹੀਂ ਟੁੱਟਦਾ, ਅਸਿਮੀਲੇਟ ਨਹੀਂ ਹੋਣਾ। ਉਹਦਾ ਉਹਨੇ ਢੰਗ ਇਹ ਲੱਭ ਲਿਆ ਕਿ ਗੁਰੂ ਨੂੰ ਡਿਫਾਈਨ ਹੀ ਆਪਦੇ ਮੁਤਾਬਕ ਕਰ ਦਿਓ। ਗੁਰੂ ਦੇਸ਼ ਭਗਤ ਸੀ, ਰਾਸ਼ਟਰਵਾਦੀ ਸੀ, ਭਾਰਤ ਦੇ ਉਹਨਾਂ ਨੂੰ ਬਣਾ ਦਿਓ। ਜਗਤ ਗੁਰੂ ਨੂੰ ਧਰਤੀ ਦੇ ਇੱਕ ਟੁਕੜੇ ਤੱਕ ਲਿਆ ਕੇ ਉਹ ਦੇ ਦਿਓ, ਤਾਂ ਫਿਰ ਲੋਕ ਬਸ ਠੀਕ ਹੈ। ਫਿਰ ਕੀ ਹੈ? ਫਿਰ ਗੁਰੂ ਤੁਹਾਡੇ ਵਾਸਤੇ ਹਾਰਮਲੈਸ ਹੈ, ਬਿਨਾਈਨ, ਉਹਦਾ ਤੁਹਾਨੂੰ ਕੋਈ ਖਤਰਾ ਹੀ ਨਹੀਂ। ਇਹ ਸਿੱਖਾਂ ਨੂੰ ਪਤਾ ਨਹੀਂ ਸੀ ਲੱਗਦਾ। ਦੀਪ ਸਿੱਧੂ ਨੇ ਉਹ ਇੰਜੈਕਟ ਕਰਨ ਦੀ ਚੇਤਨਤਾ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਉਹ ਐਡਾ ਖਤਰਨਾਕ ਉਹਨਾਂ ਨੂੰ ਨਜ਼ਰ ਆਇਆ। ਹਾਲਾਂਕਿ ਉਹਦੀ ਕੋਈ ਜਥੇਬੰਦੀ ਨਹੀਂ, ਕੁਛ ਨਹੀਂ। ਇੱਕ ਵਿਅਕਤੀ ਤੋਂ ਕਿੰਨਾ ਕੁ ਖਤਰਾ ਹੋ ਸਕਦਾ ਹੈ? ਉਹ ਵਿਅਕਤੀ ਨਹੀਂ, ਉਹ ਜੋ ਖਾਲਸੇ ਦੀ ਮੌਲਿਕ ਚੇਤਨਤਾ ਸੀ, ਕਿਤੇ ਨਾ ਕਿਤੇ ਉਹਨੂੰ ਪ੍ਰਗਟ ਕਰ ਰਿਹਾ ਸੀ। ਹਾਂਜੀ, ਬਿਲਕੁਲ। ਤੇ ਦੂਜਾ ਇੱਕ ਇੰਸੀਡੈਂਟ ਹੋਰ ਜਿਹੜਾ ਦੀਪ ਸਿੰਘ ਸਿੱਧੂ ਦੀ ਜਿਹੜੀ ਲਾਈਫ ਦੇ ਵਿੱਚ ਆਪਾਂ ਦੇਖਿਆ ਸਾਹਮਣੇ ਆਉਂਦਾ ਹੈ, ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਮਾਰਚ ਜਿਹੜਾ ਚੰਡੀਗੜ੍ਹ ਤੱਕ ਜਾਂਦਾ ਹੈ, ਗਵਰਨਰ ਨਾਲ ਮੀਟਿੰਗਸ ਹੁੰਦੀਆਂ ਨੇ, ਗਵਰਨਰ ਵੱਲੋਂ ਇੱਕ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਕੁਛ ਸਿੱਖਾਂ ਵੱਲੋਂ ਜਾਂ ਕੁਛ ਲੋਕਾਂ ਵੱਲੋਂ ਇਹ ਓਬਜੈਕਸ਼ਨ ਲਾਇਆ ਜਾਂਦਾ ਹੈ ਕਿ ਦੀਪ ਸਿੱਧੂ ਜਿਹੜਾ ਹੈਗਾ ਸਿੱਖੀ ਸਰੂਪ ਦੇ ਵਿੱਚ ਨਹੀਂ ਹੈਗਾ ਤੇ ਇਹ ਪੰਥ ਦੀ ਅਗਵਾਈ ਨਹੀਂ ਕਰ ਸਕਦਾ। ਤੇ ਉਹਦਾ ਜਵਾਬ ਜਿਹੜਾ ਉਹਨੇ ਆਪਣੇ ਫੇਸਬੁੱਕ ਤੇ ਉਦੋਂ ਪੋਸਟ ਪਾ ਕੇ ਦਿੱਤਾ ਸੀ, ਉਹ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਐਨਾਲਾਈਸਿਸ ਮੰਗਦਾ ਹੈਗਾ। ਉਹਦਾ ਜਿਹੜਾ ਸਟਾਰਟਿੰਗ ਦੇ ਵਿੱਚ ਉਹਨੇ ਕਿਹਾ ਸੀ ਕਿ ਮੈਨੂੰ ਪਤਾ ਹੈ ਕਿ ਗੁਰੂ ਖਾਲਸਾ ਪੰਥ ਅਕਾਲ ਪੁਰਖ ਦੇ ਸੱਚੇ ਤੇ ਸੁੱਚੇ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਜ਼ੁਲਮ ਦੇ ਖਿਲਾਫ ਲੜਾਈ ਲੜਦਾ ਹੈ ਅਤੇ ਇਸ ਮਹਾਨ ਪੰਥ ਦੀ ਅਗਵਾਈ ਅਕਾਲ ਪੁਰਖ ਆਪ ਕਰਦਾ ਹੈ। ਇਹਨੂੰ ਆਪਾਂ ਕਿਵੇਂ ਹੋਰ ਜ਼ਿਆਦਾ ਇਹਦਾ ਐਕਸਪਲੇਨੇਸ਼ਨ ਇਹ ਚੀਜ਼ ਜਿਹੜੀ ਮੰਗਦੀ ਹੈਗੀ ਆ ਕਿ ਅਕਾਲ ਪੁਰਖ ਕਿਵੇਂ ਇਸ ਪੰਥ ਦੀ ਅਗਵਾਈ ਕਰਦਾ? ਉਹਦੇ 'ਚ ਮੇਰਾ ਖਿਆਲ ਉਹਦੇ ਸਾਹਮਣੇ ਇਹ ਪ੍ਰੋਬਲਮ ਆਈ, ਉਦੋਂ ਉਹ ਬਹੁਤ ਡਿਸਟਰਬਡ ਸੀ। ਮੇਰੇ ਨਾਲ ਵੀ ਗੱਲ ਕੀਤੀ ਉਹਨੇ, ਤੇ ਉਹਨੂੰ ਇਹ ਵੀ ਲੱਗਿਆ ਵੀ ਸ਼ਾਇਦ ਮੈਂ ਪ੍ਰਵਾਨ ਨਹੀਂ, ਤੇ ਮੇਰੀ ਲੋੜ ਨਹੀਂ, ਮੈਨੂੰ ਚਲੇ ਜਾਣਾ ਚਾਹੀਦਾ। ਤੇ ਇਹ ਮੈਨੂੰ ਉਹ ਕਹਿੰਦਾ ਮੇਰਾ ਤਾਂ ਕੋਈ ਦਾਅਵਾ ਹੀ ਨਹੀਂ ਪੰਥ ਦੀ ਅਗਵਾਈ ਦਾ, ਕਿਉਂਕਿ ਜਿਹੜਾ ਵਿਰੋਧ ਹੁੰਦਾ ਨਾ, ਉਹਨਾਂ ਨੇ ਇਹੀ ਕਿਹਾ ਸੀ ਜਿਹੜੇ ਬੰਦਿਆਂ ਨੂੰ ਇਤਰਾਜ਼ ਸੀ ਕਿ ਹੁਣ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਬੜਾ ਮਾੜਾ ਵਰਤਿਆ ਸੀਗਾ, ਸਿਰਗੁੰਮੇ ਜੀ, ਵੀ ਉਹ ਪੰਥ ਦੀ ਅਗਵਾਈ ਕਰਨਗੇ। ਉਹ ਕਹੇ ਸੀ ਮੈਂ ਪੰਥ ਦੀ ਅਗਵਾਈ ਕਦੋਂ ਕਹਿਣਾ, ਮੈਂ ਪੰਥ ਦੀ ਅਗਵਾਈ ਕਰਦਾ। ਦੈਟ ਵੇ ਤਾਂ ਸ਼ਖਸ ਦੇ ਤੌਰ ਤੇ ਕੋਈ ਵੀ ਨਹੀਂ ਕਰਦਾ, ਇਹ ਤਾਂ ਅਕਾਲ ਪੁਰਖ ਕਰਦਾ। ਉਹ ਜੀਤੇ ਉਹਦੀ ਬਖਸ਼ਿਸ਼ ਹੁੰਦੀ ਹੈ, ਰਹਿਮਤ ਹੁੰਦੀ ਹੈ, ਉਹ ਕਰਦਾ। ਉਦੋਂ ਪਰ ਇਹਨੂੰ ਇਹ ਹੋ ਗਿਆ ਸੀ ਕਿ ਜਿੰਨਾ ਚਿਰ ਮੈਂ ਬਾਣਾ ਤੇ ਬਾਣੀ
ਜੋ ਹੈਗਾ ਜਿੰਨਾ ਚਿਰ ਉਹ ਨਹੀਂ ਆਊਗਾ ਉਹਨਾਂ ਚਿਰ ਮੁਕੰਮਲ ਨਹੀਂ ਸਿੱਖ। ਇਹ ਕੋਈ ਟੈਕਟੀਕਲ ਦਾ ਪੇਚ ਨਹੀਂ ਸੀ ਵੀ ਮੈਂ ਪ੍ਰਵਾਨ ਤਾਂ ਹੋਵਾਂ। ਉਦੋਂ ਨੂੰ ਅਹਿਸਾਸ ਹੋ ਗਿਆ ਸੀ ਕਿ ਜੇ ਇਹ ਖੇਤਰ ਹੋਰ ਅੱਗੇ ਵਧਣਾ ਨਾ, ਤੇ ਉਹ ਹੁਣ ਉਹਦੇ ਵਾਸਤੇ ਉਦੋਂ ਤਿਆਰ ਹੋ ਰਿਹਾ ਸੀ। ਜਦੋਂ ਉਹ ਦਰਬਾਰ ਸਾਹਿਬ ਗਿਆ ਹੈ, ਉਦੋਂ ਬਾਅਦ ਜਿਹੜੀ ਉਹਦੀ ਇੱਕ ਆਡੀਓ ਹੈ ਜੀ ਮੱਕੜ ਨਾਲ, ਸ਼ਾਇਦ ਮੱਕੜ ਨਾਲ, ਉਹਦੇ 'ਚ ਉਹ ਬਿਲਕੁਲ ਹੀ ਖੋਰ ਅਵਸਥਾ ਤੇ ਪਹੁੰਚ ਗਿਆ ਸੀ। ਤੇ ਉਹਨੇ ਹੋਰ ਸਮਾਂ ਮਿਲਦਾ ਤਾਂ ਪਤਾ ਨਹੀਂ ਇੱਛਾ ਵੀ ਉਹਨੇ ਜ਼ਾਹਿਰ ਕੀਤੀ ਸੀ, ਇੱਛਾ ਜ਼ਾਹਿਰ ਕੀਤੀ। ਉਹਦਾ ਇੱਕਦਮ ਮਨ ਇੰਨਾ ਬਰਾਗ ਚ ਆਇਆ ਸੀ, ਇਹਦਾ ਮਤਲਬ ਅੰਦਰ ਤਾਂ ਪਿਆ ਸੀ ਸਭ ਕੁਛ। ਕੱਲ ਜੋ ਜਾਹੋ ਜਲਾਲ ਸੀ ਖਾਲਸੇ ਦਾ ਨਾ ਬਾਈ, ਕਮਾਲ ਸੀ। ਓ ਹੋ ਅੱਛਾ ਜੀ। ਇਹ ਸੀ ਵੀ ਯਾਰ ਇਦੋਂ ਉੱਤੇ ਦੁਨੀਆ ਤੇ ਕੁਛ ਨਹੀਂ। ਕਮਾਲ ਹੀ ਕਮਾਲ, ਇੰਨਾ ਪਿਆਰ ਦਿੱਤਾ ਮੈਨੂੰ ਤਾਂ ਯਾਰ ਬਾਈ। SGPC ਨੇ ਕੀ, ਪੁਲਿਸ ਨੇ ਕੀ, ਮੈਨੂੰ ਪਤਾ ਕਿੱਥੇ ਲੈ ਕੇ ਜਾ ਕੇ ਹੈਡ ਗ੍ਰੰਥੀ ਬਹਿੰਦੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼, ਹਾਂਜੀ, ਹੈਡ ਗ੍ਰੰਥੀ, ਤੇ ਉਹਦੇ ਪਿੱਛੇ ਲਿਆ ਕੇ ਬਾਤ। ਹਾਂ ਮੈਂ ਤਾਂ ਅੱਖਾਂ ਹੀ ਨਹੀਂ ਖੋਲੀਆਂ ਬਈ, ਨਾ ਖੋਲਣ ਨੂੰ ਜੀ ਕਰੇ। ਪਾਣੀ ਚੱਲ ਰਹੀ ਆ, ਓਏ ਹੋਏ 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 ਹੋਏ, ਤੁਸੀਂ ਸੋਚ ਹੀ ਨਹੀਂ ਸਕਦੇ ਯਾਰ ਗੁਰੂ ਨੇ ਕੀ ਕੱਲ ਸਤਿਕਾਰ ਤੇ ਇਹ ਯਾਰ ਸਿੰਘ ਸਜੀਏ, ਇਹਦੇ ਉੱਤੇ ਕੁਛ ਨਹੀਂ ਬਾਈ। ਤੁਸੀਂ ਸੋਚ ਹੀ ਨਹੀਂ ਨਾ ਸਕਦੇ ਉੱਥੇ ਕੀ ਸੀ ਗੁਰੂ ਦਾ ਬਾਈ। ਤੁਸੀਂ ਸੋਚ ਹੀ ਨਹੀਂ ਸਕਦੇ ਯਾਰ, ਉੱਥੇ ਨਗਾਰੇ ਵੱਜ ਰਹੇ ਆ, ਬਿਗਲ ਵੱਜ ਰਹੇ ਆ, ਰਾਜ ਕਰੇਗਾ ਖਾਲਸਾ ਤੇ ਸੰਗਤ ਤੇ ਪੰਜ ਪਿਆਰੇ ਤੇ ਖਾਲਸਾਈ ਨਿਸ਼ਾਨ ਸਾਹਿਬ ਤੇ ਮਤਲਬ ਤੁਸੀਂ ਸੋਚੋ ਕੀ ਮਾਹੌਲ ਹੋਊਗਾ। ਉਹਦਾ ਇਹੀ ਸੀ ਕਿ ਯਾਰ ਇਹਨੂੰ ਇਸ ਤਰ੍ਹਾਂ ਦੀ ਡਿਬੇਟ ਨਾ ਬਣਾਓ। ਆਪਸ ਵਿੱਚ ਹੀ ਈਰਖਾ ਦਾ ਆਧਾਰ ਆਹੀ ਬਣਦਾ ਵੀ ਲੀਡਰ ਇੱਕ ਉਹ ਤਾਂ ਵਾਹਿਗੁਰੂ ਨੇ ਸਾਧਨ ਤੁਹਾਨੂੰ ਬਣਾਉਣਾ ਹੈ। ਉਹ ਕਿਹਨੂੰ ਬਣਾਉਂਦਾ, ਕਿਵੇਂ ਬਣਾਉਂਦਾ ਹੈ, ਇੱਥੋਂ ਤੱਕ ਹੀ ਰੱਖੋ। ਸੋ ਅਗਵਾਈ ਤਾਂ ਅਕਾਲ ਪੁਰਖ ਨੇ ਕਰਨੀ ਹੈ। ਬੰਦੇ ਦੀ ਕੀ ਹਸਤੀ ਹੈ, ਬੰਦਾ ਬਿੰਦ ਸੁਨਹਾਰ ਹੈ ਤੇ ਖਾਲਸਾ ਪੰਥ ਬਿੰਦ ਸੁਨਹਾਰ ਥੋੜਾ ਹੈ। ਇਹ ਤਾਂ ਅਮਰ ਹੈ, ਅਟਾ ਸਦੀਵੀ ਹੈ। ਤੇ ਉਹ ਫਿਰ ਬੰਦਿਆਂ ਦੀ ਕੀ, ਬੰਦਿਆਂ ਤੇ ਇੱਕ ਉਮਰ ਹੈ, ਉਮਰ ਹੰਢਾ ਕੇ ਚਲੇ ਜਾਣਗੇ। ਸੋ ਐਕਚੁਅਲੀ ਅਗਵਾਈ ਅਕਾਲ ਪੁਰਖ ਹੀ ਕਰਦਾ ਹੈ। ਇਹ ਜਦੋਂ ਭਰੋਸਾ ਵੱਜੂ ਨਾ ਜੀ ਸਿੱਖ ਦੇ ਵਿੱਚ ਅਕਾਲ ਪੁਰਖ ਤੇ ਗੁਰੂ 'ਚ, ਉਦੋਂ ਉਹਦੀ ਤਾਕਤ ਬਹੁਤ ਵੱਧ ਜਾਂਦੀ ਹੈ, ਅਜਿੱਤ ਹੋ ਜਾਂਦਾ। ਬਸ ਜਿਸਮਾਨੀ ਖਾਤਮੇ ਦਾ ਡਰ ਹੀ ਮੁੱਕ ਗਿਆ। ਜਦੋਂ ਬੰਦੇ ਨੂੰ ਉਮਰ ਨਾਲ ਹੀ ਪਿਆਰ ਹੁੰਦਾ ਨਾ, ਇਸ ਜੀਵਨ ਨਾਲ ਹੀ, ਇਸ ਠੀਕਰਾ ਜਿਹੜਾ ਹੈਗਾ, ਜਦੋਂ ਉਹ ਪਤਾ ਲੱਗ ਗਿਆ ਵੀ ਇਹ ਤਾਂ ਕੁਛ ਵੀ ਨਹੀਂ, ਫਿਰ ਉਹ ਇਹਨਾਂ ਚੀਜ਼ਾਂ ਤੋਂ ਫਿਰ ਲਾਲਚ ਵੀ ਕਾਹਦੇ, ਅਹੁਦਿਆਂ ਦੀ ਲਾਲਸਾ ਵੀ ਕੀ ਰਹਿ ਗਈ। ਫਿਰ ਆਪਣੀ ਜਥੇਬੰਦੀ ਧੜੇਬੰਦੀ ਸਾਰਾ ਕੁਝ ਪਿੱਛੇ ਰਹਿ ਗਿਆ। ਉਹ ਤਾਂ ਕੋਈ ਮਹਿਣੇ ਨਹੀਂ ਰਹਿ ਜਾਂਦੇ। ਸੋ ਅਨਫੋਰਚੂਨੇਟਲੀ ਸਾਡੇ ਪੰਥ 'ਚ ਨਾ ਇਹ ਚੱਲ ਪਿਆ ਧੜੇ ਦੇ ਰੂਪ 'ਚ ਹਰ ਚੀਜ਼ ਨੂੰ ਬੰਨ੍ਹ ਕੇ ਦੇਖਣ ਦਾ ਨਾ ਇਹ ਰੁਝਾਨ ਭਾਰੂ ਹੈ। ਇਹ ਤੋਂ ਬੰਦੇ ਮੁਕਤ ਨਹੀਂ ਹੋ ਰਹੇ, ਭਾਵੇਂ ਬਾਣਾ ਵੀ ਹੋਵੇ ਜੀ। ਹਾਂ, ਉਹਦਾ ਇਹ ਸੀਗਾ। ਤੇ ਪਰ ਚਲੋ ਉਹ ਇਸ ਪੱਖੋਂ ਹੈਂਡੀਕੈਪਡ ਕਹਿ ਲਓ ਜਾਂ ਡਿਸਐਡਵਾਂਟੇਜ ਸੀ ਕਿ ਜਿੰਨਾ ਚਿਰ ਆਪ ਸਰੂਪ ਨਹੀਂ ਹੁੰਦਾ ਉਹ ਦਾਵਾ ਉੱਡਾ ਨਹੀਂ ਬਣਦਾ, ਗੱਲ ਦੀ ਕਾਟ ਨਹੀਂ ਬਣਦੀ। ਇਹ ਉਹਨੂੰ ਅਹਿਸਾਸ ਹੋ ਗਿਆ ਸੀ। ਤੇ ਦੂਜਾ, ਜਦੋਂ ਅਸੀਂ ਉਹਨੂੰ ਹੁਣ ਵੀ ਜਦੋਂ ਅਸੀਂ ਸੁਣਦੇ ਹੈਗੇ ਤਾਂ ਉਹਦੀਆਂ ਗੱਲਾਂ 'ਚ ਇੱਕ ਡੀਪ ਸਟੇਟ ਦੀ ਗੱਲ ਆਉਂਦੀ ਹੈਗੀ ਆ ਕਿ ਡੀਪ ਸਟੇਟ ਸਾਡੇ ਨਾਲ ਆਹ ਕਰਨਾ ਚਾਹੁੰਦੀ ਹੈ, ਡੀਪ ਸਟੇਟ ਸਾਡੇ ਨਾਲ ਉਹ ਕਰਨਾ ਚਾਹੁੰਦੀ ਆ। ਡੀਪ ਸਟੇਟ ਨੂੰ ਜੇ ਆਪਾਂ ਸਿੰਪਲੀਫਾਈ ਕਰਨਾ ਹੋਵੇ, ਲੇਮੈਨ ਦੇ ਤੌਰ ਤੇ ਆਮ ਬੰਦੇ ਨੂੰ ਸਮਝਾਉਣਾ ਹੋਵੇ, ਇਹ ਹੈ ਕੀ ਹੈ ਡੀਪ ਸਟੇਟ? ਦੇਖੋ, ਡੀਪ ਸਟੇਟ ਮੇਰੇ ਮੁਤਾਬਕ ਤਾਂ ਇਹ ਹੈ ਕਿ ਆਮ ਜੋ ਬੰਦਾ ਸਰਕਾਰ ਤੋਂ ਅਰਥ ਲੈਂਦਾ ਹੈ, ਜੋ ਉਹਨੂੰ ਫੰਕਸ਼ਨ ਕਰਦੀ ਦਿਸਦੀ ਹੈ, ਉਹ ਤਾਂ ਇਹੀ ਦਿਸਦੀ ਹੈ ਨਾ, ਇੱਕ ਇਲੈਕਟਡ ਰਿਪਰੈਜ਼ੈਂਟੇਟਿਵਸ, MLA ਜਾਂ MP, ਉਹ ਜਿਹਦੀ ਮੈਜੋਰਟੀ ਹੋ, ਉਹ ਫਿਰ ਆਪਦੀ ਸਰਕਾਰ ਬਣਾਉਂਦੇ ਨੇ, ਵਜ਼ੀਰ ਬਣਦੇ ਨੇ, ਫੈਸਲੇ ਉਹ ਲੈਂਦੇ ਆ, ਉਹ ਫੈਸਲੇ ਲਾਗੂ ਹੁੰਦੇ ਆ, ਤੇ ਫਿਰ ਉਹ ਲਾਗੂ ਹੁੰਦੇ ਆ ਥਰੂ ਐਗਜ਼ੀਕਿਊਟਿਵ, ਅਫਸਰਸ਼ਾਹੀ, ਜੁਡੀਸ਼ਰੀ ਤੇ ਅਫਸਰਸ਼ਾਹੀ, ਤੇ ਫਿਰ ਆਰਮਡ ਫੋਰਸਸ ਉਹਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਾਸਤੇ। ਆਹ ਬਿਜੀ ਵਾਲਾ ਸਟੇਟ ਦਾ ਜਿਹੜਾ ਰੂਪ ਹੈ, ਆਮ ਬੰਦੇ ਨੂੰ ਸਟੇਟ ਇੰਨੀ ਕੀ ਦਿਸਦੀ ਹੈ। ਤੇ ਦੀਪ ਸਿੱਧੂ ਦਾ ਸ਼ਾਇਦ ਅਰਥ ਇਹ ਸੀ
ਕਿ ਇਹ ਤਾਂ ਵਿਜੀਬਲ ਹੈ, ਇਹਦੇ ਪਿੱਛੇ ਇਨਵਿਜੀਬਲ ਆ ਅਸਲ ਦੇ ਵਿੱਚ, ਜਿੱਥੋਂ ਨੀਤੀਆਂ ਘੜੀਆਂ ਜਾਂਦੀਆਂ, ਜਿੱਥੇ ਐਕਸਰਸਾਈਜ਼ ਹੁੰਦੀਆਂ ਮੈਂਟਲ ਇੰਟੈਲੈਕਚੁਅਲ, ਇਹ ਤਾਂ ਉਹਦੇ ਟੂਲ ਸਾਧਨ ਬਣਦੇ ਆ, ਲਾਗੂ ਹੁੰਦੇ ਨੇ ਉੱਥੇ ਜਾ ਕੇ। ਉਹ ਤੰਤਰ ਜਿਹੜਾ ਹੈ ਨਾ, ਉਹਨੂੰ ਸਮਝੋ, ਉਹ ਕਿਤੇ ਵੀ ਵਿਜੀਬਲ ਨਹੀਂ ਹੋਊਗਾ। ਉਹ ਉਹਦਾ ਸੀਗਾ ਡੀਪ ਸਟੇਟ, ਕਿ ਫੈਸਲੇ ਉਸ ਲੈਵਲ ਤੇ ਹੁੰਦੇ ਜਾ ਕੇ। ਇਹ ਤੁਸੀਂ ਜੇ ਕਿਤੇ ਦੇਖੋ, ਜਿਹੜੇ ਬੰਦੇ ਬਿਊਰੋਕਰੇਟਸ ਵੱਡੇ ਪੋਜੀਸ਼ਨਾਂ ਤੇ ਰਹੇ, ਜਦੋਂ ਰਿਟਾਇਰ ਹੁੰਦੇ ਨੇ, ਜਦੋਂ ਉਹ ਕਿਤਾਬ ਲਿਖਦੇ ਨੇ ਨਾ ਕੋਈ, ਉਹਦੇ ਚੋਂ ਇਸ ਅਸਲੀਅਤ ਦੇ ਜਾਂ ਸੱਚਾਈ ਦੇ ਝਲਕਾਰੇ ਮਿਲਦੇ ਹੁੰਦੇ ਆ। ਐਕਚੁਅਲੀ ਫੈਸਲੇ ਕਿੱਥੋਂ ਹੁੰਦੇ ਆ। ਫਾਰ ਐਗਜ਼ਾਮਪਲ, ਇੰਦਰਾ ਗਾਂਧੀ ਮਰ ਗਈ 31 ਅਕਤੂਬਰ ਨੂੰ ਸੀ ਸ਼ਾਇਦ ਜੀ। ਉਦੋਂ ਬਾਅਦ ਅਗਲਾ ਕੌਣ ਹੋਊ? ਇਹ ਫੈਸਲਾ ਕਿਹਨੇ ਕੀਤਾ? ਹੂੰ। ਕਿਤੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਹਾਈ ਕਮਾਂਡ ਦੀ? ਨਹੀਂ ਹੋਈ। ਜੇ ਹੋਈ ਤਾਂ ਕਿਤੋਂ ਪਲਾਨ ਆਈ ਤਾਂ ਉਹਨਾਂ ਨੇ ਅਪਰੂਵ ਕਰਨੀ ਸੀ ਬਸ, ਜਸਟ। ਇਹ ਤੁਸੀਂ PC ਅਲੈਗਜ਼ੈਂਡਰ, ਜਿਹੜਾ ਪ੍ਰਿੰਸੀਪਲ ਐਡਵਾਈਜ਼ਰ ਸੀਗਾ ਇੰਦਰਾ ਗਾਂਧੀ ਦਾ, ਉਹਦੀ ਕਿਤਾਬ ਪੜ੍ਹੋ, ਕੋਰੀਡੋਰਸ ਆਫ ਪਾਵਰ। ਉਹ ਫੈਸਲੇ ਕਿਵੇਂ ਹੁੰਦੇ? ਉਹਨਾਂ ਨੇ ਫੈਸਲਾ ਕੀਤਾ ਸੀ ਤੇ ਕਨਵੇ ਕਰਤਾ ਸਾਰਿਆਂ ਨੂੰ, ਗਿਆਨੀ ਜੈਲਸ ਨੂੰ ਵੀ ਕਰਤਾ, ਕਾਂਗਰਸ ਨੂੰ ਵੀ ਕਰਤਾ। ਲੋਕਾਂ ਨੂੰ ਤਾਂ ਇਹ ਸੀ ਵੀ ਆਪਣਾ ਨਰਸਿਮਹਾ ਰਾਓ ਜਾਂ ਪ੍ਰਣਬ ਮੁਖਰਜੀ, ਇਹ ਦੋ ਬੰਦੇ ਦਿਸਦੇ ਸੀ, ਇਹ ਦੋਹਾਂ ਚੋਂ ਪਤਾ ਨਹੀਂ ਕਿਹੜਾ ਹੋ, ਜੋ ਸੀਨੀਅਰ ਮੋਸਟ। ਉਹ ਕਾਂਗਰਸ ਦੀ ਕਿੱਥੇ ਮੀਟਿੰਗ ਹੋਈ ਜਿੱਥੇ ਵੀ ਇਹ ਨਹੀਂ ਰਾਜੀਵ ਗਾਂਧੀ ਹੋ? Who decided it? ਇਹ ਇਨਵਿਜੀਬਲ ਹੈ, ਇਹ ਡੀਪ ਸਟੇਟ ਹੈ। ਇਹ ਡੀਪ ਸਟੇਟ ਹੈ, ਤੇ ਕਿਸੇ ਨੇ ਵੀ ਉਹਨੂੰ ਚੈਲੰਜ ਨਹੀਂ ਕੀਤਾ। ਇਹ ਜ਼ਰੂਰਤ ਨਹੀਂ, ਫਿਰ ਉਹ ਤਾਂ ਡਿਬੇਟੇਬਲ ਹੁੰਦਾ ਹੀ ਨਹੀਂ। ਡਿਬੇਟੇਬਲ ਤਾਂ ਜਿਹੜੇ ਅਦਾਰੇ ਜਿਹਨ ਉਹਨਾਂ ਦੀਆਂ ਗੱਲਾਂ ਹੁੰਦੀਆਂ, ਪਾਲਿਸੀ। ਸੋ ਇਹ ਹੈ ਜਿੱਥੇ ਜਾ ਕੇ ਅਸਲੀ ਗੱਲਾਂ ਵਿਚਾਰੀਆਂ ਜਾਂਦੀਆਂ, ਨੀਤੀਆਂ ਸਟ੍ਰੈਟਜੀਜ਼ ਘੜੀਆਂ ਜਾਂਦੀਆਂ। ਉਹ ਕਿਤੇ ਆਮ ਪ੍ਰਗਟ ਨਹੀਂ ਹੁੰਦੇ, ਆਮ ਲਾਈਫ 'ਚ ਆਉਂਦੇ ਹੀ ਨਹੀਂ ਉਹ ਕਿਤੇ। ਆਮ ਬੰਦੇ ਨੂੰ ਤਾਂ ਉਹਦਾ ਪਤਾ ਵੀ ਨਹੀਂ ਹੁੰਦਾ। ਸੋ ਇਹ ਉਹਨਾਂ ਦੇ ਜਿਹੜੇ ਹੈਗੇ ਆ, ਉਹ ਜਦੋਂ ਲਿਖਦੇ ਨੇ ਜਾਂ ਕੋਈ ਉਹਨਾਂ ਦਾ ਦੁਸ਼ਮਣ ਲਿਖਦਾ ਹੈ ਕੋਈ ਰਾਜ, ਉੱਥੋਂ ਇਹ ਸੱਚ ਉਗੜਦਾ ਹੁੰਦਾ। ਸੋ ਆਮ ਬੰਦੇ ਤੋਂ ਉੱਥੋਂ ਤੱਕ ਨਹੀਂ ਪਹੁੰਚਿਆ ਜਾਂਦਾ। ਐਂ ਲੱਗਦਾ ਵੀ ਇਹ ਇੰਦਰਾ ਨੇ ਫੈਸਲਾ ਕਰ ਰਹੀ ਹੈ, ਦਰਬਾਰਾ ਸਿੰਘ ਨੇ ਫੈਸਲਾ ਕੀਤਾ, ਯਾਨੀ ਜੈਲਸ ਨੇ ਕੀਤਾ। ਇਹ ਤਾਂ ਉਹ ਐਂ ਲੱਗਦਾ ਹੁੰਦਾ। ਫਾਰ ਐਗਜ਼ਾਮਪਲ, ਪੰਜਾਬ ਦਾ ਕੌਣ ਚੀਫ ਮਿਨਿਸਟਰ ਹੋਊ? ਐਂ ਲੱਗਦਾ MLA ਬਹਿ ਕੇ ਚੁਣਦੇ ਆ। ਇਹ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ, MLA ਨੇ ਤਾਂ ਉੱਥੇ ਮੋਹਰ ਹੀ ਲਾਉਣੀ ਹੁੰਦੀ ਹੈ। DGP ਕੌਣ ਹੋਊ? ਇਹ ਚੀਫ ਮਿਨਿਸਟਰ ਦਾ ਪ੍ਰੈਰੋਗੇਟਿਵ ਨਹੀਂ। ਆਪਾਂ ਕਹਿ ਦਿੰਦੇ ਹਾਂ ਨਾ ਕਿ ਬਾਦਲ ਨੇ ਬਹੁਤ ਵੱਡਾ ਕ੍ਰਾਈਮ ਕੀਤਾ, ਸੁਮੇਧ ਸੈਣੀ ਨੂੰ DGP ਬਣਾਤਾ। ਚੱਲ ਅਮਰਿੰਦਰ ਸਿੰਘ ਆ ਗਿਆ ਸੀ, ਉਹਨੇ ਕਿਹਨੂੰ ਬਣਾਇਆ? ਦਿਨਕਰ ਗੁਪਤਾ ਨੂੰ। Who decided it? ਹੁਣ ਉਹ ਸਾਫ਼ ਹੋ ਗਿਆ, ਉਹੀ ਦਿਨਕਰ ਗੁਪਤਾ ਹੁਣ NIA ਦਾ ਹੈੱਡ ਬਣਾਤਾ ਜੀ। ਮਤਲਬ ਤੁਹਾਨੂੰ ਹਿੰਟ ਮਿਲ ਜਾਂਦੇ ਨੇ ਜੇ ਉੱਥੋਂ ਤੱਕ ਜਾ ਕੇ ਦੇਖੋ ਚੀਜ਼ਾਂ ਨੂੰ। ਇਹ ਹੈ ਜੀ, ਇਹ ਫੈਸਲੇ ਡੀਪ ਸਟੇਟ ਦੇ ਹੁੰਦੇ ਨੇ, ਦੂਜਿਆਂ ਨੇ ਤਾਂ ਉਹ 'ਤੇ ਮੋਹਰ ਲਾਉਣੀ ਹੁੰਦੀ ਹੈ। ਦੀਪ ਦੀਆਂ ਗੱਲਾਂ ਜਦੋਂ ਬਾਰ-ਬਾਰ ਅਸੀਂ ਸੁਣਦੇ ਹੁੰਦੇ, ਬਾਰ-ਬਾਰ ਦੀਪ ਇਹ ਕਹਿੰਦਾ ਹੁੰਦਾ ਸੀ ਕਿ ਇਹ ਤੇ ਸਾਡੇ ਖਿਲਾਫ ਜੰਗ ਵਿੱਢੀ ਫਿਰਦੇ ਆ। ਉਹਦੇ 'ਚ ਇਹ ਵੀ ਕਹਿੰਦਾ ਹੁੰਦਾ ਸੀ ਕਿ ਲੜਾਈ ਫਸਲਾਂ ਦੀ ਨਹੀਂ ਹੈ, ਨਸਲਾਂ ਦੀ ਲੜਾਈ ਹੈ। ਇਹ ਆਪਾਂ ਪਹਿਲਾਂ ਕਵਰ ਵੀ ਕਰਕੇ ਆਏ ਹਾਂ। ਕਿ ਉਹ ਕਿਹੜੀ ਜੰਗ ਦੀ ਗੱਲ ਕਰਦਾ ਸੀ ਔਰ ਕਿਸ ਹਿਸਾਬ ਨਾਲ ਉਹ ਕਹਿੰਦਾ ਸੀ? ਕਿਉਂਕਿ ਜੇ ਆਪਾਂ ਅਜੋਕੇ ਸਮੇਂ ਦੇਖੀਏ ਤਾਂ ਸਿਰਫ ਸਾਡੀ ਸਰਕਾਰ ਆ ਜੇ, ਸਾਨੂੰ MP ਦੀ ਪਾਵਰ ਮਿਲ ਜੇ, ਅਸੀਂ MLA ਬਣ ਜਾਈਏ, ਸਾਡੀ ਇੰਨੀ ਕੁ ਚੌਧਰ ਹੋ ਜੇ, ਸਾਡੇ ਬਿਜ਼ਨਸ ਚੱਲ ਜਾਣ, ਇੱਥੇ ਤੱਕ ਹੀ ਅਸੀਂ ਸੈਟਿਸਫਾਈ ਹੈਗੇ ਹਾਂ। ਜੇ ਕੁਝ ਸਾਲਾਂ ਤੇ ਪਿੱਛੇ ਆਪਾਂ ਚੱਲ ਜਾਈਏ, ਜਦੋਂ 10 ਸਾਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸਰਕਾਰ ਰਹੀ ਹੈ, ਤੇ ਗੱਡੀਆਂ ਤੱਕ ਸਟicker ਲੱਗੇ ਹੋਣ ਦੇ ਨਾਲ ਹੀ ਨੌਜਵਾਨ ਸੈਟਿਸਫਾਈ ਵੀ ਸਾਡੀ ਗੱਡੀ ਨੂੰ ਕੋਈ ਪੁਲਿਸ ਵਾਲਾ ਨਹੀਂ ਰੋਕਦਾ। ਤੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਵੀ ਲੜਾਈ, ਕਿਹੜੀ ਲੜਾਈ ਉਹ ਵਿੱਢੀ ਫਿਰਦੇ ਆ ਜਿਹਦਾ ਸਾਨੂੰ ਪਤਾ ਨਹੀਂ ਲੱਗਦਾ, ਇੱਕ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ?
ਦੇਖੋ ਉਹਦਾ ਇਹ ਸੀ ਕਿ ਅਸੀਂ ਆਮ ਤੌਰ ਤੇ ਜੰਗ ਦੇ ਜੋ ਅਰਥ ਲੈਂਦੇ ਆ ਨਾ, ਉਹ ਜੰਗ ਸਿਰਫ ਉਹੀ ਨਹੀਂ ਹੁੰਦੀ ਜਿਹੜੇ ਸਾਡੇ ਕਨਵੈਨਸ਼ਨਲ ਮੀਨਿੰਗਾਂ ਦੇ ਵਿੱਚ ਜਿਹਨੂੰ ਅਸੀਂ ਲੈਂਦੇ ਆ ਜੰਗ ਨੂੰ। ਵੀ ਐਕਚੁਅਲੀ ਸਿੱਖਾਂ ਦੇ ਤਾਂ ਖਿਲਾਫ ਇੱਕ ਸਦੀਵੀ ਜੰਗ ਦੀ ਸਥਿਤੀ ਬਣੀ ਹੋਈ ਹੈ, ਜਿਹਦੇ ਵਿੱਚ ਕਿਤੇ ਸਾਨੂੰ ਇਹ ਵੀ ਲੱਗਦਾ ਹੈ ਕਿ ਇੱਕ ਰਿਸਪਾਈਟ ਜੀ ਮਿਲ ਗਈ, ਸਾਡਾ ਕੋਈ ਬੰਦਾ ਗ੍ਰਿਫਤਾਰ ਵੀ ਨਹੀਂ ਹੋ ਰਿਹਾ, ਕੋਈ ਕੁੱਟਮਾਰ ਵੀ ਨਹੀਂ ਹੋ ਰਹੀ, ਕਿਤੇ ਐਂ ਲੱਗਦਾ ਵੀ ਹੁਣ ਤਾਂ ਠੀਕ ਆ ਸਾਰਾ ਕੁਝ। ਉਹ ਠੀਕ ਠੂਕ ਨਹੀਂ ਹੁੰਦਾ, ਉਹ ਉਹਨਾਂ ਦੀ ਕਿਸੇ ਸਟ੍ਰੈਟਜੀ ਦਾ ਪਾਰਟ ਹੀ ਹੁੰਦਾ। ਸੋ ਐਕਚੁਅਲ ਤਾਂ ਉਹ ਸਦੀਵੀ ਜੰਗ ਦੀ ਹਾਲਤ 'ਚ ਕਦੇ ਉਹ ਖੂਨੀ ਰੂਪ ਅਖਤਿਆਰ ਕਰੂ ਤੇ ਕਦੇ ਬੜੀਆਂ ਸਟਲ ਸੂਖਮ ਸ਼ਕਲਾਂ ਦੇ ਵਿੱਚ ਲੜੀ ਜਾਓ। ਤੇ ਜੰਗ ਸਾਨੂੰ ਸੂਖਮ ਤਾਂ ਉਹ ਤਾਂ ਸਾਡੇ ਧਿਆਨ 'ਚ ਹੀ ਨਹੀਂ। ਇਸ ਤਰ੍ਹਾਂ ਉਹਨੂੰ ਜਦੋਂ ਐਨ ਠੋਸ ਕੁੱਡਰ ਰੂਪ 'ਚ ਆਉਂਦੀ ਹੈ, ਸਾਡੇ ਬੰਦੇ ਮਾਰੇ ਜਾ ਰਹੇ ਹਨ, ਫੜੇ ਜਾ ਰਹੇ ਆ, ਕੁੱਟੇ ਜਾ ਰਹੇ ਆ, ਉਹ ਨਹੀਂ। ਉਹ ਸੂਖਮ ਰੂਪ ਦੇ ਵਿੱਚ ਵੀ ਲੜਦੇ ਸਾਨੂੰ ਖਤਮ ਕਰਨ ਵਾਸਤੇ। ਉਹ ਸੂਖਮ ਰੂਪਾਂ ਨੂੰ ਪਛਾਣੋ, ਦੂਜੇ ਤਾਂ ਸਾਰੇ ਪਤਾ ਲੱਗ ਜੂਗਾ। ਇਹ ਦੀਪ ਸਿੱਧੂ ਦੀ ਨਜ਼ਰ ਉੱਥੋਂ ਤੱਕ ਗਈ ਤੇ ਉਹਦਾ ਕੋਸ਼ਿਸ਼ ਸੀ ਕਿ ਆਪਾਂ ਨੂੰ ਉੱਥੋਂ ਤੱਕ ਆਪਦੀ ਜਿਹੜਾ ਅਵੇਅਰਨੈਸ ਆਵੇ ਕਿ ਜਦੋਂ ਉਹ ਲੱਗੂ ਇਹ ਕਿ ਸਾਡੇ ਖਿਲਾਫ ਜੰਗ ਨਹੀਂ ਲੜ ਰਿਹਾ, ਉਦੋਂ ਵੀ ਤੁਸੀਂ ਉਹਦੀ ਪਛਾਣ ਹੋ ਜੰਗ ਨੂੰ ਐਕਚੁਅਲੀ ਲੜ ਰਿਹਾ ਹੁੰਦਾ, ਉਹ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਅਸੀਂ ਯੂਜ਼ ਟੂ ਹੋ ਗਏ, ਆਦੀ ਹੋ ਗਏ ਵਿਜੀਬਲ ਜੰਗ ਦੀ, ਠੋਸ ਰੂਪ 'ਚ ਹੋ ਰਹੀ ਜੰਗ ਦੇ। ਸੂਖਮ ਰੂਪ ਦੇ ਵਿੱਚ ਲੜੀ ਸਾਤੋਂ ਮਹਿਸੂਸ ਵੀ ਨਹੀਂ ਹੁੰਦੀ। ਇਹ ਸੀ ਬਹੁਤ ਵੱਡੀ ਗੱਲ ਸੀਗੀ। ਇਹਨਾਂ ਸ਼ਬਦਾਂ 'ਚ ਇਸ ਮੁਹਾਵਰੇ 'ਚੋਂ ਪਹਿਲੀ ਵਾਰ ਲੈ ਕੇ ਆਇਆ। ਨੈਰੇਟਿਵ ਉਹਦਾ ਨਵਾਂ ਨਹੀਂ ਸੀ ਜੀ। ਸੰਤ ਤੇ ਸਾਰੀਆਂ ਗੱਲਾਂ ਇੱਕ ਅਬਦੇ ਰਵਾਇਤੀ ਸਾਡੇ ਅੰਦਾਜ਼ 'ਚ ਲੈ ਕੇ ਆਏ ਹੋਏ ਸੀ, ਪਰ ਉਹਨੂੰ ਇੱਕ ਮਾਡਰਨ ਮੁਹਾਵਰੇ 'ਚ ਪੇਸ਼ ਕਰਨਾ ਨਾ ਸਮੇਂ ਮੁਤਾਬਕ ਦੀਪ ਸਿੱਧੂ ਨੇ ਇੰਨਾ ਕੁ ਕੀਤਾ। ਚਲੋ ਹੋਰ ਵੀ ਕਰਦੇ ਸੀ ਬੰਦੇ, ਲਿਖਿਆ ਵੀ ਹੈ, ਸਾਰੇ ਬੰਦੇ ਥੋੜਾ ਪ੍ਰਵਾਨ ਉਹਦਾ ਜ਼ਿਆਦਾ ਹੋ ਗਿਆ, ਆਪਾਂ ਕਹਿ ਲਈਏ ਵੀ ਉਹੀ ਜਿਹੜਾ ਸੀ ਨਾ ਵੀ ਇਹ ਗੱਲ, ਇਹ ਬੜਾ ਰਹੱਸ ਹੈ ਵੀ ਉਹੀ ਗੱਲ ਮੈਂ ਕਹਿਣਾ, ਉਹੀ ਦੀਪ ਕਹਿੰਦਾ, ਉਹਦੀ ਗੱਲ ਦਿਲ ਤੱਕ ਜਾ ਵੱਜਦੀ ਹੈ, ਸਾਡੀ ਗੱਲ ਦਿਲ ਤੱਕ ਨਹੀਂ ਜਾਂਦੀ। ਜਿਹਦਾ ਮਤਲਬ ਇਹ ਜਿਹੜੇ ਇਹਦੇ ਨਿਯਮ ਨੇ ਇਹ ਸ਼ਾਇਦ ਸਾਡੇ ਸਮਝ 'ਚ ਨਹੀਂ ਆਉਂਦੇ। ਮੈਂ ਤੈਨੂੰ ਇਸ ਤਰ੍ਹਾਂ ਇੰਟਰਪ੍ਰੈਟ ਕਰਦਾ ਕਿ ਜਿੱਥੇ ਟੋਟਲ ਸੱਚਾਈ ਹੈ ਨਾ, ਪਾਰਦਰਸ਼ਤਾ ਹੈ, ਨਿਰਮਲਤਾ ਹੈ, ਉਹਦੇ ਮੂੰਹੋਂ ਨਿਕਲੀ ਆਵਾਜ਼ ਜਿਹੜੀ ਹੋ ਨਾ, ਉਹਦੀ ਗੱਲ ਹੀ ਹੋਰ। ਉਹੀ ਅਨੰਦਪੁਰ ਦਾ ਮਤਾ ਅਕਾਲੀਆਂ ਨੇ ਕਿੰਨਾ ਰੌਲਾ ਪਾਇਆ ਹੋਇਆ ਸੀ, ਤੇ ਜਦੋਂ ਸੰਤ ਅਕਾਲੀ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ, ਸੰਤਾਂ ਨੇ ਉਹਦੇ ਨਾਲ ਸੋਵਰੇਨਿਟੀ ਦਾ ਜਜ਼ਬਾ ਵਰਤਾ। ਅਕਾਲੀਆਂ ਤੋਂ ਸੂਬੇਦਾਰੀ ਤੱਕ ਸੀਗੀ ਜੀ, ਉਹਨਾਂ ਦੀ ਅਧੀਨਗੀ ਕਬੂਲ ਕਰਕੇ ਉਹਦੇ ਵਿੱਚ ਜਿੰਨੀ ਕੁ ਮਾਣੀ ਜਾ ਸਕਦੀ ਹੈ। ਮਤਾ ਉਹੀ ਹੈ, ਸ਼ਬਦ ਉਹੀ ਨੇ, ਉਹਦੀ ਪੇਸ਼ਕਾਰੀ ਉਹਨੂੰ ਕਿਸ ਅਰਥਾਂ 'ਚ ਤੁਸੀਂ ਪੇਸ਼ ਕਰਦੇ ਹੋ। ਸੰਤ ਬਿਨਾਂ ਖਾਲਿਸਤਾਨ ਕਹੇ ਲੈ ਜਾਂਦੇ ਸੀ ਅਨੰਦਪੁਰ ਦੇ ਮਤੇ ਨੂੰ, ਐਨ ਬੰਦੇ ਨੂੰ ਫੜ ਕੇ ਬਰੂਹਾਂ ਤੱਕ ਖਾਲਿਸਤਾਨ ਦੀਆਂ। ਤੇ ਉਹਨਾਂ ਨੂੰ ਇਹ ਸੀ ਕਿ ਇਹ ਚੋਣ ਸਾਡੇ ਹੱਥ 'ਚ ਹੋਣੀ ਚਾਹੀਦੀ ਹੈ, ਕਦੋਂ ਅਸੀਂ ਇਹਨੂੰ ਓਪਨਲੀ ਕਹਿਣਾ ਹੈ, ਦੁਸ਼ਮਣ ਦੇ ਹੱਥ 'ਚ ਨਹੀਂ, ਉਹ ਕਦੋਂ ਕਹਾਉਣਾ ਚਾਹੁੰਦਾ ਹੈ। ਸੋ ਦੁਸ਼ਮਣ ਦੀ ਹਰ ਖੇਡ ਨੂੰ, ਹਰ ਚਾਲ ਨੂੰ ਪਛਾਣਨਾ, ਇਹ ਹਰਿਕ ਤੋਂ ਨਹੀਂ ਬੁੱਝਿਆ ਜਾਂਦਾ। ਗੱਲ ਸੰਤ ਜਰਨੈਲ ਸਿੰਘ ਹੁਣਾਂ ਦੀ ਆਉਂਦੀ ਹੈ, ਤੇ ਜਦੋਂ ਆਪਾਂ 1984 ਤੋਂ ਬਾਅਦ ਦੇਖਦੇ ਹਾਂ ਕਿ ਲੰਬਾ ਸਮਾਂ ਸਿੱਖ ਸੰਘਰਸ਼ ਚੱਲਿਆ, ਉਦੋਂ ਤੱਕ ਤੇ ਸਾਰਾ ਕੁਝ ਸਹੀ ਸੀ, ਪਰ ਦੂਜੇ ਬੰਨੇ ਸਟੇਟ ਵੱਲੋਂ ਇੱਕ ਨੈਰੇਟਿਵ ਦਿੱਤਾ ਗਿਆ, ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਇੱਕ ਬਦਨਾਮ ਕਰਕੇ ਪੇਸ਼ ਕੀਤਾ ਗਿਆ। ਈਵਨ ਕਿ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਕਿਤਾਬ 'ਚ ਬਹੁਤ ਸਾਰੇ ਆਏ ਜਿਨ੍ਹਾਂ ਨੇ ਸੰਤਾਂ ਦੀ ਸ਼ਖਸੀਅਤ ਉੱਤੇ ਬਹੁਤ ਸਾਰੇ ਸਵਾਲਿਆ ਚਿੰਨ੍ਹ ਲਾਏ। ਸਾਰਾ ਕੁਝ ਹੋਇਆ ਤਕਰੀਬਨ 15-20 ਸਾਲ ਤੱਕ ਦਾ ਇੱਦਾਂ ਆਪਾਂ ਦੇਖਿਆ ਕਿ ਰਿਹਾ ਹੈਗਾ। ਪਰ ਪਿਛਲੇ ਆਪਾਂ ਜੇ 10-15 ਸਾਲ ਦੀ ਗੱਲਬਾਤ ਕਰ ਲਈਏ ਤੇ ਉਹ ਜਿਹੜੀ ਧੂਲ ਜਿਹੜੀ ਸਰਕਾਰਾਂ ਵੱਲੋਂ ਪਾਈ ਗਈ ਸੀ ਸੰਤਾਂ ਦੀ ਸ਼ਖਸੀਅਤ ਤੇ, ਉਹ ਧੂਲ ਪਾਸੇ ਹੁੰਦੀ ਹੈ। ਅੱਜ ਦਾ ਨੌਜਵਾਨ ਬੜੇ ਫਕਰ ਦੇ ਨਾਲ ਸੰਤ ਜਰਨੈਲ ਸਿੰਘ ਦੀ ਗੱਲ ਕਰਦਾ ਹੈ। ਇਸ ਵਰਤਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਕਰੈਕਟਰ ਹੈ ਜੀ ਮਾਡਰਨ ਸਟੇਟ ਦਾ, ਐਂਸ਼ੀਅੰਟ ਸਟੇਟਸ ਨਾਲੋਂ ਫਰਕ। ਜ਼ੁਲਮ
ਐਂਸ਼ੀਅੰਟ ਸਟੇਟਸ ਵੀ ਕਰਦੀਆਂ ਸੀ, ਇਦੋਂ ਸ਼ਾਇਦ ਵੱਧ ਹੀ ਕਰਦੀਆਂ ਹੋਣ। ਪਰ ਇਹ ਜਿਹੜੀ ਸਟੇਟ ਅੱਜ ਨਾ, ਉਹ ਇਕੱਲਾ ਜ਼ੁਲਮ ਨਹੀਂ ਕਰਦੀ, ਉਹ ਅਕਸ ਨੂੰ ਖਰਾਬ ਕਰਦੇ। ਉਹਨੂੰ ਜਿੱਥੋਂ ਲੱਗਦਾ ਨਾ ਜਿਹੜੇ ਬੰਦੇ ਤੋਂ ਇਹ ਪ੍ਰਭਾਵਿਤ ਹੋ ਰਹੇ ਨੇ, ਉਹਦਾ ਅਕਸ ਵਿਗਾੜ ਦਿਓ, ਉਹਦੇ ਮਨ 'ਚੋਂ ਉਹਦਾ ਬਿੰਬ ਹੀ ਟੁੱਟ ਜੇ ਜਿੱਥੋਂ ਉਸ ਆਤਮਿਕ ਬਲ ਰਹਿ ਰਿਹਾ ਜਾਂ ਪ੍ਰੇਰਨਾ ਲੈ ਰਿਹਾ। ਇਹ ਜਿਹੜੇ ਬੰਦਿਆਂ ਦਾ ਜਦੋਂ ਗ੍ਰਿਫਤਾਰ ਹੁੰਦੇ ਆ, ਇੰਟੈਰੋਗੇਸ਼ਨ ਦੇ ਵਿੱਚ ਅਨੁਭਵ ਹੁੰਦਾ ਹੈ, ਉੱਥੇ ਉਹ ਇਕੱਲੀ ਕੁੱਟਮਾਰ ਨਹੀਂ ਕਰਦੇ, ਬੰਦੇ ਦਾ ਆਤਮਿਕ ਬਲ ਤੋੜਦੇ ਆ। ਕਿ ਜਿਹੜੇ ਬੰਦਿਆਂ 'ਚ ਇਹਨੂੰ ਸ਼ਰਧਾ ਨਾ, ਉਹ ਬੰਦੇ ਕੀ ਨੇ, ਉਹ ਦਿਖਾ ਦਿਓ ਤੁਸੀਂ ਵੀ ਕੀ ਆ। ਉਹਨੂੰ ਜਾਂ ਤਾਂ ਕਮਜ਼ੋਰ ਦਿਖਾ ਦਿਓ ਜਾਂ ਕਿਸੇ ਵੀ ਤਰ੍ਹਾਂ। ਇਹ ਟੈਕਟਿਕਸ ਉਹਨਾਂ ਦਾ ਹੈਗਾ, ਅਕਸ ਖਰਾਬ ਕਰਨਾ। ਬੰਦੇ ਨੂੰ ਮਾਰਨ ਤੋਂ ਪਹਿਲਾਂ ਉਹਦਾ ਅਕਸ ਭੰਨੋ, ਹੋ ਸਕਦਾ ਮਾਰਨ ਦੀ ਲੋੜ ਹੀ ਨਾ ਪਵੇ। ਜੇ ਅਕਸ ਫੇਰ ਵੀ ਖਰਾਬ ਨਹੀਂ ਹੁੰਦਾ, ਫਿਰ ਫਿਜ਼ੀਕਲ ਐਲੀਮੀਨੇਸ਼ਨ ਕਰਨੀ ਪੈਂਦੀ ਆ ਉਹਨਾਂ ਨੂੰ। ਉਦੋਂ ਪਹਿਲਾਂ ਉਹਦੇ ਬਿੰਬ ਨੂੰ, ਉਹਦੇ ਅਕਸ ਨੂੰ ਤੋੜਦੇ ਆ। ਮੈਨੂੰ ਆਪਾਂ ਦੀਪ ਦੀ ਲਾਈਫ ਦੇ ਨਾਲ ਵੀ ਲਾ ਕੇ ਜੋੜ ਕੇ ਦੇਖ ਸਕਦੇ ਹਾਂ। ਬਿਲਕੁਲ। ਉਹਦਾ ਸਭ ਤੋਂ ਪਹਿਲਾਂ ਤਾਂ ਉਹਦਾ ਬਿੰਬ ਹੀ ਉਹਦਾ ਅਕਸ ਹੀ 26 ਜਨਵਰੀ ਤੋਂ ਬਾਅਦ ਜੀ। ਹਾਂ, ਜਿੰਨੀ ਉਹਦੀ ਕਰੈਕਟਰ ਅਸੈਸੀਨੇਸ਼ਨ ਹੋਈ, ਜਿੰਨੀ ਉਹਦੀ ਉਹ ਮਲਾਈਨ ਕਰਨ ਦੀ, ਟਾਰਨਿਸ਼ ਕਰਨ ਦਾ ਯਤਨ ਹੋਇਆ, ਇਹ ਸੀ ਵੀ ਜਿਹੜਾ ਇੰਨਾ ਪ੍ਰੇਰਨਾ ਜੀ ਲੋਕਾਂ ਨੂੰ ਦੇ ਰਿਹਾ, ਇਹਨੂੰ ਕਰੋ ਬਦਨਾਮ ਪੂਰਾ ਧਰ ਕੇ। ਤੇ ਉਹਦਾ ਅਸਰ ਹੋਇਆ, ਬੜਾ ਹੋਇਆ। ਕਹਿੰਦੇ ਕਹਾਉਂਦੇ ਬੰਦੇ ਮਤਲਬ ਦੇ ਖਿਲਾਫ ਹੋ ਗਏ ਜੀ ਜੀ, ਸ਼ੱਕ ਹੋ ਗਏ ਮਨ 'ਚ। ਕਹਿੰਦੇ ਕਹਾਉਂਦੇ ਇਹ ਜਿਹੜਾ ਸਿੱਧੂ ਮੂਸੇਵਾਲੇ ਨੇ ਕਿਹਾ ਨਾ, ਇੱਥੇ ਤਾਂ ਕਹਿੰਦਾ ਸੱਚਾ ਸਾਬਤ ਕਰਨ ਵਾਸਤੇ ਮਰਨਾ ਪੈਂਦਾ ਹੈ। ਉਹਦੇ ਮਨ 'ਚ ਦੀਪ ਸਿੱਧੂ ਸੀ, ਉਹਦੇ ਜਿਹਨ ਦੇ ਵਿੱਚ ਵੀ ਕਿੱਡਾ ਦੁਖਾਂਤ ਹੈ ਕਿ ਤੈਨੂੰ ਸੱਚਾ ਸਾਬਤ ਕਰਨ ਵਾਸਤੇ ਵੀ ਮਰਨਾ ਪੈਂਦਾ। ਸੋ ਦੀਪ ਸਿੱਧੂ ਦੀ ਮੌਤ ਬਹੁਤ ਦੁੱਖ ਹੈ। ਦੈਟ ਵੇ ਤਾਂ ਪੰਥ ਵਾਸਤੇ ਘੱਟ ਹੈ ਜੀ, ਪਰ ਸ਼ਾਇਦ ਵਾਹਿਗੁਰੂ ਦੀ ਖੇਡ ਅਸੀਂ ਨਹੀਂ ਸਮਝ ਸਕਦੇ। ਉਹਦੀ ਮੌਤ ਨੇ ਉਹਨਾਂ ਨੂੰ ਵੱਧ ਵਕਤ ਪਾਇਆ ਜੀ। ਤੇ ਜੇ ਆਪਾਂ ਦੇਖੀਏ ਪਿਛਲੇ ਤਕਰੀਬਨ 2 ਦਹਾਕਿਆਂ ਦੇ ਵਿੱਚ, ਕਿਉਂਕਿ ਇੱਕ ਬੰਨੇ ਤਾਂ ਇੱਕ ਪ੍ਰਚਾਰ ਇਹ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਨੌਜਵਾਨੀ ਖਤਮ ਹੋ ਗਈ ਹੈ, ਨਸ਼ਿਆਂ ਤੇ ਲੱਗ ਚੁੱਕੀ ਹੈ, ਬਹੁਤ ਸਾਰੇ ਨੌਜਵਾਨ ਜੀ ਐਸੇ ਇੱਥੋਂ ਪਲਾਇਨ ਕਰ ਚੁੱਕੇ ਨੇ। ਕਿਵੇਂ ਦੇਖਦੇ ਹੋ ਪਿਛਲੇ ਤਕਰੀਬਨ 2 ਦਹਾਕਿਆਂ ਦੇ ਵਿੱਚ ਜੋ ਨੌਜਵਾਨੀ ਦਾ ਵਰਤੀਰਾ ਹੈਗਾ, ਇਸ ਦੇ ਵਿੱਚ ਕਿਹੋ ਜਿਹਾ ਬਦਲਾਅ ਆਇਆ? ਕੀ ਉਹਨਾਂ 'ਚ ਕੋਈ ਤਾਂਘ ਪੈਦਾ ਹੋਈ? ਦੇਖੋ, ਬਦਲਾਅ ਤਾਂ ਸਿਰਫ ਹੀ ਆਇਆ ਮੇਰੇ ਮੁਤਾਬਕ। ਇਹ ਬੜੀ ਕਾਮਨ ਪਰਸੈਪਸ਼ਨ ਬਣਾਤੀ ਸੀ ਕਿ ਪੰਜਾਬ ਦੀ ਜਵਾਨੀ ਇਹਨਾਂ ਨੇ ਗਾਲਤੀ, ਤਬਾਹ ਕਰਤੀ। ਕੁਛ ਨਸ਼ਿਆਂ 'ਚ ਲਾਤੀ, ਕੁਛ ਗੀਤਾਂ 'ਚ ਲੱਚਰਪਣੇ 'ਚ ਲਾਤੀ, ਉਹਨਾਂ ਦੀ ਸੁਰਤੀ ਭਟਕਾਤੀ। ਤੇ ਉਹਨਾਂ 'ਚ ਮਟੀਰੀਅਲਿਜ਼ਮ, ਜਿਹੜੀ ਖਿੱਚ ਹੈ ਦੁਨਿਆਵੀ ਚੀਜ਼ਾਂ ਦੀ, ਪਦਾਰਥਕ ਵਸਤਾਂ ਦੀ, ਇੰਨੀ ਵਧਾਤੀ, ਉਹ ਆਪਦੀ ਧਰਤੀ ਛੱਡ ਹੀ ਭੱਜ ਰਹੇ ਨੇ ਬਾਹਰ। ਤੇ ਉਹਨੂੰ ਐਂ ਸੀ ਵੀ ਤਾਂ ਪੰਜਾਬ 'ਚ ਰਹਿ ਕੀ ਜਾਊ। ਪੰਜਾਬ ਤਾਂ ਗਿਆ। ਕੌਣ ਬਚਾਊ ਪੰਜਾਬ ਨੂੰ, ਕੌਣ ਲੜੂ ਪੰਜਾਬ ਵਾਸਤੇ? ਤਾਂ ਅਗਲੀ ਜਨਰੇਸ਼ਨ ਤਾਂ ਗਾਲਤੀ ਉਹਨਾਂ ਨੇ। ਇਹ ਬੜੀ ਕਾਮਨ ਪਰਸੈਪਸ਼ਨ ਸੀ, ਈਵਨ ਸਾਡੇ ਵਰਗੇ ਬੰਦਿਆਂ ਦਾ ਵੀ ਇਹ ਇੰਪਰੈਸ਼ਨ ਬਣ ਚੁੱਕਿਆ ਸੀ। ਇਹ ਤਾਂ ਕਿਸਾਨ ਅੰਦੋਲਨ ਵੇਲੇ ਤੇ ਦੀਪ ਸਿੱਧੂ ਨਾਲ ਦੇ ਵਰਤਾਰੇ ਨੇ ਇਹ ਗੱਲ ਦਿਖਾਈ ਕਿ ਕੁਛ ਭਾਵੇਂ ਨਸ਼ੇ ਕਰਦੇ ਸੀ, ਭਾਵੇਂ ਪਤਤ ਸੀਗੇ, ਭਾਵੇਂ ਮਹਿੰਗੀਆਂ ਕਾਰਾਂ ਵੀ ਲਈ ਫਿਰਦੇ ਸੀ ਤੇ ਬੁਲਟ ਵੀ ਲਈ ਫਿਰਦੇ ਸੀਗੇ, ਉਹ ਜਿੱਥੋਂ ਇਹ ਲੱਗਦਾ ਕਿ ਫੁਕਰੇ ਨੇ, ਇਹ ਤਾਂ ਪਦਾਰਥਕ ਚੀਜ਼ਾਂ ਦੀ ਕੈਦ 'ਚ ਆ ਗਈ। ਪਰ ਨਹੀਂ, ਕਿਤੇ ਆਤਮਾ ਨਿਰਮਲ ਬਚੀ ਪਈ ਸੀ। ਇਹੀ ਵਾਹਿਗੁਰੂ ਦੀ ਖੇਡ ਹੈ। ਸਿੱਖ ਜਿਹੜਾ ਸਿਰਜਿਆ ਨਾ, ਉਹਨੂੰ ਸਮਝਣਾ ਕਿਸੇ ਵੀ ਵਿਰੋਧੀ ਵਾਸਤੇ ਬਹੁਤ ਔਖਾ ਹੈ। ਅਪੇਰੈਂਟਲੀ ਇਹ ਲੱਗੂ ਤਾਂ ਗਿਆ, ਇਹ ਤਾਂ ਨਿੱਗਰ ਗਿਆ। ਉਹ ਪਤਾ ਨਹੀਂ ਕਿਹੜੀ ਚੀਜ਼ ਨੇ ਉਹਨੂੰ ਮੁੜ ਕੇ ਫਿਰ ਆਪਦੇ ਅਸਲੀ ਰੂਪ ਦੇ ਵਿੱਚ ਲਿਆ ਦੇਣਾ। ਬੋਤਾ ਸਿੰਘ ਤੇ ਗਰਜਾ ਸਿੰਘ ਵਾਲੀ ਜਿਹੜੀ ਗੱਲ ਆਉਂਦੀ ਹੈ ਉਦੋਂ ਸਾਹਮਣੇ ਆ ਜਾਂਦੀ। ਚਲੋ, ਬੋਤਾ ਸਿੰਘ ਗਰਜਾ ਸਿੰਘ 'ਚ ਤਾਂ ਕੋਈ ਉਹ ਮਰੀ ਨਹੀਂ ਸੀ ਕੁਛ ਵੀ ਚੀਜ਼, ਕਿਤੋਂ ਵੀ ਨਾ ਨਿੱਗਰੇ ਸੀ, ਨਾ ਸਰੂਪ ਦੇ ਪੱਖੋਂ, ਨਾ ਕਿਸੇ ਹੋਰ ਪੱਖੋਂ।
ਉਹ ਤਾਂ ਇਹ ਸੀ ਕਿ ਚਲੋ ਇੱਕ ਵਾਰ ਉਹਨਾਂ ਨੂੰ ਚੈਲੰਜ ਹੋਇਆ ਵੀ ਚੱਲ ਦਿਖਾ ਦਿੰਦੇ ਆ ਫਿਰ ਵੀ ਅਸੀਂ ਮਰੇ ਨਹੀਂ, ਉਹ ਗੱਲ ਹੋਰ ਸੀ। ਇੱਥੇ ਤਾਂ ਇਹ ਸੀ ਕਿ ਉਹ ਉਹਨਾਂ ਨੂੰ ਇਹ ਸੀ ਵੀ ਮਾਰ ਲਏ, ਹੁਣ ਇਹ ਕਿੱਥੇ ਉੱਠ ਖੜਨਗੇ, ਨਸ਼ੇੜੀ ਬੰਦਾ ਕਿਵੇਂ ਲੜ ਦੂ। ਆਮ ਧਾਰਨਾ ਤੇ ਇਹੀ ਕਹਿੰਦੀ ਆ ਕਿ ਜਿਹੜੀ ਜੀ ਕਾਮਨ ਵਿਜ਼ਡਮ ਤਾਂ ਇਹੀ ਕਹਿੰਦੀ ਹੈ, ਨਸ਼ੇੜੀ ਬੰਦਾ ਕਿਵੇਂ ਲੜ ਲੂਗਾ। ਤੇ ਦਿਖਾਤਾ ਵੀ ਕੁਛ ਵੀ ਹੈ, ਜਦੋਂ ਕਿਤੇ ਉਹ ਜਾਗੂਗੀ ਨਾ ਅੰਦਰ, ਉਦੋਂ ਸਭ ਕੁਝ ਬਦਲ ਜਾਣਾ, ਨਸ਼ੇ ਵੀ ਛੁੱਟ ਜਾਣਗੇ। ਸੋ ਇਹ ਜਿਹੜੀ ਇੱਕ ਨਵੇਂ ਜ਼ਮਾਨੇ ਦੀ ਖਾਸੀਅਤ ਹੈ ਕਿ ਇਸ ਜ਼ਮਾਨੇ ਦੇ ਵਿੱਚ ਜਿਹੜਾ ਸਿੱਖ ਹੈ ਉਹ ਕਿਵੇਂ ਆਪਦੀ ਅਸਲੀਅਤ ਪ੍ਰਗਟ ਕਰਦਾ ਹੈ, ਜਿੱਥੇ ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ। ਇਹ ਕਿੱਧਰਲਾ ਸਿੱਖ ਹੋਇਆ, ਨਾ ਇਹਦੀ ਵਜ੍ਹਾ ਸ਼ਕਲ, ਨਾ ਇਹਦਾ ਕੋਈ ਕਿਰਦਾਰ। ਉਹਦਾ ਕਾਰਨ ਇਹ ਹੈ ਕਿ ਅਸੀਂ ਇੱਕ ਹੋਰ ਕਿਸਮ ਦਾ ਸਾਂਚਾ ਮਨ 'ਚ ਸਿਰਜ ਲਿਆ। ਉਹ ਜਦੋਂ ਉਹਦੇ ਨਾਲ ਮੈਚ ਨਹੀਂ ਕਰਦਾ ਤੇ ਅਸੀਂ ਰੱਦ ਕਰ ਲੈਂਦੇ ਹਾਂ। ਉਹ ਹੈਗਾ ਆਈਡੀਅਲ ਸਾਂਚਾ। ਸਿੱਖ ਨੂੰ ਵਾਕਈ ਉਹ ਇਹੋ ਜਿਹਾ ਹੋਣਾ ਚਾਹੀਦਾ ਹੈ, ਬਾਣੀ ਤੇ ਬਾਣੇ ਦਾ ਧਾਰ ਨਹੀਂ। ਪਰ ਸਿੱਖ ਦਾ ਸਫ਼ਰ ਕਿਤੋਂ ਹੋਰ ਵੀ ਸ਼ੁਰੂ ਹੋ ਸਕਦਾ ਉੱਥੋਂ ਤੱਕ ਪਹੁੰਚਣ ਵਾਸਤੇ। ਉਹ ਜਦੋਂ ਸਫ਼ਰ ਸ਼ੁਰੂ ਹੁੰਦਾ ਸਾਥੋਂ ਉਹ ਨਹੀਂ ਪਛਾਣਿਆ ਜਾਂਦਾ ਜਿੰਨਾ ਚਿਰ ਐਨ ਵੀ ਆਪਦਾ ਬਾਣੀ ਤੇ ਬਾਣੇ 'ਚ ਪ੍ਰਗਟ ਨਹੀਂ ਹੁੰਦਾ ਉਹ। ਜੀ ਇੱਥੇ ਮਾਰ ਖਾਧੀ ਹੈ ਸਾਡੇ ਪੰਥਕ ਸਫਾ ਨੇ ਵੀ। ਸਾਥੋਂ ਨਾ ਦੀਪ ਸਿੱਧੂ ਪਛਾਣਿਆ ਗਿਆ, ਨਾ ਸਿੱਧੂ ਮੂਸੇਵਾਲਾ ਪਛਾਣਿਆ ਗਿਆ। ਅਸੀਂ ਉਹ ਫਾਰਮ 'ਚ ਰਹਿ ਗਏ। ਤੇ ਉਹਨਾਂ ਦੇ ਅੰਦਰ ਸਿੱਖੀ ਦੀ ਆਤਮਾ ਕਿਵੇਂ ਸੀਗੀ, ਉਹ ਕਿਵੇਂ ਪ੍ਰਗਟ ਹੋ ਰਹੀ ਸੀ। ਜਿਹੜਾ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਤਾਂ ਬਿਲਕੁਲ ਹੀ ਹੈਰਾਨੀ ਵਾਲੀ ਗੱਲ ਹੋਈ ਆ। ਉਹਦਾ ਦਿਨਾਂ 'ਚ ਹੀ ਪਤਾ ਲੱਗਿਆ ਜਾ ਕੇ। ਤੇ ਐਕਚੁਅਲੀ ਤਾਂ ਉਹਦੇ ਅੰਦਰ ਪਿਆ ਸੀ ਕਿਤੇ ਕੁਛ, ਸਭ ਕੁਛ ਉਹ ਅੰਸ਼ ਪਿਆ ਸੀਗਾ, ਸਿੱਖੀ ਦਾ ਪਿਆਰ ਵੀ ਪਿਆ ਸੀ। ਪਰ ਜਿਹੜੀ ਉਹਨੇ ਫਾਰਮ ਅਡਾਪਟ ਕੀਤੀ ਨਾ ਪ੍ਰਗਟਾਵੇ ਦੀ, ਉਹ ਸਾਨੂੰ ਉਪਰੀ ਲੱਗੀ, ਉਹ ਬੇਗਾਨੀ ਲੱਗੀ, ਸਿੱਖੀ ਤੋਂ ਟੁੱਟੀ ਲੱਗੀ। ਸੋ ਇਹ ਇੱਕ ਸਬਕ ਹੈ, ਇਹ ਨਵੇਂ ਵਰਤਾਰਿਆਂ ਨੂੰ ਕਿਵੇਂ ਸਮਝਣਾ ਤੇ ਆਪਦੇ ਆਪ ਨੂੰ ਉਹਦੇ ਨਾਲ ਕਿਵੇਂ ਰਿਲੇਟ ਕਰਨਾ ਹੈ। ਬਿਲਕੁਲ। ਕਈ ਵਾਰ ਜਿਹੜਾ ਹੈਗਾ ਆਪਾਂ ਸਰੀਰਾਂ ਦੇ ਨਾਲ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਜ਼ਿਆਦਾ ਜੁੜ ਜਾਂਦੇ ਨੇ। ਸਾਨੂੰ ਲੱਗਦਾ ਹੈ ਕਿ ਹੁਣ ਵੀ ਸਾਰਾ ਕੁਝ ਖਤਮ ਹੋ ਗਿਆ। ਉਹਦੇ 'ਚ ਥੋੜ੍ਹਾ ਜਿਹਾ ਦੱਸੋ ਕਿ ਚਾਹੇ ਗੱਲ ਹੋਵੇ ਦੀਪ ਸਿੰਘ ਸਿੱਧੂ ਦੀ ਗੱਲ ਹੋਵੇ ਜਾਂ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਗੱਲ ਹੋਵੇ, ਉਹਨਾਂ ਦੀ ਲੈਗੇਸੀ ਕੀ ਹੈਗੀ ਹੈ, ਉਹਦੇ ਨਾਲ ਨੌਜਵਾਨ ਜਾਂ ਉਹਦੇ ਨਾਲ ਜਿਹੜੀ ਜਨਰੇਸ਼ਨ ਹੈਗੀ ਉਹ ਕਿਵੇਂ ਜੁੜੇ, ਵਿਰਾਸਤ ਕੀ ਹੈ? ਦੇਖੋ ਜਿਹੜਾ ਇਹ ਹੈ ਨਾ ਕਿ ਆਮ ਤੌਰ 'ਤੇ ਅਸੀਂ ਸਰੀਰਾਂ ਨਾਲ ਜੁੜ ਜਾਂਦੇ ਹਾਂ, ਉਹ ਤਾਂ ਫਿਰ ਜਦੋਂ ਸਰੀਰ ਜਾਂਦਾ ਨਿਰਾਸ਼ਤਾ ਆਉਂਦੀ ਹੈ। ਇਹ ਦੋਹੇ ਮੌਤਾਂ ਨੇ ਇਹ ਦਿਖਾਤਾ, ਦੁੱਖ ਹੋਇਆ, ਨਿਰਾਸ਼ਤਾ ਨਹੀਂ ਆਈ। ਦੀਪ ਸਿੱਧੂ ਦੇ ਸੰਸਕਾਰ ਤੇ ਲੋਕ ਜਿਵੇਂ ਆਏ, ਨੋ ਡਾਊਟ ਰੋਂਦੇ ਸੀਗੇ, ਬਹੁਤ ਲੋਕ ਰੋਏ ਹੈ, ਦੁੱਖ ਹੋਇਆ ਵਿਛੋੜੇ ਦਾ ਤੇ ਬਰਾਗ ਵੀ ਪੈਦਾ ਹੋਇਆ। ਪਰ ਹਰਾਸ ਨਹੀਂ ਟੁੱਟਿਆ ਵੀ ਹੁਣ ਕੀ ਰਹਿ ਗਿਆ ਸਾਡੇ ਕੋਲ। ਆਮ ਤੁਸੀਂ ਦੁਨਿਆਵੀ ਘਰ 'ਚ ਦੇਖੋ, ਕਿਸੇ ਜਵਾਨ ਪੁੱਤ ਮਰ ਜੇ, ਉਹ ਤਾਂ ਮਾਂ ਪਿਓ ਆਏ ਕਹਿਣਗੇ ਸਾਡੇ ਕੋਲ ਹੁਣ ਕੀ ਰਹਿ ਗਿਆ, ਬਸ ਤੁਹਾਡਾ ਸਭ ਕੁਝ ਰੁੜ ਗਿਆ, ਇੱਕੋ ਇੱਕ ਸਾਡੇ ਕੋਲ ਸੀਗਾ, ਉਹ ਗਿਆ। ਹੁਣ ਇਹ ਇੱਕ ਸੱਚਾਈ ਤਾਂ ਹੈ ਜੀ ਦੁਨਿਆਵੀ, ਪਰ ਇਹ ਦੀਪ ਸਿੱਧੂ ਦੀ ਮੌਤ ਨੇ ਵੀ ਬੰਦਿਆਂ ਨੂੰ ਬੇਦਿਲ ਨਹੀਂ ਕੀਤਾ। ਤੁਸੀਂ ਜੋਸ਼ ਦੇਖੋ, ਜਾਗਰੂਕ ਕੀਤਾ। ਮਤਲਬ ਉਹਦੇ ਸੰਸਕਾਰ ਤੇ ਤਾਂ ਆਪਾਂ ਕਹਿ ਸਕਦੇ ਹਾਂ ਮਾਤਮ ਭਾਰੂ ਸੀ ਜਾਂ ਦੁੱਖ ਭਾਰੂ ਸੀ, ਪਰ ਮਾਤਮ ਦੇ ਵਿੱਚ ਵੀ ਬੈਣ ਪੈਂਦੇ ਨੇ, ਨਾਰੇ ਜਕਾਰੇ ਨਹੀਂ ਚੱਲਦੇ। ਨੌਜਵਾਨਾਂ ਦੇ ਅੰਦਰ ਇੰਨੀ ਕੁ ਤਾਂਘ ਹੈ ਵੀ ਵੇਖੋ ਜਿਹੜੇ ਜਿਉਂਦੇ ਨਹੀਂ ਮਿਲ ਸਕੇ ਉਹਨਾਂ ਦੇ ਵੀ ਆਖਰੀ ਵੇਲੇ ਉਹਨਾਂ ਦੇ ਦਰਸ਼ਨ ਕੀਤੇ ਜਾਣ। ਵੇਖੋ ਉੱਪਰ ਨਹੀਂ ਤੇ ਸਿਵਿਆਂ ਦੇ ਵਿੱਚ ਕੋਈ ਛੇਤੀ ਆਉਂਦਾ ਹੀ ਨਹੀਂ, ਤੇ ਅੱਜ ਵੇਖੋ ਸਿਵੇ ਦਾ ਕੋਈ ਰੁੱਖ ਨਹੀਂ ਵੀ ਜਿਹਦੇ ਤੇ ਨੌਜਵਾਨ ਚੜ੍ਹੇ ਨਾ ਹੋਣ। ਤੇ ਆਹ ਵੇਖੋ ਖੱਪਿਆਂ ਥਾਣੀ ਵੇਖ ਰਹੇ ਨੇ, ਕੋਈ ਟੀਨ ਤੇ ਚੜ੍ਹਿਆ, ਕੋਈ ਰੁੱਖਾਂ ਤੇ ਚੜ੍ਹਿਆ। ਵੀ ਥੋੜ੍ਹੇ ਸਮੇਂ ਦੇ ਵਿੱਚ ਉਹ ਨੌਜਵਾਨਾਂ ਦੇ ਦਿਲਾਂ 'ਚ ਇਹੋ ਜਿਹੀ ਜਗ੍ਹਾ ਬਣਾ ਗਿਆ ਵੀ ਉਹ ਰਹਿੰਦੀ ਜ਼ਿੰਦਗੀ ਤੱਕ ਰਹੇਗੀ।
ਇਹ ਕਈ ਬੰਦਿਆਂ ਨੂੰ ਲੱਗਦਾ ਸੀ ਇੱਕ ਟੈਂਪਰੇਰੀ ਜਾਂ ਵਰਤਾਰਾ ਕੁਛ ਚਿਰ ਫਰਕ ਪੈਂਦਾ ਹੁੰਦਾ, ਇਹ ਫੇਰ ਟਪਲਾ ਖਾ ਰਹੇ ਆ ਬੰਦੇ, ਟੈਂਪਰੇਰੀ ਨਹੀਂ। ਇਹੀ ਕਲਾ ਵਾਪਰਨ ਦਾ ਰਹੱਸ ਹੈਗਾ। ਵਾਹਿਗੁਰੂ ਨੇ ਕਲਾ ਵਰਤਾਉਣੀ ਹੈ, ਪਤਾ ਨਹੀਂ ਕਿਹੜੇ ਕਿਹੜੇ ਰੂਪਾਂ ਦੇ ਵਿੱਚ ਵਰਤਾਉਣੀ ਹੈ ਜੀ, ਕਿਉਂਕਿ ਪੰਥ ਦੀ ਸਿਰਜਣਾ ਅਕਾਲ ਪੁਰਖ ਨੇ ਕੀਤੀ ਹੈ, ਇਹ ਬੰਦੇ ਦੀ ਸਿਰਜਣਾ ਨਹੀਂ, ਤੇ ਕਿਸੇ ਮਨੋਰਥ ਵਾਸਤੇ, ਕਿਸੇ ਵੱਡੇ ਮਕਸਦ ਵਾਸਤੇ ਕੀਤੀ ਹੈ। ਤੇ ਇਹ ਹੁਣ ਐ ਥੋੜਾ ਵੀ ਇਹ ਮਿਟ ਜੂਗਾ, ਇਹਦੀ ਉਹ ਰੱਖਿਆ ਕਰੂ ਤੇ ਕਰਦਾ ਆਇਆ ਤੇ ਕਰ ਰਿਹਾ, ਪਰ ਉਹ ਕਈ ਵਾਰ ਸਾਨੂੰ ਉਹਦੀਆਂ ਫੌਰਮਸ ਦਾ ਪਤਾ ਨਹੀਂ ਲੱਗਦਾ, ਉਹਦੀ ਖੇਡ ਦਾ ਪਤਾ ਨਹੀਂ ਲੱਗਦਾ। ਸੋ ਇਹ ਗੱਲ ਬਹੁਤ ਵੱਡੀ ਹੋਈ ਹੈ, ਨਾ ਸਿੱਧੂ ਮੂਸੇਵਾਲੇ ਦੀ ਮੌਤ ਤੇ ਨਾ ਦੀਪ ਸਿੱਧੂ ਦੀ ਮੌਤ ਤੇ ਬੰਦੇ ਡਿੱਗੇ ਨਹੀਂ, ਦੂਨੇ ਰੋਹ ਨਾਲ ਕੰਮ 'ਚ ਜੁਟੇ। ਇਦੋਂ ਬਿਨਾਂ ਮਾਨ ਸਾਹਿਬ ਦੀ, ਸਿਮਰਜੀਤ ਸਿੰਘ ਮਾਨ ਦੀ ਜਿੱਤ ਨਹੀਂ ਸੀ ਹੋ ਸਕਦੀ। ਬਿਲਕੁਲ। ਅਮਰਗੜ੍ਹ ਨਾਲੋਂ ਵੀ ਦੁੱਗਣੇ ਜੋਸ਼ ਨਾਲ ਬੰਦੇ ਉੱਥੇ ਗਏ, ਦਿਨ ਰਾਤ ਇੱਕ ਕਰਤਾ। ਹਾਲਾਂਕਿ ਇੱਕ ਸੀਟ ਨੇ ਕੀ ਕਰ ਦੇਣਾ, ਗੱਲ ਸੀਟ ਦੀ ਨਹੀਂ ਹੈ। ਕਈ ਵਾਰੀ ਆਪਾਂ ਕਹਿੰਦੇ ਕਿ ਨੈਰੇਟਿਵ ਕੀ ਕਰਦਾ ਹੈ, ਤੇ ਇੱਥੇ ਸਾਹਮਣੇ ਆਉਂਦਾ ਵੀ ਇੱਕ ਉਹ ਦੀਪ ਵਾਲਾ ਜਿਹੜਾ ਨੈਰੇਟਿਵ ਸੀ ਉਹਨੇ ਕਿਸ ਤਰੀਕੇ ਦੇ ਨਾਲ ਅੱਜ ਬਦਲ ਕੇ ਰੱਖਦਾ ਹੋਇਆ, ਉਹਦਾ ਰੰਗ ਉਗੜ ਰਿਹਾ ਜੀ। ਸੋ ਦੀਪ ਸਿੱਧੂ ਦੀ ਦੇਣ ਨੂੰ ਕਿਸੇ ਤਰ੍ਹਾਂ ਵੀ ਘਟਾ ਕੇ ਨਾ ਦੇਖੋ ਜੀ। ਇਹ ਕੋਈ ਵਿਅਕਤੀ ਪ੍ਰਤੀ ਉਹ ਨਹੀਂ ਵੀ ਇੱਕ ਵਧਵੀਂ ਜੀ ਪ੍ਰਸ਼ੰਸਾ ਜਾਂ ਸ਼ਰਧਾ ਜਾਂ ਵਡਿਆਈ। ਬਣਦਾ ਮਾਣ ਦਿਓ, ਬਣਦਾ ਸਥਾਨ ਦਿਓ। ਜੀ ਬਿਲਕੁਲ। ਗੱਲ ਇੱਥੇ ਇਕੱਲੀ ਆਪਾਂ ਕਿਸੇ ਸ਼ਖਸੀਅਤ ਦੀ ਨਹੀਂ, ਉਸ ਸੋਚ ਦੀ ਗੱਲ ਕਰ ਰਹੇ ਹਾਂ ਜਿਹੜੀ ਕਿ ਅੱਜ ਵੀ ਸਾਡੇ ਵਿੱਚ ਹੈਗੀ ਹੈ, ਜਿਹੜੀ ਅੱਜ ਵੀ ਅਸੀਂ ਸੁਣ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਬਿਲਕੁਲ ਜੀ। ਅਖੀਰ ਦੇ ਵਿੱਚ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਇਹੀ ਹੈ ਕਿ ਕੌਮਾਂ ਦੇ ਜੀਵਨ 'ਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ, ਕਈ ਵਾਰ ਹਾਲਤਾਂ ਬਹੁਤ ਹੀ ਕਠੋਰ ਤੇ ਬੇਵਫਾ ਵੀ ਹੁੰਦੀਆਂ, ਜਿੱਥੇ ਬੰਦਿਆਂ ਨੂੰ ਹੌਸਲੇ ਪਸਤ ਹੁੰਦੇ ਆ। ਇਹ ਲੱਗਦਾ ਹੈ ਕਿ ਭਵਿੱਖ ਬੜਾ ਧੁੰਦਲਾ ਜਿਹਾ ਹੈ, ਹਨੇਰਾ ਜਿਹਾ ਹੈ, ਕਿ ਕੌਮ ਬਚ ਸਕੂ ਕਿ ਨਹੀਂ ਬਚ ਸਕੂ, ਦੁਸ਼ਮਣ ਬਹੁਤ ਤਾਕਤਵਰ ਲੱਗਣ ਲੱਗ ਜਾਂਦਾ ਹੈ। ਉਹਦੇ 'ਚ ਤਾਂ ਇਹੀ ਹੈ ਵੀ ਗੁਰੂ ਸਾਹਿਬ ਦਾ ਤਾਂ ਇਹੀ ਹੁਕਮ ਹੈ, ਜੋ ਕੁਛ ਹੋ ਰਿਹਾ ਉਹਦੇ ਭਾਣੇ 'ਚ ਹੋ ਰਿਹਾ, ਉਹਦੇ ਹੁਕਮ ਅਧੀਨ ਹੋ ਰਿਹਾ, ਉਹਦੇ 'ਚੋਂ ਵਿਸ਼ਵਾਸ ਨਾ ਡੋਲ। ਜਦੋਂ ਵੱਡੀਆਂ ਜਿੱਤਾਂ ਵਾਹਿਗੁਰੂ ਨੇ ਬਖਸ਼ਣੀਆਂ ਹੋਈਆਂ, ਉਹ ਵੀ ਬਖਸ਼ ਦੇ, ਬਸ ਉਹ ਭਰੋਸਾ ਨਾ ਟੁੱਟੇ। ਸਿੱਖ ਦੀ ਸਾਰੀ ਹਸਤੀ ਇਸ ਗੱਲ ਤੇ ਖੜੀ ਹੈ। ਜਿਹੜਾ ਦੀਪ ਸਿੱਧੂ ਕਹਿੰਦਾ ਸੀ ਨਾ, ਹੋਂਦ ਦਾ ਮਸਲਾ ਹੈ, ਸਿੱਖ ਦੀ ਹੋਂਦ ਹੈ ਹੀ ਇਹ, ਗੁਰੂ 'ਚ ਭਰੋਸਾ। ਜਿੱਦੇ ਉਹ ਭਰੋਸਾ ਟੁੱਟ ਗਿਆ, ਉਹਦਾ ਫਿਜ਼ੀਕਲ ਵਜੂਦ ਹੋਵੇ ਵੀ ਭਾਵੇਂ, ਉਹ ਸਿੱਖ ਹਸਤੀ ਨਹੀਂ ਹੋ। ਵੱਡੀਆਂ ਵੱਡੀਆਂ ਹਮਾਰਾਂ, ਵੱਡੀਆਂ ਵੱਡੀਆਂ ਪਛਾੜਾਂ ਤੇ ਸੱਟਾਂ ਚੱਲ ਰਹੀ ਆ ਕੌਮ ਤੇ ਇਹ ਉਹੀ ਜਨਰੇਸ਼ਨ ਹੈ, ਉਹ ਪੀੜ੍ਹੀ ਹੈ ਜਿਹਨੂੰ ਅਸੀਂ ਘੋਣ ਮੋਣ ਕਹਿੰਦੇ ਹਾਂ। ਸੋ ਉਹਨਾਂ ਦੇ ਮਨਾਂ 'ਚ ਵੀ ਕਿਤੇ ਗੁਰੂ ਦਾ ਅਦਬ ਪਿਆ ਜੀ, ਤੇ ਫਰਕ ਪੈ ਰਿਹਾ। ਤੁਸੀਂ ਦੇਖੋ ਕਿੰਨੇ ਸਰੂਪ ਧਾਰਨ ਕਰ ਰਹੇ। ਸਿੱਧੂ ਮੂਸੇਵਾਲੇ ਦੇ ਭੋਗ ਤੇ ਉਹਦੇ ਮਾਪਿਆਂ ਵੱਲੋਂ ਇਹ ਕਹਿਣਾ ਕਿ ਪੱਗਾਂ ਦਸਤਾਰਾਂ ਬੰਨ੍ਹ ਕੇ ਆਇਓ, ਕਿੱਡੀ ਵੱਡੀ ਗੱਲ ਸੀ। ਤੇ ਨੌਜਵਾਨੀ ਨੂੰ ਬੇਨਤੀ ਕਰਦੇ ਆ ਕਿ ਜੇ ਤੁਹਾਡੇ ਮਨ ਤੇ, ਜੇ ਤੁਸੀਂ ਸਰਜੀਤ ਸਿੰਘ ਸਿੱਧੂ ਨੂੰ ਪਿਆਰ ਕਰਦੇ ਹੋ, ਉਸਨੂੰ ਪਸੰਦ ਕਰਦੇ ਹੋ, ਤਾਂ ਉਹਨਾਂ ਦੇ ਭੋਗ ਵਾਲੇ ਦਿਨ ਸਾਰੇ ਵੀਰ ਦਸਤਾਰਾਂ ਸਜਾ ਕੇ ਆਓ। ਇਹ ਉਹਨਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਵੀ ਦਸਤਾਰ ਨਹੀਂ ਸਜਾ ਸਕਦੇ, ਉਹਨਾਂ ਵਾਸਤੇ ਪਰਿਵਾਰ ਦੇ ਸਹਿਯੋਗ ਨਾਲ ਦਸਤਾਰਾਂ ਦਾ ਲੰਗਰ ਲਾਇਆ ਜਾਏਗਾ। ਉਹਨਾਂ ਵੀਰਾਂ ਨੂੰ ਉੱਥੇ ਦਸਤਾਰ ਦੀ ਜਿਹੜੀ ਆਪਣਾ ਸਜਾ ਕੇ ਦਿੱਤੀ ਜਾਵੇਗੀ। ਇਹ ਠੀਕ ਹੈ, ਉਹਦੇ ਫੈਨ ਹੋਰ ਤਰ੍ਹਾਂ ਦੇ ਸੀਗੇ, ਜਿਹੜੇ ਚਿਖਾ 'ਚ ਛਾਲ ਮਾਰਨ ਨੂੰ ਫਿਰਦੇ ਸੀ। ਦੀਪ ਨਾਲੋਂ ਇਹ ਫਰਕ ਸੀਗਾ ਜੀ ਬਿਲਕੁਲ। ਹਾਂ, ਉੱਥੇ ਪੰਥਕ ਅਗਵਾਈ ਕਰ ਰਿਹਾ ਸੀ, ਉੱਥੇ ਜਜ਼ਬਾ ਪੰਥਕ ਭਾਰੂ ਸੀ, ਇੱਥੇ ਵਿੱਚ ਥੋੜਾ ਜਿਹਾ ਇਰਲਾਸ ਸੀ। ਪਰ ਉਹ ਕਿਹੜਾ ਸਾਥੋਂ ਬਗਾਨੇ ਨੇ, ਉਹ ਵੀ ਭਾਵੇਂ ਉਹ ਸਮੈ ਕੀਏ ਹੋਣ, ਤੇ ਉਹ ਵੀ ਉਹਨਾਂ ਤੇ ਵੀ ਬਖਸ਼ਿਸ਼ ਹੋਊ। ਜਿੱਥੇ ਗੱਲ ਗੁਰੂ ਦੀ ਆਊਗੀ, ਉਹ ਵੀ ਉਸੇ ਤਰੀਕੇ ਨਾਲ ਦਰਦ ਉਹਨਾਂ ਦੀ ਹੋਊ। ਤੁਸੀਂ ਦੇਖੋ ਫਰਕ ਪਿਆ, ਬੜਾ ਫਰਕ ਪਿਆ। ਹੁਕਮ ਤੇ ਫੁੱਲ ਚੜਾਏ ਲੋਕਾਂ ਨੇ ਉਹਦੇ ਪੇਰੈਂਟਸ ਦੇ।
ਸੋ ਇਹ ਸਾਨੂੰ ਕਈ ਵਾਰ ਅਪਰੈਂਟਲੀ ਲੱਗਦਾ ਵੀ ਵਿਅਕਤੀ ਪੂਜਾ ਹੈ। ਉਹ ਸਾਡੇ ਇੱਕ ਪਮਾਨੇ ਜੇ ਬਣੇ ਹੋਏ। ਲੋਕ ਆਪਦੇ ਨੈਕਾਂ ਨੂੰ, ਆਪਦੇ ਹੀਰੋਜ਼ ਨੂੰ ਹਮੇਸ਼ਾ ਹੀ ਪਿਆਰ ਕਰਦੇ ਆ। ਇਹ ਵਿਅਕਤੀ ਪੂਜਾ ਨਹੀਂ, ਇਹ ਬੁੱਤ ਪੂਜਾ ਨਹੀਂ। ਉਸ ਤਰ੍ਹਾਂ ਦਾ ਅਸੀਂ ਫਾਰਮ ਦੇ ਭੁਲੇਖੇ 'ਚ ਆ ਜਾਂਦੇ, ਛਲਾਵੇ 'ਚ ਆ ਜਾਂਦੇ ਹਾਂ। ਇੱਕ ਨਵਾਂ ਵਰਤਾਰਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਫੈਨ ਇਹੋ ਜਿਹੇ ਨਹੀਂ ਹੋਣਗੇ, ਇਹਨਾਂ ਵਰਗੇ ਉਹ ਹੋਰ ਤਰ੍ਹਾਂ ਦੇ ਹੋਣਗੇ। ਇਸ ਕਰਕੇ ਉੱਥੇ ਸਾਨੂੰ ਕੋਈ ਭੁਲੇਖਾ ਨਹੀਂ ਪੈਂਦਾ, ਮਨ ਖੁਸ਼ ਹੁੰਦਾ ਉੱਥੇ। ਜੀ ਜੀ। ਇੱਥੇ ਉਲਝ ਜਾਂਦੇ ਹਾਂ ਅਸੀਂ, ਸਾਨੂੰ ਇਹ ਲੱਗਦਾ ਵੀ ਇਹ ਤਾਂ ਕਿਤੇ ਹੋਰ ਹੀ ਉਲਝੇ ਫਿਰਦੇ। ਇਹ ਪੜਾਈ ਹੈ। ਪਰ ਇਹਨਾਂ ਦੇ ਵਿੱਚ ਵੀ ਚਿਣਗ ਉਹੀ ਹੈ। ਚਿਣਗ ਉਹ ਵਾਲੇ ਵੀ ਉਹੀ। ਫੈਨ ਹੈ, ਫੈਨ ਇਹ ਵਾਲੇ ਫੈਨ ਜਿਹੜੇ ਕਿਤੇ ਨਾ ਕਿਤੇ ਜੁੜਦੇ ਦੁਬਾਰਾ ਜਾ ਕੇ ਉੱਥੇ ਹੀ ਆ। ਉੱਥੇ ਹੀ ਹੈ। ਤੇ ਜਦੋਂ ਜੁੜ ਜਾਣਗੇ ਸਭ ਕੁਝ, ਕੰਪਲੈਕਸ਼ਨ ਵੀ ਬਦਲੂਗਾ ਸਾਰੇ ਕੁਛ ਦਾ। ਜੀ। ਬਸ ਇਹ ਹੈ ਜੀ ਸਾਡੀ ਜਿਹੜੀ ਦ੍ਰਿਸ਼ਟੀ ਦੇ ਵਿੱਚ ਜਿੱਥੇ ਸਾਨੂੰ ਧੋਖਾ ਖਾਂਦੀ ਆ ਨਜ਼ਰ ਨਾ, ਇਸ ਮਨੁੱਖੀ ਨਜ਼ਰ ਦਾ ਸਮੱਸਿਆ ਹੈਗੀ ਹੈ। ਬਹੁਤ ਛੇਤੀ ਧੋਖੇ ਖਾਂਦੀ ਹੈ। ਜੀ ਬਿਲਕੁਲ। ਤੇ ਅਖੀਰ ਤੇ ਉਹੀ ਗਵਾਹੀ ਜਿਹੜੀ ਹੈਗੀ ਹੈ, ਗਵਾਹੀ ਪੰਥ ਦੀ ਜਿਹੜੀ ਅਕਾਲ ਪੁਰਖ ਵਾਲੀ ਅਗਵਾਈ ਪੰਥ ਕਰਦਾ ਹੈਗਾ, ਉਹੀ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲਵਾਂਗੇ, ਜਦੋਂ ਅਸੀਂ ਧੜੇਬੰਦੀਆਂ ਤੋਂ ਉੱਪਰ ਉੱਠ ਜਾਵਾਂਗੇ, ਜਦੋਂ ਸਾਡੇ ਮਨਾਂ 'ਚੋਂ ਇਹ ਵਿਸਰ ਜਾਏਗਾ ਕਿ ਮੇਰੀ ਧੜਾ, ਮੇਰੀ ਕੁਰਸੀ, ਆਹ ਚੀਜ਼ ਜ਼ਿਆਦਾ ਇੰਪੋਰਟੈਂਟ ਹੈ, ਜਾਂ ਮੇਰਾ ਪੰਥ ਇੰਪੋਰਟੈਂਟ ਹੈ, ਜਾਂ ਮੇਰਾ ਗੁਰੂ ਇੰਪੋਰਟੈਂਟ ਹੈ, ਜਦੋਂ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਲੀਅਰ ਹੋ ਜਾਣਗੀਆਂ, ਉਦੋਂ ਸਾਰੇ ਪੰਥਕ ਮਸਲੇ, ਉਦੋਂ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਹੋਰ, ਚਾਹੇ ਉਹ ਮਾਨਸਿਕ ਹਮਲਾ ਹੋਵੇ ਜਾਂ ਸਰੀਰਕ ਹਮਲਾ ਹੋਵੇ, ਉਸ ਦਾ ਅਸੀਂ ਜਵਾਬ ਬੜਾ ਬਾਖੂਬੀ ਜਿਹੜਾ ਹੈ ਉਹ ਦੇ ਸਕਾਂਗੇ। ਤੇ ਅਖੀਰ ਦੇ ਵਿੱਚ ਸਰਦਾਰ ਅਜਮੇਰ ਸਿੰਘ ਹੋਣਾ ਦਾ ਧੰਨਵਾਦ, ਜੋ ਕਿ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ ਇੱਥੇ ਆਏ, ਦਰਸ਼ਕਾਂ ਦਾ ਧੰਨਵਾਦ ਜੋ ਕਿ ਸਾਡੇ ਨਾਲ ਜੁੜੇ ਸੀ। ਪ੍ਰੋਗਰਾਮ ਦੀ ਫੀਡਬੈਕ ਤੁਸੀਂ ਜ਼ਰੂਰ ਦਿਆ ਜੀ। ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ, ਤੁਸੀਂ ਉਹ ਵੀ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ। ਸਾਡਾ ਸਟੂਡੀਓ ਦਾ ਨੰਬਰ ਹੈ 0121 5511 001। ਤੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।